ਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਪਾਲ ਸਿੰਘ ਸਿੱਧੂ ਸਵਾਗਤ ਕਰਦਾ ਹਾਂ। ਆਪ ਜੀ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੰਗਤਾਂ ਸਾਰੇ ਸੰਸਾਰ ਦੇ ਵਿੱਚ ਮਨਾ ਰਹੀਆਂ ਨੇ। ਆਪ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ। ਗੁਰੂ ਨਾਨਕ ਪਾਤਸ਼ਾਹ ਇੱਕ ਵੱਖਰਾ ਮਿਸ਼ਨ, ਇੱਕ ਵੱਖਰੀ ਕ੍ਰਾਂਤੀਕਾਰੀ ਸੋਚ ਲੈ ਕੇ 1469 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਔਰ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਆਪਣਾ ਪੰਥ ਨਿਰਾਲਾ। ਇੱਕ ਵੱਖਰੀ ਪੰਥ ਦੀ ਨੀਂਹ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ। ਉਸ ਤੋਂ ਜੇ ਆਪਾਂ ਗੁਰੂ ਨਾਨਕ ਸਾਹਿਬ ਦੇ ਜਨਮ ਦਾ ਉਹਨਾਂ ਦਾ ਟਾਈਮ ਕਾਲ ਦੇ ਵਿੱਚ ਆਪਾਂ ਦੇਖੀਏ ਤਾਂ ਉਸ ਮਿਸ਼ਨ ਦਾ ਪ੍ਰਚਾਰ ਕਰਨ ਲਈ ਗੁਰੂ ਨਾਨਕ ਸਾਹਿਬ 40 ਸਾਲ ਆਪਣੇ ਘਰੋਂ ਆਪਣੇ ਬੱਚਿਆਂ ਨੂੰ ਛੱਡ ਕੇ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਜਾਂਦੇ ਰਹੇ। 10 ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਇੱਕ ਫੇਰੀ ਪਾ ਕੇ ਵਾਪਸ ਆਉਂਦੇ ਸੀ ਔਰ ਪਿੱਛੋਂ ਮਾਤਾ ਜੀ ਬੱਚਿਆਂ ਨੂੰ ਸਾਂਭਦੇ ਸੀ ਔਰ ਉਹਨਾਂ ਨੇ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਜਾ ਕੇ ਵੱਖਰੇ ਵੱਖਰੇ ਤਰ੍ਹਾਂ ਦੇ ਲੋਕਾਂ ਨੂੰ, ਰਾਜਿਆਂ ਤੋਂ ਲੈ ਕੇ ਸਿੱਧਾਂ ਨੂੰ ਔਰ ਵੱਖਰੇ ਵੱਖਰੇ ਲੋਕਾਂ ਨੂੰ ਮਿਲੇ ਔਰ ਜੋ ਗੁਰੂ ਨਾਨਕ ਦਾ ਮਿਸ਼ਨ ਸੀ ਨਾਮ ਦਾ ਔਰ ਵੱਖਰੇ ਕਨਸੈਪਟ ਦਾ, ਉਹ ਸਾਰੀ ਦੁਨੀਆ ਨੂੰ ਉਹਨਾਂ ਨੇ ਚਾਨਣ ਕਰਾਇਆ। ਇਸ ਮਿਸ਼ਨ ਨੂੰ ਅੱਗੇ 10 ਪਾਤਸ਼ਾਹੀਆਂ ਨੇ ਲੈ ਕੇ ਗਈਆਂ। ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੱਕ 1708 ਈਸਵੀ ਤੱਕ ਇਹ 239 ਸਾਲ ਦਾ ਟਾਈਮ ਹੋਇਆ, ਜਿਹਦੇ ਵਿੱਚ ਬੇਅੰਤ ਕੁਰਬਾਨੀਆਂ ਹੋਈਆਂ। 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਅਨੇਕਾਂ ਸਿੱਖ ਸ਼ਹੀਦ ਹੋਏ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰੀ ਜੀ ਦੀ ਸ਼ਹੀਦੀ ਹੋਈ ਔਰ ਉਹਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੈਦਾ ਹੋਏ, ਜਿਨ੍ਹਾਂ ਨੇ ਜਾ ਕੇ ਸਰਹੰਦ ਦੇ ਉੱਤੇ ਪਹਿਲਾ ਖਾਲਸਾ ਰਾਜ ਸਥਾਪਨ ਕੀਤਾ। ਉਸ 239 ਸਾਲ ਦੇ ਸਮੇਂ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ ਪੈਦਾ ਹੋਏ, ਜਿਨ੍ਹਾਂ ਨੇ ਆਪਣਾ ਸੀਸ ਤਲੀ ਤੇ ਧਰ ਕੇ ਉਸ ਪੰਜਾਬ ਦੀ ਧਰਤੀ ਦੇ ਉੱਤੇ ਮੁਗਲਾਂ ਦੇ ਨਾਲ ਟੱਕਰ ਲਈ। ਉਸ ਤੋਂ ਬਾਅਦ 12 ਮਿਸਲਾਂ ਦਾ ਟਾਈਮ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ, ਜਿਹਦੇ ਵਿੱਚ ਹਰੀ ਸਿੰਘ ਨਲੂਏ ਵਰਗੇ ਯੋਧੇ ਪੈਦਾ ਹੋਏ ਤੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬ੍ਰਿਟਿਸ਼ ਰਾਜ, ਜੋ ਕਿ ਅੰਗਰੇਜ਼ਾਂ ਦਾ ਰਾਜ, ਪੈਦਾ ਹੋ ਗਿਆ ਔਰ ਬ੍ਰਿਟਿਸ਼ ਰਾਜ ਤੋਂ ਬਾਅਦ ਸਾਡੇ ਸਿੱਖੀ ਦੀ ਵੀ ਥੋੜ੍ਹੀ ਉਸ ਰਾਜ ਦੇ ਵਿੱਚ ਢਹਿੰਦੀ ਕਲਾ ਹੋਈ ਔਰ ਉਸ ਸਮੇਂ ਦੇ ਵਿੱਚ ਇੱਕ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਆਪਾਂ ਸੰਤ ਆਤਰ ਸਿੰਘ ਜੀ ਮਸਤੂਆਂ ਨਾਲੇ ਕਰਕੇ ਜਾਣਦੇ ਹਾਂ, ਉਹਨਾਂ ਨੇ ਸਾਨੂੰ ਇੱਕ ਹੋਰ ਮਿਸ਼ਨ ਦਿੱਤਾ। ਅੱਜ ਅਸੀਂ ਉਸ ਮਿਸ਼ਨ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਜਸ ਟੀਵੀ ਤੇ ਆਏ ਹਾਂ। ਉਹ ਮਿਸ਼ਨ ਕੀ ਸੀ? ਉਹ ਮਿਸ਼ਨ ਇਹ ਸੀ ਕਿ ਜੋ ਆਉਣ ਵਾਲਾ ਯੁੱਗ ਆ ਰਿਹਾ ਹੈ,
ਉਸ ਯੁੱਗ ਦੇ ਵਿੱਚ ਸਿੱਖਾਂ ਨੂੰ ਅਧਿਆਤਮਿਕ ਵਿਦਿਆ ਦੇ ਨਾਲ ਨਾਲ ਦੁਨਿਆਵੀ ਵਿਦਿਆ ਹੋਣੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬੀਬੀਆਂ ਨੂੰ, ਤਾਂ ਕਿ ਜੋ ਆਉਣ ਵਾਲਾ ਜ਼ਮਾਨਾ ਹੈ ਉਸ ਦੇ ਵਿੱਚ ਜੋ ਮਾਰ ਕਰਨੀ ਹੈ ਉਹ ਕਲਮ ਨੇ ਕਰਨੀ ਹੈ, ਬੰਦੂਕ ਨੇ ਤੇ ਤਲਵਾਰ ਨੇ ਘੱਟ ਕਰਨੀ ਹੈ। ਉਹ ਮਿਸ਼ਨ ਸੰਤ ਅਤਰ ਸਿੰਘ ਜੀ ਨੇ ਉਸ ਮਿਸ਼ਨ ਨੂੰ ਅੱਗੇ ਤੋਰਨ ਵਾਸਤੇ ਉਹਨਾਂ ਦੇ ਇੱਕ ਸੇਵਕ ਸੀ ਉਸ ਟਾਈਮ ਦੇ, ਜਿਨ੍ਹਾਂ ਨੂੰ ਸੰਗਤਾਂ ਸੰਤ ਤੇਜਾ ਸਿੰਘ ਜੀ ਕਰਕੇ ਜਾਣਦੇ ਨੇ। ਉਹਨਾਂ ਨੂੰ ਪਹਿਲਾਂ ਇੰਗਲੈਂਡ ਭੇਜਿਆ, ਇੰਗਲੈਂਡ ਦੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ। ਫਿਰ ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਟੀਚਰਸ ਟ੍ਰੇਨਿੰਗ ਪ੍ਰੋਗਰਾਮ ਜੁਆਇਨ ਕੀਤਾ। ਫਿਰ ਹਾਵਰਡ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ AM ਦੀ ਡਿਗਰੀ ਹਾਸਲ ਕੀਤੀ ਔਰ ਉਹਨਾਂ ਨੇ ਵਾਪਸ ਜਾ ਕੇ ਇੱਥੋਂ 1956 ਦੇ ਵਿੱਚ ਸੋਲਨ ਤੋਂ ਕੋਈ 40 ਕਿਲੋਮੀਟਰ ਦੂਰ ਪਹਾੜਾਂ ਦੇ ਵਿੱਚ ਇੱਕ ਐਸੀ ਰਮਣੀਕ ਜਗ੍ਹਾ 400 ਏਕੜ ਖਰੀਦੀ, ਜਿਸ ਨੂੰ ਕਿ ਸੰਗਤਾਂ ਅੱਜ ਬੜੂ ਸਾਹਿਬ ਕਰਕੇ ਜਾਣਦੀਆਂ ਨੇ। ਔਰ ਉੱਥੇ ਜਦੋਂ ਪਹਿਲਾ ਅਖੰਡ ਪਾਠ ਸਾਹਿਬ ਉੱਥੇ ਉਹਨਾਂ ਨੇ ਰਖਵਾਏ ਤੇ ਅਰਦਾਸ ਕੀਤੀ ਇਸ ਮਿਸ਼ਨ ਦੀ ਪੂਰਤੀ ਦੇ ਲਈ, ਅਕਾਲ ਪੁਰਖ ਦੇ ਅੱਗੇ ਬੇਨਤੀਆਂ ਜੋਦੜੀਆਂ ਕੀਤੀਆਂ ਕਿ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ, ਜੋ ਆਉਣ ਵਾਲੇ ਯੁੱਗ ਦੇ ਵਿੱਚ ਕਦੋਂ ਉਹ ਟਾਈਮ ਲਿਆਉਂਗੇ ਕਿ ਜਦੋਂ ਸੰਸਾਰ ਭਰ ਤੋਂ ਬੱਚੇ ਬੱਚੀਆਂ ਇੱਥੇ ਆ ਕੇ ਵਿੱਦਿਆ ਹਾਸਲ ਕਰਨਗੀਆਂ ਔਰ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਉਣਗੀਆਂ। ਉਹਨਾਂ ਦੇ ਹੀ ਸੇਵਕ ਸੀ ਬਾਬਾ ਇਕਬਾਲ ਸਿੰਘ ਜੀ, ਜੋ ਕਿ ਅੱਜ ਕੱਲ੍ਹ ਇਸ ਮਿਸ਼ਨ ਨੂੰ ਚਲਾ ਰਹੇ ਨੇ। ਉਹ ਉਹਨਾਂ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਐਗਰੀਕਲਚਰ ਇੰਸਪੈਕਟਰ ਦੀ ਜੌਬ ਤੋਂ ਸ਼ੁਰੂ ਹੋ ਕੇ ਉਹ ਰਿਟਾਇਰ ਹੋਏ ਐਜ਼ ਏ ਡਾਇਰੈਕਟਰ ਆਫ ਐਗਰੀਕਲਚਰ ਡਿਪਾਰਟਮੈਂਟ ਹਿਮਾਚਲ ਪ੍ਰਦੇਸ਼। ਤੇ ਉਸੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਉਹਨਾਂ ਨੇ 1986 ਦੇ ਵਿੱਚ ਛੋਟੀ ਜਿਹੀ ਬਿਲਡਿੰਗ ਤਿਆਰ ਕਰਕੇ 5 ਬੱਚਿਆਂ ਦੇ ਨਾਲ ਉੱਥੇ ਇੱਕ ਸਕੂਲ ਸ਼ੁਰੂ ਕੀਤਾ। ਉਸ ਸਕੂਲ ਦੀ ਸ਼ੁਰੂਆਤ ਤੋਂ ਬਾਅਦ ਅਗਲੇ ਸਾਲ ਕੋਈ 150 ਬੱਚਾ ਆਇਆ ਔਰ ਫਿਰ ਇਹ ਅਕੈਡਮੀਆਂ ਪ੍ਰਫੁੱਲਤ ਹੋਣ ਲੱਗੀਆਂ। ਬੜੂ ਸਾਹਿਬ ਦੀ ਅਕੈਡਮੀ ਬਣੀ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੁਕਤਸਰ ਦੀ ਅਕੈਡਮੀ ਬਣੀ ਤੇ ਕਰਦੇ ਕਰਦੇ ਇਹ ਮਿਸ਼ਨ 27 ਅਕੈਡਮੀਆਂ ਤੇ ਪਹੁੰਚ ਕੇ 2005 ਤੱਕ ਤੇ ਬਾਬਾ ਜੀ ਨੂੰ ਇਹ ਲੱਗਿਆ ਸੀ, ਬਾਬਾ ਇਕਬਾਲ ਸਿੰਘ ਜੀ ਨੂੰ, ਕਿ ਹੁਣ 27 ਅਕੈਡਮੀਆਂ ਹੋ ਗਈਆਂ ਨੇ ਤੇ ਅਸੀਂ ਕਾਫੀ ਕੰਮ ਕਰ ਲਿਆ ਹੈ ਤੇ ਬਿਰਧ ਵੀ ਹੋ ਗਏ ਆ, ਹੁਣ ਅਸੀਂ ਇੱਥੇ ਹੀ ਸਟਾਪ ਕਰ ਦਈਏ। ਪਰ ਅਕਾਲ ਪੁਰਖ ਦੀ ਜੋ ਬਖਸ਼ਿਸ਼ ਸੀ ਜਾਂ ਉਹਦਾ ਹੁਕਮ ਸੀ, ਉਸ ਮਿਸ਼ਨ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਸੀ। ਸਤਿਗੁਰੂ ਨੇ ਬਾਬਾ ਇਕਬਾਲ ਸਿੰਘ ਦੇ ਮਨ ਨੂੰ ਟੁੰਬਿਆ। ਪੰਜਾਬ ਦੇ ਵਿੱਚੋਂ ਲੋਕ ਆ ਕੇ ਬਾਬਾ ਇਕਬਾਲ ਸਿੰਘ ਜੀ ਨੂੰ ਜਦੋਂ ਮਿਲਦੇ ਤੇ ਉਹਨਾਂ ਨੇ ਜਦੋਂ ਇਹ ਬੇਨਤੀਆਂ ਕਰਨੀਆਂ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਸਾਡੇ ਬੱਚੇ ਰੋਲ ਰਹੇ ਨੇ, ਅਸੀਂ ਸਾਰੇ ਆਪਣੇ ਬੱਚਿਆਂ ਨੂੰ ਬੜੂ ਸਾਹਿਬ ਨਹੀਂ ਭੇਜ ਸਕਦੇ, ਤਾਂ ਪਿੰਡਾਂ ਦੇ ਲੋਕਾਂ ਨੇ ਜ਼ਮੀਨਾਂ ਦੇਣੀਆਂ ਸ਼ੁਰੂ ਕੀਤੀਆਂ ਔਰ
बाहरों अमरीका, कनेडा, इंग्लैंड, आस्ट्रेलिया, इन्हां कंट्रीज़ तो बाबा इकबाल सिंह दे इस मिशन नूं, अकाल अकैडमियां दे इस मिशन नूं समझदे होए बथेरियां डोनेशनस दित्तियां गईयां, जो कि ये मिशन अज दी डेट विच 130 अकैडमियां दा रूप धारण कर चुकिया और 2 यूनीवर्सिटियां, पहली यूनीवर्सिटी इटरनल यूनीवर्सिटी बड़ू साहब दे विच और दूसरी यूनीवर्सिटी गुरु काशी यूनीवर्सिटी दमदमा साहब दे विच स्थापित हो चुकी है, जिन्हां दे विच 70,000 बच्चा अज विद्या हासिल कर रहा है। अज असीं तुहाडे नाल इस चल रहे मिशन की होर विस्तार दे नाल गलबात करांगे, पर वो गलबात शुरू करन तो पहलां असीं तुहानूं एक छोटी जी डॉक्यूमेंटरी दिखाउणी चाहुंदे आ, जिहड़ी कि पिंड रत्तियां मोगे दे कोले है, जिथों उत्थों दे सरपंच करनैल सिंह जी ने इस मिशन नूं समझदे होए उन्हां ने अपनी जमीन इत्थे अकैडमी बनाउण वास्ते दित्ती और वो अकैडमी दे नाल और जो अनेका अकैडमियां होर बन चुकियां ने पंजाब दे नाल, पंजाब दे विच पंज पीर ते पंज प्यारे, पंज दरिया पंजाबी, पंज तखत, पंजे कक्के सिख पंथ दी चाबी, पंजा साहिब गुरु की नगरी, पंजे नाल नवाजी, पंज चीज़ तो बने पंजीरी, पंज तो बने पंजाबी। जिथे असी पंजाब दी खुशहाली दी करदे हां आस, चढ़दी कला च रहण पंजाब दे लोग एक करदे हां अरदास, उत्थे ही पंजाब दा अज हो रहा है नास। कई हज़ार परिवार अज भी गरीबी रेखा दे हेठ रह रहे हैं, इसलिए बच्चे स्कूल पढ़न भी नहीं जा सकते। नशियां दी बीमारी ने कई परिवारों की जिंदगी कर दिती गलतान। इन्हां सारी समस्यावां तो परेशान होके पंजाब के एक छोटे जे पिंड रत्तियां विच रहने वाले सरदार कुलदीप सिंह जी ने सोचे कि इस मसले का हल कढ़िया जाए, पर किद्दां असीं अपनी पनीरी नूं नशियां तो बचा के गुरसिੱਖੀ जीवन अपनाउण नूं प्रेर सकते हाँ। किद्दां पिंडां च रहिंदे हर एक बच्चे दे हत्थ कलम फड़ाया जाए तां जो वो आने वाले समय विच उच्चे मुकाम हासिल कर पाण। कुलदीप सिंह जी नूं इन्हां सारे सवालों का इक्को जवाब मिलिया, अकाल अकैडमी, जिथे बच्चों नूं दुनियावी पढ़ाई दे नाल नाल गुरसिੱਖੀ जीवन का रहन सहन भी सिखाया जाता है। कुलदीप सिंह जी ने अपनी जमीन डोनेट करके पिंड विच अकैडमी खोलन का फैसला किया। अज कई सालों तो बाद इस पिंड का नक्शा बदल गया, जो पिंड के लोग सानू आप दसते हैं। ਇਹਦੀ ਪੜ੍ਹਾਈ ਕਾਲ ਅਕੈਡਮੀ ਦੀ ਬਹੁਤ ਵਧੀਆ ਜੀ, ਇਸ ਕਰਕੇ ਵੀ ਅਸੀਂ ਜਿੰਨੇ ਵੀ ਬੱਚੇ ਆ ਹੋਰ ਵੀ ਆਸੇ-ਪਾਸੇ ਬੱਚੇ ਆ, ਅਸੀਂ ਇਹੀ ਬੱਚਿਆਂ ਨੂੰ ਕਿਹਾ ਵੀ ਭਾਈ ਤੁਸੀਂ ਕਾਲ ਅਕੈਡਮੀ 'ਚ ਪੜ੍ਹੋ। ਇੱਥੋਂ 5ਵੀਂ ਕਲਾਸ ਦਾ ਜਾਂ 3ਜੀ ਕਲਾਸ ਦਾ ਬੱਚਾ ਜਾ ਕੇ ਸਾਡੇ 10ਵੀਂ ਕਲਾਸ ਵਾਲੇ ਬੱਚੇ ਨੂੰ ਜਾ ਕੇ ਇੰਗਲਿਸ਼ ਸਿਖਾਉਂਦਾ ਤੇ ਉਹਨਾਂ ਬੱਚਿਆਂ ਨੂੰ ਇੰਗਲਿਸ਼ ਨਹੀਂ ਆ ਰਹੀ। ਹਰ ਇੱਕ ਨੂੰ ਪਤਾ ਹੀ ਹੈ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਆ ਜੀ। ਸਾਡਾ ਛੋਟੇ ਜਿਹੇ ਪਿੰਡ ਦੇ ਵਿੱਚ ਅਕੈਡਮੀ ਨੇ ਜਾਣੀ ਕਿ ਬਹੁਤ ਮੱਲਾਂ ਮਾਰੀਆਂ, 16 ਬੱਚਿਆਂ ਤੋਂ 125 ਬੱਚਾ ਹੋ ਗਿਆ ਜੀ। ਇਸ ਕਰਕੇ ਵੀ ਹਰ ਇੱਕ ਪੰਜਾਬ ਦੇ ਪਿੰਡ 'ਚ ਅਕੈਡਮੀ ਹੋਣੀ ਚਾਹੀਦੀ ਆ, ਸਾਨੂੰ ਜਾਣੀ ਸਾਡਾ ਪੰਜਾਬ ਖੁਸ਼ਹਾਲ ਹੋਵੇ ਤੇ ਨਾਲੇ ਸਿੱਖੀ ਵੱਲ ਗਾਂਹ ਵਧੇ ਜੀ। ਮੈਂ ਬਹੁਤ ਜ਼ਿਆਦਾ ਦਾਰੂ ਪੀਂਦਾ ਸੀ, ਜਦੋਂ ਦੀ ਹੁਣ ਮੈਂ 2 ਸਾਲ ਹੋ ਗਏ ਅੰਮ੍ਰਿਤ ਛਕਿਆ ਜੀ, ਦਾਰੂ ਛੱਡੀ ਹੋਈ ਆ। ਸਵੇਰ ਤੋਂ ਲੈ ਕੇ ਮੈਂ ਸ਼ਾਮ ਤੱਕ ਦਾਰੂ ਪੀ ਜਾਂਦਾ ਸੀ। ਹੁਣ 2 ਸਾਲ ਹੋ ਗਏ ਮੈਂ ਜਦੋਂ ਅੰਮ੍ਰਿਤ ਛਕਿਆ ਜੀ, ਮੈਂ ਆਪਣਾ ਘਰ ਵੀ ਬਣਾ ਲਿਆ, ਬਹੁਤ ਵਧੀਆ ਘਰ ਪਾ ਲਿਆ ਜੀ। ਪਿੰਡ ਦਾ ਬਹੁਤ ਮਾਹੌਲ ਬਦਲ ਗਿਆ, ਤਾਂ ਹੀ ਇੰਨਿਆਂ ਨੇ ਅੰਮ੍ਰਿਤ ਛਕਦੇ ਆ ਤੇ ਇੱਥੋਂ ਤਾਂ ਹੀ ਆ ਗਏ ਆ, ਤੇ ਨਹੀਂ ਬਹੁਤ ਘਰ ਦਾ ਬੁਰਾ ਹਾਲ ਸੀਗਾ। एक इंसान दे चंगे फैसले की बदौलत पिंड विच हर जगह खुशी का माहौल, नशे छड़ के किता अमृत पान, ਧੀਆਂ ਦਾ ਕਰਨ ਲੱਗ ਪਏ ਸਤਕਾਰ। ਮੇਰੀ ਬੇਟੀ ਆ, ਇਹ ਮੈਂ ਆਪਦੇ ਬੇਟੇ ਦੇ ਬਰਾਬਰ ਹੀ ਸਮਝਦਾ ਇਹਨੂੰ ਜੀ। ਜਦੋਂ ਸਾਨੂੰ ਕਾਲ ਅਕੈਡਮੀ ਵਿੱਚ ਜਾਂਦੇ ਉੱਥੇ ਪ੍ਰੋਗਰਾਮ ਵੀ ਚੱਲਦੇ ਆ, ਸਿਖਾਉਂਦੇ ਵੀ, ਸਾਡੀ ਮੀਟਿੰਗਾਂ ਦੇ ਵਿੱਚ ਵੀ ਇਹ ਦੱਸਦੇ ਆ ਵੀ ਆਪਣੀ ਭਰੂਣ ਹੱਤਿਆ ਨੂੰ ਬੰਦ ਕੀਤਾ ਜਾਵੇ, ਕੁੜੀਆਂ ਨੂੰ ਬਰਾਬਰ ਦਾ ਸਤਿਕਾਰ ਕੀਤਾ ਜਾਵੇ। ਆਓ ਅਸੀਂ ਪੁੱਛਦੇ ਹਾਂ ਕੁਲਦੀਪ ਸਿੰਘ ਜੀ ਨੂੰ ਕੀ ਮਹਿਸੂਸ ਹੁੰਦਾ ਹੈ ਫੈਸਲਾ ਕਰਨ ਤੋਂ ਬਾਅਦ। ਵੀਰ ਜੀ ਮੇਰੇ 'ਚ ਐਡੀ ਚੇਂਜ ਆ ਗਈ ਆ ਉਦੋਂ ਦੀ, ਮੈਂ ਉਂਗਲ ਦੋ ਉਂਗਲ ਵੱਟ ਇੱਧਰ ਕਰਤੀ ਇੱਧਰ ਕਰਤੀ,
ਇਸ ਤਰ੍ਹਾਂ ਮੇਰਾ ਸੀਗਾ ਨਾ ਵੀ ਨਾ ਨਾ ਆਹ ਜ਼ਮੀਨ ਮਿਲਦੀ ਆਹ ਲੈ ਲਾ। ਹੁਣ ਮੇਰਾ ਤਾਂ ਇਹੀ ਆ ਸਕੂਲ ਗਾਂ ਚੱਲੇਗਾ। ਮੈਂ ਹੋ ਸਕਦਾ ਮਹਾਰਾਜ ਕਾਲਜ ਵੀ ਬਣਾ ਦੇ ਸਾਡੇ ਪਿੰਡ। ਉਦੋਂ ਬਾਅਦ ਜਿਹੜੇ ਸਾਡੇ ਪਿੰਡ ਦੇ ਵਿੱਚ ਜਿੰਨੇ ਮਜ਼੍ਹਬੀ ਸਿੱਖ ਜਾਂ ਹੋਰ ਹੈਗੇ ਸਾਡੇ, ਉਹਨਾਂ ਨੇ ਅੰਮ੍ਰਿਤ ਛਕ ਲਏ ਆ। ਪਹਿਲਾਂ ਬੱਚਿਆਂ ਨੇ ਉੱਠ ਕੇ ਸਵੇਰੇ ਪਾਠ ਕਰਨਾ ਅਤੇ ਉਹ ਮਾਂ ਪਿਓ ਕਈ ਲੜਨਾ, ਪਿਓਆਂ ਨੇ ਤੂੰ ਕੀ ਕਰੀ ਜਾਂਦਾ, ਤੂੰ ਕੀ ਸਵੇਰੇ ਉਹਨਾਂ ਲੋਕਾਂ ਨੇ ਅੰਮ੍ਰਿਤ ਛਕ ਲਿਆ। ਐਡੀ ਚੇਂਜ ਆਈ ਆ ਸਾਡੇ ਪਿੰਡ ਦੇ ਵਿੱਚ ਸਕੂਲ ਆਉਣ ਦੇ ਨਾਲ ਬੜੂ ਸਾਹਿਬ ਵਾਲਿਆਂ ਦਾ। ਮੈਂ ਨਾ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਹੋਰ ਵੱਧ ਤੋਂ ਵੱਧ ਸਾਡੇ ਪੰਜਾਬ ਦੇ ਵਿੱਚ ਅਕੈਡਮੀਆਂ ਚੱਲਣ, ਤਾਂ ਕਿ ਜਿਹੜੀ ਸਿੱਖੀ ਆ ਜਾਂ ਇਹ ਬਾਜੇ ਸਾਡੇ। ਆਓ ਅਸੀਂ ਸਾਰੇ ਇਕਜੁੱਟ ਹੋ ਕੇ ਵਿਦਿਆ ਦੀ ਇਸ ਦਾਤ ਨੂੰ ਹਰ ਇੱਕ ਘਰ ਵਿੱਚ ਪਹੁੰਚਾ ਕੇ ਸੰਤਾਂ ਦਾ ਸੁਪਨਾ ਪੂਰਾ ਕਰੀਏ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਪਿੰਡਾਂ ਦਾ ਸੁਧਾਰ ਹੋਵੇ, ਪਿੰਡ ਦੇ ਬੱਚਿਆਂ ਨੂੰ ਵਿਦਿਆ ਦੀ ਦਾਤ ਮਿਲੇ, ਗੁਰਸਿੱਖੀ ਰਹਿਣੀ ਬਹਿਣੀ ਦਾ ਓਟ ਆਸਰਾ ਲੈ ਕੇ ਪੰਜ ਚੋਰਾਂ ਤੋਂ ਕੁਰੀਤੀਆਂ ਤੋਂ ਦੂਰ ਰਹਿ ਕੇ ਅੱਗੇ ਵਧਣ ਤੇ ਆਪਣੇ ਪਿੰਡਾਂ ਦੇ ਵਿੱਚ ਵੀ ਵਿਦਿਆ ਦਾ ਬੂਟਾ ਲਗਾਓ। ਇੱਕ ਗੱਲ ਯਾਦ ਰੱਖਣਾ, ਨੇਕੀ ਕਰਨਾ ਗੁਰੂ ਨਾਨਕ ਨੂੰ ਪਾਣਾ ਹੈ। 2017 ਦੇ ਵਿੱਚ ਜੋ ਨੀਟ ਦਾ ਐਗਜ਼ਾਮ ਹੋਇਆ, ਜਿਹੜਾ ਕਿ ਐਗਜ਼ਾਮ ਮੈਡੀਕਲ ਸਟੂਡੈਂਟਸ ਵਾਸਤੇ ਹੁੰਦਾ, ਜੋ +2 ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਮੈਡੀਸਨ ਦੇ ਵਿੱਚ ਆਪਣੀ ਪੜ੍ਹਾਈ ਕਰਨੀ ਹੁੰਦੀ ਆ, ਉਹਨਾਂ ਵਾਸਤੇ ਇਹ ਨੀਟ ਦਾ ਐਗਜ਼ਾਮ ਹੁੰਦਾ। ਔਰ ਉਸ ਨੀਟ ਦੇ ਐਗਜ਼ਾਮ ਦੇ ਵਿੱਚ 2017 ਦੇ ਵਿੱਚ ਪਹਿਲੀ ਵਾਰੀ ਕਿਸੇ ਪੰਜਾਬ ਦੇ ਬੱਚੇ ਨੇ ਟੌਪ ਕੀਤਾ, ਔਰ ਉਹ ਬੱਚਾ ਸੀ ਨਵਦੀਪ ਸਿੰਘ, ਜਿਨੇ ਆਪਣੀ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਦੀ ਪੜ੍ਹਾਈ ਅਕਾਲ ਅਕੈਡਮੀ ਮੁਕਤਸਰ ਸਾਹਿਬ ਤੋਂ ਕੀਤੀ ਸੀ। ਇੰਨਾ ਪ੍ਰਾਊਡ ਪੰਜਾਬ ਨੂੰ ਮਿਲਿਆ ਉਸ ਬੱਚੇ ਤੋਂ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਪੈਸ਼ਲੀ, ਔਰ ਹੋਰ ਵੱਡੀਆਂ ਸ਼ਖਸੀਅਤਾਂ ਨੇ ਉਸ ਬੱਚੇ ਨੂੰ ਜਾ ਕੇ ਵਧਾਈਆਂ ਦਿੱਤੀਆਂ। ਔਰ ਅੱਜ ਉਹ ਬੱਚਾ ਫ੍ਰੀ ਆਫ ਕਾਸਟ ਦਿੱਲੀ ਦੇ ਵਿੱਚ ਮੈਡੀਸਨ ਦੀ ਆਪਣੀ ਪੜ੍ਹਾਈ ਕਰ ਰਿਹਾ। ਦੂਸਰੀ ਉਦਾਹਰਨ 2018 ਦੇ ਵਿੱਚ ਜੋ ਨਿਊਕਲੀਅਰ ਸਾਇੰਟਿਸਟ ਵਾਸਤੇ ਇੰਡੀਆ ਦੇ ਵਿੱਚ ਐਗਜ਼ਾਮ ਲਿਆ ਜਾਂਦਾ ਹੈ, ਉਸ ਐਗਜ਼ਾਮ ਦਾ ਸ਼ਾਰਟ ਫਾਰਮ ਹੈ ਬਾਰਕ, ਔਰ ਉਹਦੀ ਫੁੱਲ ਫਾਰਮ ਹੈ ਬਾਬਾ ਅਟੋਮਿਕ ਰਿਸਰਚ ਸੈਂਟਰ। ਉਹਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਦੀ ਅਕੈਡਮੀ ਦੇ ਬੱਚੇ ਨੇ 9th ਪੋਜੀਸ਼ਨ ਲੈ ਕੇ ਆਂਦੀ। ਉਸ ਬੱਚੇ ਦਾ ਨਾਂ ਹੈ ਅਧੀਰਾਜ ਸਿੰਘ। ਔਰ ਤੀਸਰੀ ਉਦਾਹਰਨ ਮਨਟੇਕ ਸਿੰਘ, ਰਤੀਆ ਪਿੰਡ ਬੁਢਲਾਡੇ ਦੇ ਕੋਲੇ, ਉੱਥੋਂ ਦੀ ਅਕੈਡਮੀ ਦੇ ਵਿੱਚ ਪੜ੍ਹਨ ਵਾਲਾ ਬੱਚਾ, ਜਿਹਦੇ ਫਾਦਰ ਕੋਲ ਸਿਰਫ 4 ਕਿੱਲੇ ਜ਼ਮੀਨ ਦੇ ਸੀ, ਪਰ ਉਹ ਬੱਚੇ ਨੂੰ ਇੱਕ ਸ਼ੌਂਕ ਸੀ ਕਿ ਅੱਧੀ ਰਾਤ ਤੱਕ ਤਾਰੇ ਦੇਖਦਾ ਰਹਿੰਦਾ, ਤਾਰਿਆਂ ਦੀਆਂ ਗਿਣਤੀਆਂ ਕਰਦਾ ਰਹਿੰਦਾ। ਔਰ ਉਹਨੇ ਆਪਣੀ ਕੋਚਿੰਗ ਬਾਅਦ ਦੇ ਵਿੱਚ ਦਿੱਲੀ ਤੋਂ ਲਈ, ਆਪਣੀ 12ਵੀਂ ਦੀ ਪੜ੍ਹਾਈ ਰਤੀਆ ਅਕੈਡਮੀ ਤੋਂ ਪੂਰੀ ਕਰਕੇ। ਔਰ ਅੱਜ ਕੱਲ੍ਹ ਉਹ ਬੱਚਾ ਕਾਸਾ ਦੇ ਵਿੱਚ ਆਪਣੀ ਐਸਟਰੋਨੋਮੀ ਦੀ ਪੜ੍ਹਾਈ ਕਰ ਰਿਹਾ, ਜਿਹਦੇ ਵਿੱਚ ਆਲ ਓਵਰ ਦਾ ਵਰਲਡ ਸਿਰਫ 12 ਬੱਚੇ ਸਿਲੈਕਟ ਕੀਤੇ ਗਏ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਬੱਚਾ ਉਹ ਸੀ। ਹੋਰ ਬੜੀ ਲੰਬੀ ਲਿਸਟ ਹੈ ਹੁਣ ਤੱਕ ਦੀਆਂ ਪ੍ਰਾਪਤੀਆਂ ਦੀ, ਪਰ ਮੈਂ ਉਸ ਡਿਟੇਲ ਦੇ ਵਿੱਚ ਨਾ ਜਾਂਦਾ ਹੋਇਆ ਅਸੀਂ ਤੁਹਾਡੇ ਨਾਲ ਉੱਥੋਂ ਦੇ ਹੀ ਬੜੂ ਸਾਹਿਬ ਦੇ ਇੱਕ ਐਕਸ ਸਟੂਡੈਂਟ ਰਵੀਦੀਪ ਕੌਰ ਜੀ ਮੁਕਤਾ, ਜਿਨ੍ਹਾਂ ਨੇ ਆਪਣੀ ਪਹਿਲੀ ਕਲਾਸ ਤੋਂ ਲੈ ਕੇ ਆਪਣੀ ਪੜ੍ਹਾਈ ਬੜੂ ਸਾਹਿਬ ਦੀ ਮੇਨ ਅਕੈਡਮੀ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿੱਚ ਕੀਤੀ ਹੈ,
ਉਹਨਾਂ ਦੇ ਨਾਲ ਆਪਾਂ ਥੋੜ੍ਹੀਆਂ ਗੱਲਾਂ ਬਾਤਾਂ ਕਰਾਂਗੇ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਮੁਕਤਾ ਜੀ ਬੈਠੇ ਹੋਏ ਨੇ, ਉਹਨਾਂ ਦਾ ਸਵਾਗਤ ਕਰਾਂਗੇ। ਮੁਕਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਕਤਾ ਜੀ, ਤੁਸੀਂ ਕਿਹੜੇ ਮਾਹੌਲ ਦੇ ਵਿੱਚ ਤੁਸੀਂ ਬੜੂ ਸਾਹਿਬ ਦੇ ਵਿੱਚ, ਜਾਂ ਕਿਸ ਤਰ੍ਹਾਂ ਦੇ ਤੁਹਾਡੇ ਉਸ ਤਰ੍ਹਾਂ ਦੇ ਹਾਲਾਤ ਸੀ ਪਰਿਵਾਰ ਦੇ, ਕਿਸ ਤਰ੍ਹਾਂ ਤੁਸੀਂ ਬੜੂ ਸਾਹਿਬ ਦੇ ਵਿੱਚ ਪਹੁੰਚੇ? ਬੜੂ ਸਾਹਿਬ ਦੇ ਵਿੱਚ ਮੇਰੇ ਫਾਦਰ ਜਿਹੜੇ ਕਿ ਪੂਰੇ ਹੋ ਗਏ ਸੀਗੇ, ਤੇ ਫਿਰ ਬਾਬਾ ਇਕਬਾਲ ਸਿੰਘ ਜੀ ਮੈਨੂੰ, ਮੇਰੇ ਵੱਡੇ ਭਰਾ ਨੂੰ ਤੇ ਛੋਟੇ ਭਰਾ ਨੂੰ ਸਾਨੂੰ ਬੜੂ ਸਾਹਿਬ ਲੈ ਗਏ। ਤੇ ਉਦੋਂ ਬਿਲਕੁਲ ਨਵਾਂ ਬੜੂ ਸਾਹਿਬ ਸ਼ੁਰੂ ਹੋਇਆ ਸੀ। ਜਿਹੜੇ ਦਿੱਲੀ ਦੇ ਪਹਿਲੇ 5 ਬੱਚੇ, ਉਹਨਾਂ ਵਿੱਚੋਂ ਮੈਂ ਸੀਗੀ। ਬੜੂ ਸਾਹਿਬ ਦੇ ਪਹਿਲੇ 5 ਬੜੂ ਸਾਹਿਬ ਦੇ, ਹਾਂਜੀ ਹਾਂਜੀ। ਤੇ ਮੈਂ ਦਰਸ਼ਕਾਂ ਨਾਲ ਇੱਕ ਹੋਰ ਵੀ ਕਰੈਕਸ਼ਨ ਕਰਨੀ ਚਾਹੁੰਦਾ। ਜਿਸ ਤਰ੍ਹਾਂ ਮੁਕਤਾ ਭੈਣ ਜੀ ਤੋਂ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਬੋਲਣ ਦੇ ਵਿੱਚ, ਮੈਥੋਂ ਵੀ ਮਿਸਟੇਕ ਹੋ ਗਈ ਸੀ ਪਿਛਲੀ ਵਾਰ ਬੋਲਣ ਦੇ ਵਿੱਚ, ਕਿ ਮੈਂ ਪਿੰਡ ਦੇ ਸਰਪੰਚ ਜਿਨ੍ਹਾਂ ਦੀ ਅਕੈਡਮੀ ਦੀ ਮੈਂ ਹੁਣੇ ਤੁਹਾਨੂੰ ਡਾਕੂਮੈਂਟਰੀ ਦਿਖਾਈ ਹੈ, ਮੈਂ ਉਹਨਾਂ ਦਾ ਨਾਮ ਗਲਤੀ ਨਾਲ ਕਰਨੈਲ ਸਿੰਘ ਬੋਲ ਗਿਆ ਸੀ, ਪਰ ਉਹਨਾਂ ਦਾ ਨਾਮ ਕੁਲਦੀਪ ਸਿੰਘ ਸੀ। ਸੋ ਮੈਂ ਉਸ ਚੀਜ਼ ਦੀ ਮਾਫੀ ਮੰਗਦਾ। ਹਾਂਜੀ ਮੁਕਤਾ ਜੀ, ਅੱਗੇ ਤੁਹਾਡੇ ਨਾਲ ਗੱਲਬਾਤ ਕਰਦੇ। ਤੇ ਬਾਬਾ ਜੀ ਸਾਨੂੰ ਬੜੂ ਸਾਹਿਬ ਲੈ ਗਏ, ਤੇ ਉੱਥੇ ਫਿਰ ਅਸੀਂ ਪੜ੍ਹਾਈ ਫ੍ਰੀ ਕੀਤੀ। ਤੇ ਮਤਲਬ ਕਿ ਜੋ ਕੁਛ ਵੀ ਦੇਣ ਹੈਗੀ ਹੈ ਅੱਜ, ਹੈ ਨਾ, ਕੀਰਤਨ ਸਿੱਖਿਆ, ਸੰਥਿਆ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਿਆ, ਨਿਤਨੇਮ ਕਰਨਾ ਸਿੱਖਿਆ। ਉਹਦੇ ਨਾਲ ਨਾਲ CBSE ਦੀ ਇੰਗਲਿਸ਼ ਮੀਡੀਅਮ ਦੀ ਪੂਰੀ ਪੜ੍ਹਾਈ ਉੱਥੇ ਕੀਤੀ। ਤੇ ਜਿਹੜਾ ਉੱਥੇ ਦਾ ਮਾਹੌਲ, ਜਿਹੜੀ ਰੂਹਾਨੀਅਤ, ਜਿਹੜੀ ਇੱਕ ਉੱਥੇ ਕੁਛ ਕੁਦਰਤੀ ਇਲਾਹੀ ਜਿਹੜੇ ਉੱਥੇ ਨਜ਼ਾਰੇ, ਉਹ ਹੋਰ ਕਿਤੇ ਤਾਂ ਦੇਖਣ ਨੂੰ ਨਹੀਂ ਮਿਲਦੇ। ਬਾਕੀ ਸਾਰੇ ਬੱਚੇ ਸਕੂਲਾਂ 'ਚ ਜਾਂਦੇ ਨੇ, ਪਰ ਸਭ ਤੋਂ ਇੰਪੋਰਟੈਂਟ ਰਿਹਾ ਕਿ ਮਹਾਂਪੁਰਸ਼ਾਂ ਦਾ ਸਿਰ 'ਤੇ ਹੱਥ ਰਿਹਾ ਉੱਥੇ। ਤੇ ਪਲੱਸ ਜਿਹੜਾ ਹੈ ਕਿ ਬਾਬਾ ਜੀ ਦੇ ਜਿਹੜੇ ਅਨਮੋਲ ਬਚਨ, ਕਿ ਲਾਈਫ ਨੂੰ ਕਿੰਝ ਬਿਤਾਉਣਾ ਹੈਗਾ ਵੇ, ਕਿ ਜਿਹੜੀ ਮਨੁੱਖੀ ਦੇਹ ਮਿਲੀ ਏ, ਜਿਵੇਂ ਬਾਣੀ ਕਹਿੰਦੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ। ਪਰ ਬਾਬਾ ਜੀ ਦੀ ਜ਼ਿੰਦਗੀ ਤੋਂ ਇੰਨੀ ਇੰਸਪੀਰੇਸ਼ਨ ਮਿਲੀ ਕਿ ਇਹ ਜ਼ਿੰਦਗੀ ਮਿਲੀ ਹੈ। ਬਾਬਾ ਜੀ ਨੇ ਹਮੇਸ਼ਾ ਕਹਿਣਾ, ਇਹ ਦੇਹਾਂ ਮੁੜ ਕੇ ਨਹੀਂ ਮਿਲਦੀਆਂ, ਤੇ ਮਿਲੀਆਂ ਤੇ ਇਹਨੂੰ ਤੁਸੀਂ ਲੇਖੇ ਗੁਰੂ ਦੇ ਲਾ ਲਓ। ਸੋ ਇਹੋ ਜਿਹੀਆਂ ਛੋਟੀਆਂ ਗੱਲਾਂ ਜਿਹੜੀਆਂ ਕਿ ਬਚਪਨ ਦੇ ਵਿੱਚ ਸੁਣੀਆਂ, ਸਿੱਖੀਆਂ, ਕੋਈ ਦਾਦੀਆਂ ਕੋਲੋਂ ਸੁਣਦਾ ਸਿੱਖਦਾ, ਕੋਈ ਨਾਨੀਆਂ ਕੋਲੋਂ, ਬਜ਼ੁਰਗਾਂ ਕੋਲੋਂ, ਬਟ ਮੇਰਾ ਜਿਹੜਾ ਬਚਪਨ ਬਾਬਾ ਜੀ ਨਾਲ ਬੀਤਿਆ। ਤੇ ਸੋ ਉਹ ਚੀਜ਼ ਜਿਹੜੀ ਹੈ ਉਹ ਅੱਜ ਵੀ ਅੰਦਰ ਖੁੱਬਾ ਮਾਰਦੀ ਹੈ ਕਿ ਜਿਵੇਂ ਬਾਬਾ ਜੀ ਨੇ ਪੂਰੀ ਲਾਈਫ ਆਪਣੀ, ਹੁਣ ਬਾਬਾ ਜੀ 96 ਸਾਲ ਦੇ ਹੋ ਗਏ ਨੇ, ਤੇ ਸਟਿਲ ਬਾਬਾ ਜੀ ਜਿਹੜਾ ਹੈ ਕਿ ਸੇਵਾ ਦੇ ਵਿੱਚ ਇਸ ਮਿਸ਼ਨ ਨੂੰ ਅੱਗੇ ਤੋੜ ਰਹੇ ਨੇ ਐਜੂਕੇਸ਼ਨ ਦੇ। ਤੇ ਸਾਨੂੰ ਲੱਗਦਾ ਹੈ ਕਿ ਚਲੋ ਅਮਰੀਕਾ 'ਚ ਬੜੇ ਸੁੱਖਾਂ 'ਚ ਵੀਰ ਜੀ ਬੈਠੇ ਆ, ਹਨਾ, ਸਾਰਾ ਕੁਛ ਦਾਤੇ ਦਾ ਦਿੱਤਾ ਹੈਗਾ ਵੇ, ਲਗਜ਼ਰੀ ਲਾਈਫ ਹੈਗੀ ਹੈ, ਬਟ ਇਹ ਹੈ ਕਿ ਥੋੜਾ ਜਿਹਾ ਟਾਈਮ ਜਿਹੜਾ ਹੈ ਕਿ ਜਿਹੜਾ ਐਜੂਕੇਸ਼ਨ ਦਾ ਮਿਸ਼ਨ ਬਾਬਾ ਜੀ ਨੇ ਤੋੜਿਆ, ਜਿਹੜਾ ਅਤਰ ਸਿੰਘ ਜੀ ਨੇ ਤੋੜਿਆ, ਬਾਬਾ ਜੀ ਨੇ ਉਹਨੂੰ ਫੋਲੋ ਕੀਤਾ, ਤੇ ਉਹਦੇ ਵਿੱਚ ਚਲੋ ਸਾਰੀਆਂ ਅਮਰੀਕਾ ਦੀ ਸਾਧ ਸੰਗਤਾਂ ਦਾ ਜਿਹੜਾ ਕਿ ਹਿੱਸਾ ਪੈ ਜਾਵੇ। ਤੇ ਸੋ ਤੁਸੀਂ ਬੜੂ ਸਾਹਿਬ ਤੋਂ ਪੜ੍ਹਾਈ ਖਤਮ ਕੀਤੀ? ਹਾਂਜੀ। ਫਿਰ ਤੁਸੀਂ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋ ਗਈ ਬਾਹਰ? ਹਾਂਜੀ। ਫਿਰ ਤੁਸੀਂ ਅਮਰੀਕਾ ਆ ਗਏ? ਹਾਂਜੀ। ਅੱਜ ਕੱਲ ਤੁਸੀਂ ਕਿੱਥੇ ਸੈਟਲਡ ਹੋ? ਡੈਲਸ ਦੇ ਵਿੱਚ ਵੀਰ ਜੀ, ਡੈਲਸ ਟੈਕਸਸ ਦੇ ਵਿੱਚ। ਡੈਲਸ ਟੈਕਸਸ ਦੇ ਵਿੱਚ ਤੁਸੀਂ ਸੈਟਲਡ ਹੋ? ਹਾਂਜੀ। ਤੇ ਹੁਣ ਫਿਰ ਤੁਸੀਂ ਇੱਥੇ ਆਏ, ਨੈਚੁਰਲੀ ਤੁਸੀਂ ਇੱਕ ਵਾਰੀ ਆਪਣੀ ਫੈਮਿਲੀ ਲਾਈਫ ਦੇ ਵਿੱਚ ਸ਼ੁਰੂ ਹੋ ਗਏ। ਹਾਂਜੀ ਵੀਰ ਜੀ। ਫਿਰ ਤੁਸੀਂ ਦੁਬਾਰਾ ਇਸ ਮਿਸ਼ਨ ਦੇ ਨਾਲ ਕਿਸ ਤਰ੍ਹਾਂ ਜੁੜੇ? ਦੁਬਾਰਾ ਇਸ ਮਿਸ਼ਨ ਦੇ ਨਾਲ ਮੈਂ ਇੰਡੀਆ ਗਈ ਸੀ, ਤੇ ਮੇਰੇ ਬੇਟੇ ਦਾ ਐਲੋਪੀਸ਼ੀਆ ਦੀ ਪ੍ਰੋਬਲਮ ਹੋਈ, ਤੇ ਮੈਂ ਬਾਨਾ ਤੇ ਉਹ ਬਣਿਆ ਸੀ, ਉਹਦੇ ਇਲਾਜ ਵਾਸਤੇ ਦਿੱਲੀ ਗਈ। 3-4 ਮਹੀਨੇ ਦੇ ਹੱਥੋਂ ਮੈਂ ਆਪਣਾ ਕੰਮ ਛੱਡ ਕੇ ਗਈ। ਤੇ ਉੱਥੇ ਜਿਵੇਂ ਦਿੱਲੀ ਵਿੱਚ ਉਸ ਟਾਈਮ ਗੁਰੂ ਕੀ ਕਾਸ਼ੀ ਦੀ ਜਿਹੜੀ ਲੈਂਡ ਬਾਬਾ ਮਿੱਠਾ ਸਿੰਘ ਜੀ ਨੇ ਬਾਬਾ ਜੀ ਨੂੰ ਡੋਨੇਟ ਕੀਤੀ ਸੀ, ਤੇ ਜਸਟ ਉਗਰਾਈਆਂ ਸ਼ੁਰੂ ਹੋਈਆਂ ਸੀ। ਤੇ ਬਾਬਾ ਜੀ ਦੇ ਕੋਲ ਮੈਂ ਰਜੌਰੀ ਗਾਰਡਨ ਗਈ, ਸਾਰੀ ਸੰਗਤ ਉੱਥੇ ਬੈਠੀ ਸੀ, ਤੇ ਇੱਕ ਬੀਬੀ ਉੱਥੇ ਬਲਵਿੰਦਰ ਭੈਣ ਜੀ ਬਾਬਾ ਜੀ ਕੋਲ ਬੜਾ ਵਿਰਾਗ ਵਿੱਚ ਰੋ ਰਹੇ ਕਿ ਬਾਬਾ ਜੀ 500 ਕਰੋੜ ਦਾ ਪ੍ਰੋਜੈਕਟ ਹੈ, 2 ਸਾਲਾਂ 'ਚ ਕਿੰਝ ਬਣੇਗਾ। ਤੇ ਬਾਬਾ ਜੀ ਬੜੇ ਰਿਲੈਕਸ, ਕਹਿੰਦੇ ਕਰਤਾਰ ਦਾ ਕੰਮ ਹੈ, ਕੋਈ ਨਹੀਂ ਬੀਬੀ, ਕਰਤਾਰ ਆਪੇ ਕਰੇਗਾ। ਤੇ ਉਹ ਬਚਨ ਮੈਂ ਸਾਰੇ ਸੁਣ ਰਹੀ, ਤੇ ਬਾਬਾ ਜੀ ਨੇ ਪੂਰੀ ਜਿਹੜੀ ਹੈ ਕਿ ਜਿਹੜੇ ਦਸਮ ਪਾਤਸ਼ਾਹ ਨੇ ਜਿਹੜੇ 4 ਵਰ ਬਖਸ਼ੇ ਸੀ ਦਮਦਮਾ ਸਾਹਿਬ ਧਰਤੀ ਨੂੰ, ਤੇ ਬਾਬਾ ਜੀ ਉਹ ਸਾਰਾ ਕੁਛ ਜਿਹੜਾ ਹੈ ਕਿ ਐਕਸਪਲੇਨ ਕਰ ਰਹੇ ਸੀ ਸੰਗਤ ਨੂੰ ਕਿ ਗੁਰੂ ਕੀ ਕਾਸ਼ੀ ਉੱਥੇ ਬਣਾਉਣੀ ਹੈਗੀ ਹੈ। ਤੇ ਬਾਬਾ ਜੀ ਬਚਨ ਕਰਦੇ ਕਰਦੇ ਮੈਂ ਆਰਾਮ ਨਾਲ ਸੁਣੀ ਜਾ ਰਹੀ, ਤੇ ਬਾਬਾ ਜੀ ਦੇਖੀ ਜਾ ਰਹੇ, ਤੇ ਮੈਨੂੰ ਕਹਿੰਦੇ ਕਿ ਤੂੰ ਅਕਿਰਤ ਕਣ ਹੋ ਗਈ ਹੈ। ਤੇ ਮੈਂ ਕਿਹਾ ਬਾਬਾ ਜੀ ਉਹ ਕਿਸ ਤਰ੍ਹਾਂ? ਤੇ ਕਹਿੰਦੇ ਕਿ ਬੀਬਾ ਇਹ ਸੇਵਾ ਕਰਨੀ ਹੈਗੀ ਹੈ, ਹਨਾ, ਤੂੰ ਤੇ ਅਮਰੀਕਾ ਦੇ ਵਿੱਚ ਬਹੁਤ ਕੁਝ ਕਰ ਸਕਦੀ ਹੈ ਬੈਠ ਕੇ। ਤੇ ਮੈਂ ਕਿਹਾ ਬਾਬਾ ਜੀ ਉਹ ਤੇ ਲਾਈਕ ਆਪ ਜੀ ਆਉਂਦੇ ਹੋ ਤੇ ਸਾਰੀ ਸੰਗਤ ਸੇਵਾ ਦਿੰਦੀ ਹੈ,
ਸਾਨੂੰ ਕਿੰਨੇ ਦੇਣੀ ਹੈ ਸੇਵਾ, ਹਨਾ। ਤੇ ਬਾਬਾ ਜੀ ਨੇ ਅੱਗੋਂ ਇਹ ਗੱਲ ਕਹੀ ਸੀ ਕਿ ਚਰਨ ਸਰਨ, ਬਾਬੇ ਨੇ ਗੁਰਬਾਣੀ ਦੀ ਤੁੱਕਾਂ ਬੋਲੀਆਂ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੇ ਬਾਬਾ ਜੀ ਨੇ ਕਿਹਾ ਤੁਸੀਂ ਤੇ ਸਿਰਫ ਜਾ ਕੇ ਖੜੇ ਹੋਣਾ ਹੈ, ਅੱਗੋਂ ਜਿਹੜਾ ਕਲਾ ਤੇ ਕਰਤਾਰ ਦੀ ਵਰਤਣੀ ਹੈ। ਸੋ ਖੜੇ ਹੋਣ ਦੀ ਡਿਊਟੀ ਤੁਸੀਂ ਜਿਹੜੀ ਕਰੋ ਤੇ ਉੱਥੇ ਮਾਇਆ ਇਕੱਠੀ ਕਰੋ ਜੀ। ਤੇ ਫਿਰ ਉਸ ਤੋਂ ਬਾਅਦ ਮੈਂ ਅਮਰੀਕਾ ਆਈ, ਸਾਡੇ ਅੰਜੂ ਭੈਣ ਜੀ ਜਿਹੜੇ ਨੇ ਉਹ, ਤੇ ਤੁਸੀਂ ਹੋ ਗਏ, ਹੋਰ ਆਪਣੇ ਜਿਹੜੇ ਸਾਰੇ ਸੇਵਾਦਾਰ, ਤੇ ਲੱਗ ਕੇ ਫਿਰ ਆਪਾਂ ਉਗਰਾਈਆਂ ਸ਼ੁਰੂ ਕੀਤੀਆਂ, ਕੈਲੀਫੋਰਨੀਆ ਤੋਂ ਸ਼ੁਰੂ ਕੀਤਾ, ਤੇ ਤੁਸੀਂ ਸਾਰਿਆਂ ਨਾਲ ਗੱਲਬਾਤ ਕੀਤੀ, ਕਮੇਟੀਆਂ ਨਾਲ। ਸੋ ਬੜਾ ਹੁਲਾਰਾ ਸੰਗਤ ਨੇ ਵੀਰ ਜੀ ਦਿੱਤਾ, ਹਨਾ। ਤੇ ਮਤਲਬ ਕਿ ਪੂਰਾ ਜਿਵੇਂ ਕਹਿ ਲਓ ਕਿ ਅਮਰੀਕਾ ਦਾ ਪੂਰਾ ਜੱਥਾ ਹੀ ਨਾਲ ਟੁਰ ਪਿਆ, ਤੇ ਸੰਗਤਾਂ ਨਾਲ ਟੁਰ ਪਈਆਂ, ਤੇ ਜਿਹੜੀ ਗੁਰੂ ਕੀ ਕਾਸ਼ੀ ਦਾ ਪ੍ਰੋਜੈਕਟ ਇੰਨਾ ਸੋਹਣਾ ਤੋੜ ਚੜਿਆ, ਇੰਨੀ ਸੋਹਣੀ ਯੂਨੀਵਰਸਿਟੀ ਬਣ ਗਈ, ਹਨਾ। ਇੱਥੇ ਮੈਂ ਦਰਸ਼ਕਾਂ ਨੂੰ ਥੋੜਾ ਜਿਹਾ ਹੋਰ ਵੀ ਦੱਸਣਾ ਚਾਹੁੰਦਾ ਕਿ ਮੈਂ ਦਾਸ ਜਸਪਾਲ ਸਿੰਘ, ਮੇਰੀਆਂ ਵੀ ਬੱਚੀਆਂ 1998 ਦੇ ਵਿੱਚ ਮੈਂ ਆਪਣੀ ਵੱਡੀ ਬੇਟੀ ਨੂੰ ਬੜੂ ਸਾਹਿਬ ਪਾ ਕੇ ਆਇਆ ਸੀ। ਮੈਂ ਪਹਿਲਾਂ ਇੰਡੀਆ ਦੇ ਵਿੱਚ ਲੈ ਕੇ ਗਿਆ ਸੀ ਕਿ ਮੈਨੂੰ ਕੋਈ ਸਕੂਲ ਮਿਲੇ ਜਿੱਥੇ ਕਿ ਮੈਂ ਆਪਣੀਆਂ ਬੱਚੀਆਂ ਪੜ੍ਹਾ ਸਕਦਾ ਹਾਂ। ਮੈਂ ਲੱਭਦਾ ਮੈਂ 1998 ਦੇ ਵਿੱਚ ਮੈਂ ਬੜੂ ਸਾਹਿਬ ਪਹੁੰਚਿਆ, ਜਿੱਥੇ ਕਿ ਮੇਰੀਆਂ ਤਿੰਨੋਂ ਬੇਟੀਆਂ ਨੇ ਉੱਥੇ ਪੜ੍ਹਾਈ ਕੀਤੀ ਹੈ। ਔਰ ਅੱਜ ਵੱਡੀ ਬੇਟੀ ਜੋ ਹੈ ਉਹ ਇੰਜੀਨੀਅਰਿੰਗ ਦੇ ਵਿੱਚ ਮਾਸਟਰਸ ਕਰ ਚੁੱਕੀ ਹੈ। ਉਸ ਤੋਂ ਛੋਟੀ ਜਿਹੜੀ ਹੈ ਉਹ ਡੈਂਟਿਸਟ ਬਣ ਜਾ ਰਹੀ ਹੈ। ਉਸ ਤੋਂ ਛੋਟੀ ਵੀ ਇੰਜੀਨੀਅਰਿੰਗ ਕਰ ਰਹੀ ਹੈ। ਔਰ ਜਿਸ ਤਰ੍ਹਾਂ ਕਿ ਮੁਕਤਾ ਜੀ ਨੇ ਦੱਸਿਆ ਆਪਣਾ ਐਕਸਪੀਰੀਅੰਸ, ਉਸੇ ਤਰੀਕੇ ਨਾਲ ਸਾਡਾ ਵੀ ਜੋ ਐਕਸਪੀਰੀਅੰਸ ਰਿਹਾ ਉਹ ਬੜਾ ਪੋਜ਼ਿਟਿਵ ਰਿਹਾ, ਜਿਸ ਕਰਕੇ ਅਸੀਂ ਇਸ ਮਿਸ਼ਨ ਨਾਲ ਉਦੋਂ ਤੋਂ ਲੈ ਕੇ ਜੁੜੇ ਹੋਏ ਹਾਂ। ਖਾਸ ਕਰਕੇ ਉਸ ਮਿਸ਼ਨ ਦੇ ਨਾਲ, ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਬੜੀ ਤੜਫ ਸੀ। ਮੈਂ ਆਪ ਖੁਦ ਪਿੰਡਾਂ ਦੇ ਵਿੱਚੋਂ ਆਇਆ, ਮੈਂ ਖੁਦ ਪਿੰਡਾਂ ਦੇ ਵਿੱਚੋਂ ਮੈਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਮੇਰਾ ਇੱਕ ਬੈਕਗਰਾਊਂਡ ਬਿਲਕੁਲ ਬੈਕਵਰਡ ਇਲਾਕੇ ਦੇ ਵਿੱਚ ਸਾਡਾ ਇੱਕ ਪਿੰਡ ਹੈ, ਜਿੱਥੇ ਕਿ 5ਵੀਂ ਤੱਕ ਦਾ ਸਕੂਲ ਮਸਾਂ ਹੁੰਦਾ ਸੀਗਾ, ਜਿੱਥੇ ਕਿ ਸਿਰਫ 2 ਕਮਰੇ ਹੁੰਦੇ ਸੀ ਔਰ 5ਵੀਂ ਕਲਾਸ ਦਾ ਸਕੂਲ ਹੁੰਦਾ ਸੀ। ਔਰ ਉੱਥੋਂ ਪੜ੍ਹ ਕੇ ਸਾਨੂੰ ਪਤਾ ਵੀ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਿੰਡਾਂ ਦੇ ਬੱਚਿਆਂ ਨੂੰ ਆਉਂਦੀਆਂ ਨੇ। ਮੈਂ 10ਵੀਂ ਨੇੜੇ ਸ਼ਹਿਰ 'ਚੋਂ ਕੀਤੀ, ਔਰ ਜਦੋਂ ਮੈਂ ਚੰਡੀਗੜ੍ਹ, ਉਸ ਤੋਂ ਬਾਅਦ ਮੈਨੂੰ ਚੰਡੀਗੜ੍ਹ DAV ਕਾਲਜ ਤੋਂ ਐਡਮਿਸ਼ਨ ਮਿਲੀ, ਤੇ ਮੈਨੂੰ ਯਾਦ ਹੈ ਕਿ 15 ਦਿਨ ਜਦੋਂ ਪ੍ਰੋਫੈਸਰ ਉੱਥੇ ਪੜ੍ਹਾਉਂਦੇ ਰਹੇ ਤੇ ਮੈਨੂੰ ਅੰਗਰੇਜ਼ੀ ਦਾ ਇੱਕ ਵੀ ਲਫ਼ਜ਼ ਉੱਥੇ ਸਮਝ ਨਹੀਂ ਲੱਗਿਆ ਵੀ 15 ਦਿਨ ਉਹ ਕੀ ਪੜ੍ਹਾਉਂਦੇ ਰਹੇ ਨੇ। ਔਰ ਕਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਇਹ ਵੱਡੀਆਂ ਦਿੱਕਤਾਂ ਆਉਂਦੀਆਂ ਨੇ, ਔਰ ਉਹਨਾਂ ਨੂੰ ਖਾਸ ਮੁੱਦੇ ਰੱਖਦੇ ਹੋਏ ਨੇ ਉਹਨਾਂ ਅਕੈਡਮੀਆਂ ਦੇ ਵਿੱਚ ਇਹ ਸਪੈਸ਼ਲ ਧਿਆਨ ਦਿੱਤਾ ਜਾਂਦਾ ਕਿ ਪਿੰਡਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਦੇ ਵਿੱਚ ਫਲੂਐਂਟ ਹੋ ਜਾਣ। ਔਰ ਉਹਦੇ ਲਈ ਹਰੇਕ ਪਿੰਡ ਦੇ ਸਕੂਲ ਦੇ ਵਿੱਚ ਇੱਕ ਇੰਗਲਿਸ਼ ਦੀ ਲੈਬ ਤਿਆਰ ਕੀਤੀ ਗਈ ਹੈ, ਜਿਹੜੇ ਵਿੱਚ ਉਹ ਬੱਚੇ ਉੱਥੇ ਉਹਨੂੰ ਸੁਣਦੇ ਨੇ ਔਰ ਆਪਣੀ ਪ੍ਰੋਨਾਂਸੀਏਸ਼ਨ ਨੂੰ ਇੰਪਰੂਵ ਕਰਦੇ ਨੇ। ਔਰ ਜਿਹੜੀਆਂ ਪਿੰਡਾਂ ਦੇ ਵਿੱਚ ਅਕੈਡਮੀਆਂ ਬਣੀਆਂ ਹੋਈਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਕਲਾਸਰੂਮਸ ਨੇ। ਮੈਂ ਖੁਦ ਅਕੈਡਮੀਆਂ ਦੇ ਵਿੱਚ ਗਿਆ, ਜਾ ਕੇ ਮੈਂ ਦੇਖਿਆ, ਆਈ ਵਾਜ਼ ਸੋ ਸਰਪ੍ਰਾਈਜ਼ਡ ਕਿ ਜਿਹੜੀ ਪੜ੍ਹਾਈ ਕਿਸੇ ਟਾਈਮ ਸੁਨਾਵਰ ਦੇ ਸਕੂਲਾਂ ਦੇ ਵਿੱਚ ਜਾਂ ਸ਼ਿਮਲੇ ਦੇ ਸਕੂਲਾਂ ਦੇ ਵਿੱਚ ਮਿਲਿਆ ਕਰਦੀ ਸੀ, ਉਹ ਪੜ੍ਹਾਈ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡਾਂ ਦੇ ਸਕੂਲਾਂ ਦੇ ਵਿੱਚ, ਪਿੰਡਾਂ ਦੀਆਂ ਅਕੈਡਮੀਆਂ ਦੇ ਵਿੱਚ ਪਿੰਡਾਂ ਦੇ ਬੱਚਿਆਂ ਨੂੰ ਮਿਲ ਰਹੀ ਹੈ। ਔਰ ਕਿਸ ਤਰੀਕੇ ਦੇ ਨਾਲ ਉਹ ਲਾਈਫ ਜਿਹੜੀਆਂ ਹੈਗੀਆਂ ਨੇ ਇੰਪਰੂਵ ਹੋ ਰਹੀਆਂ ਨੇ। ਨਾ ਕਿ ਸਿਰਫ ਉਹ ਇੱਕ ਦੁਨਿਆਵੀ ਵਿੱਦਿਆ ਹਾਸਲ ਕਰ ਰਹੇ ਨੇ, ਔਰ ਸਵੇਰੇ ਬੱਚੇ ਆ ਕੇ ਪਹਿਲਾਂ ਨਿਤਨੇਮ ਕਰਦੇ ਨੇ, ਬਾਣੀ ਦਾ ਪਾਠ ਕਰਦੇ ਨੇ, ਫਿਰ ਉਹ ਉੱਥੇ ਆਪਣੀ ਪੜ੍ਹਾਈ ਕਰਦੇ ਨੇ, ਉੱਥੇ ਹੀ ਖੇਡਦੇ ਨੇ, ਔਰ ਸ਼ਾਮ ਨੂੰ ਉਹਨਾਂ ਦਾ ਹੋਮਵਰਕ ਵੀ ਉੱਥੇ ਕਰਾਇਆ ਜਾਂਦਾ, ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਪਿੰਡਾਂ ਦੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੂੰ ਹੋਮਵਰਕ ਕਰਾਉਣ ਵਾਸਤੇ ਪਿੰਡਾਂ ਦੇ ਪੇਰੈਂਟਸ ਕੋਈ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਕਿ ਉਹਨਾਂ ਨੂੰ ਪੇਰੈਂਟਸ ਨੂੰ ਜਾ ਕੇ ਆਪਣੇ ਬੱਚਿਆਂ ਦਾ ਹੋਮਵਰਕ ਕਰਾ ਦੇਣਗੇ। ਸੋ ਉੱਥੇ ਹੀ ਉਹਨਾਂ ਦਾ ਹੋਮਵਰਕ ਕਰਾ ਕੇ ਖਾਲੀ ਹੱਥ ਬੱਚਿਆਂ ਨੂੰ ਘਰੇ ਭੇਜਿਆ ਜਾਂਦਾ। ਔਰ ਜੋ ਵੀ ਦਰਸ਼ਕ ਇਸ ਟਾਈਮ ਜਸ TV ਦੇਖ ਰਹੇ ਨੇ, ਉਹਨਾਂ ਨੂੰ ਸੁਣ ਕੇ ਬੜੀ ਹੈਰਾਨੀ ਹੋਊਗੀ ਕਿ ਉਹ ਅਕੈਡਮੀਆਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਪਿੰਡਾਂ ਦੇ ਵਿੱਚ ਨੇ, ਖਾਸ ਕਰਕੇ ਪਟਿਆਲੇ ਦੇ ਨੇੜੇ ਰੀਠਖੇੜੀ ਇੱਕ ਪਿੰਡ ਹੈ, ਉਸ ਅਕੈਡਮੀ ਦੇ ਵਿੱਚ ਇਸ ਟਾਈਮ 500 ਬੱਚਾ ਪਟਿਆਲੇ ਸ਼ਹਿਰ ਤੋਂ ਉਸ ਅਕੈਡਮੀ ਦੇ ਵਿੱਚ ਪੜ੍ਹਨ ਜਾਂਦਾ। ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਇਹਨਾਂ ਅਕੈਡਮੀਆਂ ਦੀਆਂ ਕਰਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਇੱਕ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਸੀ ਅਕਾਲ ਅਕੈਡਮੀਆਂ ਦੀ, ਖਾਸ ਕਰਕੇ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਅਕੈਡਮੀਆਂ ਚੱਲ ਰਹੀਆਂ ਨੇ ਉਹਨਾਂ ਨੇ
ਸਾਡੇ ਪਿੰਡਾਂ ਦੇ ਵਿੱਚ ਕੀ ਸੁਧਾਰ ਲਿਆਂਦੇ ਨੇ। ਔਰ ਮੈਂ ਤੁਹਾਡੇ ਨਾਲ ਗੱਲ ਇਹ ਸਾਂਝੀ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਪਿੰਡਾਂ ਦੀਆਂ ਅਕੈਡਮੀਆਂ ਨੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰ ਦਿੱਤੀ ਆ ਕਿ ਸ਼ਹਿਰਾਂ ਦੇ ਵਿੱਚੋਂ ਬੱਚੇ ਪਿੰਡਾਂ ਦੀਆਂ ਅਕੈਡਮੀਆਂ ਦੇ ਵਿੱਚ ਪੜ੍ਹਨ ਜਾ ਰਹੇ ਨੇ। ਬੜੀ ਵੱਡੀ ਇੱਕ ਅਚੀਵਮੈਂਟ ਹੈ। ਇੱਦਾਂ ਸਿਰਫ ਪਟਿਆਲੇ ਦੇ ਨੇੜੇ ਨਹੀਂ, ਮੁਹਾਲੀ, ਲੁਧਿਆਣਾ, ਹੋਰ ਵੱਡੇ ਵੱਡੇ ਸ਼ਹਿਰਾਂ ਦੇ ਨੇੜੇ ਜਿੱਥੇ ਵੀ ਅਕੈਡਮੀਆਂ ਖੁੱਲ੍ਹੀਆਂ ਨੇ, ਉਹਨਾਂ ਨੇ ਇਸ ਰਿਵਰਸ ਮਾਈਗ੍ਰੇਸ਼ਨ ਨੂੰ ਜਨਮ ਦਿੱਤਾ। ਔਰ ਜੋ ਸ਼ਹਿਰਾਂ ਦੇ ਬੱਚੇ ਇੱਕ ਚੰਗਾ ਮਾਹੌਲ ਦੇਖ ਕੇ, ਇੱਕ ਚੰਗੇ ਸੰਸਕਾਰ ਆਪਣੇ ਬੱਚਿਆਂ ਦੇ ਵਿੱਚ ਲੈ ਕੇ ਆਉਣ ਵਾਸਤੇ, ਉਹ ਆਪਣੇ ਸ਼ਹਿਰੀ ਮਾਹੌਲ ਦੇ ਵਿੱਚੋਂ ਕੱਢ ਕੇ ਆਪਣੇ ਬੱਚਿਆਂ ਨੂੰ ਉਹਨਾਂ ਪਿੰਡਾਂ ਦੀਆਂ ਅਕੈਡਮੀਆਂ ਦੇ ਵਿੱਚ ਭੇਜ ਰਹੇ ਨੇ, ਤਾਂ ਕਿ ਉਹ ਬੱਚੇ ਉੱਥੋਂ ਐਜੂਕੇਸ਼ਨ ਤਾਂ ਹਾਸਲ ਕਰਨ ਹੀ, ਪਰ ਨਾਲ ਹੀ ਇੱਕ ਚੰਗੇ ਇਨਸਾਨ ਬਣਨ ਔਰ ਗੁਰਬਾਣੀ ਦੇ ਨਾਲ ਜੁੜਨ। ਇਸੇ ਮਿਸ਼ਨ ਨੂੰ ਅੱਗੇ ਚੱਲਦੇ ਹੋਏ ਅੱਜ ਤੋਂ ਕੋਈ 2 ਸਾਲ ਪਹਿਲਾਂ ਡਾਕਟਰ ਸਰਬਜੀਤ ਸਿੰਘ ਜੀ ਵਿਰਕ, ਜੋ ਕਿ ਸਿਆਟਲ ਵਿੱਚ ਰਹਿੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਪੀੜ ਪੈਦਾ ਹੋਈ ਪੰਜਾਬ ਦੇ ਹਾਲਾਤ ਦੇਖ ਕੇ ਕਿ ਕਿਸ ਤਰ੍ਹਾਂ ਉਹ ਪੰਜਾਬ ਦੀ ਧਰਤੀ ਜਿਹਨੇ ਇੰਨੇ ਮਹਾਨ ਯੋਧੇ ਪੈਦਾ ਕੀਤੇ, ਅੱਜ ਉੱਥੋਂ ਪੰਜਾਬ ਦੇ ਲੋਕ 1 ਲੱਖ 2 ਲੱਖ ਦੇ ਕਰਜ਼ੇ ਦੀ ਖਾਤਰ ਆਪਣੀ ਜ਼ਿੰਦਗੀ ਦੇ ਜਾਂਦੇ ਨੇ, ਸੁਸਾਈਡ ਕਰ ਜਾਂਦੇ ਨੇ, ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਬਿਲਕਦੇ ਛੱਡ ਜਾਂਦੇ ਨੇ। ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ, ਉਹਨਾਂ ਦਾ ਵਾਲੀ ਵਾਰਸ ਕੋਈ ਨਹੀਂ, ਉਹ ਪਰਿਵਾਰ ਰੁੱਲ ਜਾਂਦੇ ਨੇ, ਉਹ ਵਿਧਵਾਵਾਂ ਰੁੱਲ ਜਾਂਦੀਆਂ ਨੇ, ਉਹਨਾਂ ਦੇ ਬੱਚੇ ਰੁੱਲ ਜਾਂਦੇ ਨੇ। ਇੱਕ ਬੜੀ ਚੀਜ਼, ਬੜੀ ਪੀੜ ਉਹਨਾਂ ਦੇ ਮਨ ਦੇ ਵਿੱਚ ਸੀ। ਉਹਨਾਂ ਨੇ ਇੱਕ ਸੈਮੀਨਾਰ ਆਯੋਜਿਤ ਕੀਤਾ ਉੱਥੇ, ਔਰ ਸੰਗਤਾਂ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਕਰੀਏ। ਔਰ ਅਕਾਲ ਅਕੈਡਮੀ ਦੇ ਚਲਾ ਰਹੇ ਇਸ ਮਿਸ਼ਨ ਦੇ ਜੋ ਬਾਬਾ ਇਕਬਾਲ ਸਿੰਘ ਜੀ ਆ, ਉਹਨਾਂ ਨੂੰ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਬਾਬਾ ਜੀ ਨੂੰ ਇੱਕ ਬੇਨਤੀ ਕੀਤੀ ਕਿ ਆਪਾਂ ਕੀ ਕਰ ਸਕਦੇ ਹਾਂ। ਸੋ ਕੁਝ ਡੋਨੇਸ਼ਨਸ ਇਕੱਠੀਆਂ ਕਰਕੇ ਅਸੀਂ ਪੰਜਾਬ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਵਿੱਚ ਗਏ, ਉਹਨਾਂ ਦੇ ਹਾਲਾਤਾਂ ਨੂੰ ਸਮਝਿਆ, ਉਹਨਾਂ ਨੂੰ ਹੌਸਲਾ ਦਿੱਤਾ, ਔਰ ਉਹਨਾਂ ਦੇ ਬੱਚਿਆਂ ਨੂੰ ਅਕਾਲ ਅਕੈਡਮੀਆਂ ਦੇ ਵਿੱਚ ਜਿਹੜੀ ਕਲਾਸ ਦੇ ਵਿੱਚ ਵੀ ਉਹ ਬੱਚੇ ਜਾ ਸਕਦੇ ਸੀ, ਉਹਨਾਂ ਦੀ ਫ੍ਰੀ ਐਜੂਕੇਸ਼ਨ ਵਾਸਤੇ ਅਕਾਲ ਅਕੈਡਮੀਜ਼ ਨੇ ਉਪਰਾਲਾ ਕੀਤਾ। ਉਸ ਉਪਰਾਲੇ ਦੇ ਨਾਲ ਜਦੋਂ ਅਸੀਂ ਉਹ ਪਰਿਵਾਰਾਂ ਦੇ ਵਿੱਚ ਇੱਕ ਆਸ ਦੀ ਕਿਰਨ ਜਾਗਦੀ ਦੇਖੀ, ਔਰ ਅਸੀਂ ਹੋਰ ਵੀ ਸੰਸਥਾਵਾਂ ਜਿਹੜੀਆਂ ਉੱਥੇ ਇਸ ਫਾਰਮਰਸ ਸੁਸਾਈਡ ਨੂੰ ਲੈ ਕੇ ਚਿੰਤਤ ਸੀਗੀਆਂ, ਉਹਨਾਂ ਦੇ ਨਾਲ ਜਾ ਕੇ ਮਿਲੇ। ਖਾਸ ਕਰਕੇ ਕੁਝ ਇੱਕ ਐਸੀ ਸੰਸਥਾ ਸੰਗਰੂਰ ਦੇ ਵਿੱਚ ਹੈ ਜਿਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ, ਔਰ ਉਹਨਾਂ ਦੀ ਇੱਕ ਗੱਲ ਮੈਨੂੰ ਬੜੀ ਟੁੰਬੀ ਕਿ ਉਹ ਕਹਿਣ ਲੱਗੇ ਜੀ ਕਿ ਮਲਟੀਪਲ ਸੁਸਾਈਡਸ ਇੱਕ ਪਰਿਵਾਰ ਦੇ ਵਿੱਚ ਹੋ ਰਹੀਆਂ ਸੀ। ਪਹਿਲਾਂ ਦਾਦੇ ਨੇ ਸੁਸਾਈਡ ਕੀਤਾ, ਫਿਰ ਪੁੱਤ ਨੇ ਕੀਤਾ, ਫਿਰ ਪੋਤੇ ਨੇ ਵੀ ਕੀਤਾ। ਬੜੀਆਂ ਦਰਦਨਾਕ ਕਹਾਣੀਆਂ ਜਦੋਂ ਅਸੀਂ ਸੁਣੀਆਂ, ਔਰ ਉਹਨਾਂ ਨੇ ਇੱਕ ਸਾਨੂੰ ਛੋਟੀ ਜੀ ਗੱਲ ਦੱਸੀ ਕਿ ਕਹਿੰਦੇ ਜੀ ਅਸੀਂ ਇਸ ਸੁਸਾਈਡਸ ਨੂੰ ਵੀ ਮਲਟੀਪਲ ਸੁਸਾਈਡਸ ਨਾ ਹੋਣ ਪਰਿਵਾਰਾਂ ਦੇ ਵਿੱਚ ਰੋਕਣ ਵਾਸਤੇ, ਕਹਿੰਦੇ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿਹੜੇ ਪਰਿਵਾਰ ਦੇ ਵਿੱਚ ਸੁਸਾਈਡ ਹੋ ਜਾਂਦਾ ਸੀ, ਅਸੀਂ ਉਸ ਪਰਿਵਾਰ ਨੂੰ ਕਿਹਾ ਕਿ ਅਸੀਂ ਤੁਹਾਨੂੰ 1000 ਰੁਪਇਆ ਪਰ ਮੰਥ ਦੇਵਾਂਗੇ, ਪਰ ਇੱਕੋ ਹੀ ਕੰਡੀਸ਼ਨ ਹੈ ਕਿ ਤੁਸੀਂ ਆਪਣਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਜ਼ਰੂਰ ਪੜ੍ਹਾਉਣਾ। ਉਹ ਕਹਿਣ ਲੱਗੇ ਕਿ ਸਾਡੇ 1000 ਰੁਪਏ ਦੇ ਨਾਲ, ਉਹ ਸਰਦਾਰ ਸਾਹਿਬ ਮੈਨੂੰ ਕਹਿਣ ਲੱਗੇ ਕਿ ਸਾਡੇ 1000 ਰੁਪਏ ਦੇ ਨਾਲ, ਉਹਨਾਂ ਨੇ ਆਪਣੀ ਪੱਗ ਨੂੰ ਹੱਥ ਲਾ ਕੇ ਮੈਨੂੰ ਕਿਹਾ
ਕਿ ਸਰਦਾਰ ਸਾਹਿਬ ਆਪਣੀ ਪੱਗ ਨੂੰ ਹੱਥ ਲਾ ਕਹਿ ਸਕਦੇ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਮਲਟੀਪਲ ਸੁਸਾਈਡ ਨਹੀਂ ਹੋਇਆ। ਉੱਥੋਂ ਸਾਨੂੰ ਇੱਕ ਹੋਰ ਸੂਝ ਮਿਲੀ ਕਿ ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਕਿ ਇਹਨਾਂ ਪਿੰਡਾਂ ਦੇ ਵਿੱਚ ਮਲਟੀਪਲ ਸੁਸਾਈਡਸ ਨਾ ਹੋਣ ਜਾਂ ਸੁਸਾਈਡ ਬਾਰੇ ਕੋਈ ਨਾ ਸੋਚੇ। ਤਾਂ ਉਹਦਾ ਇੱਕ ਤਰੀਕਾ ਕਲਗੀਧਰ ਟਰੱਸਟ ਬੜੂ ਸਾਹਿਬ ਨੇ ਸੋਚਿਆ ਕਿ ਜੇ ਅਸੀਂ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਲੈ ਲਈਏ, ਉੱਥੇ ਇਹਨਾਂ ਦੀ ਪੜ੍ਹਾਈ ਕਰਾਉਣੀ ਸ਼ੁਰੂ ਕਰ ਦਈਏ, ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਆਸ ਦੀ ਕਿਰਨ ਵੱਜ ਜਾਏਗੀ ਔਰ ਉਹ ਪਰਿਵਾਰ ਦੇ ਜੀਵ ਇਸ ਸੁਸਾਈਡ ਬਾਰੇ ਨਹੀਂ ਸੋਚਣਗੇ। ਸੋ ਉਸ ਮਿਸ਼ਨ ਨੂੰ ਫਿਰ ਅੱਗੇ ਤੋਰਨ ਵਾਸਤੇ ਬੜੂ ਸਾਹਿਬ ਨੇ 2500 ਬੱਚਾ ਸਿਲੈਕਟ ਕੀਤਾ ਪਿੰਡਾਂ ਦੇ ਵਿੱਚ ਜਾ ਕੇ। ਜਿਹੜਾ ਬੱਚਾ ਗਰੀਬ ਸੀ ਜਾਂ ਅਨਾਥ ਸੀ ਜਾਂ ਵੱਖਰੇ ਵੱਖਰੇ ਕ੍ਰਾਈਟੇਰੀਆ ਸੈੱਟ ਕਰਕੇ ਉਹਨਾਂ ਬੱਚਿਆਂ ਨੂੰ ਅਕੈਡਮੀਆਂ ਦੇ ਵਿੱਚ ਪਹਿਲਾਂ ਹੀ ਲੈ ਲਿਆ ਗਿਆ ਔਰ ਬਾਅਦ ਦੇ ਵਿੱਚ ਸੰਗਤਾਂ ਦੇ ਵਿੱਚ ਜਾ ਕੇ ਅਪੀਲ ਕਰਨੀ ਸ਼ੁਰੂ ਕੀਤੀ ਕਿ ਜੇਕਰ ਤੁਸੀਂ ਇੱਕ ਬੱਚੇ ਦੀ ਵੀ ਹੈਲਪ ਕਰੋ, ਇੱਕ ਸਾਲ ਇੱਕ ਬੱਚਾ $500 ਦੇ ਨਾਲ ਆਪਣੀ ਸਾਰੀ ਐਜੂਕੇਸ਼ਨ ਇੱਕ ਸਾਲ ਦੀ ਪੂਰੀ ਕਰ ਸਕਦਾ। ਉਹਦੇ ਵਿੱਚ ਉਹਦੀ ਬੱਸ ਦੀ ਫੀਸ, ਉਹਦੇ ਵਿੱਚ ਉਹਦੀ ਟਿਊਸ਼ਨ ਫੀਸ, ਉਹਦੇ ਵਿੱਚ ਉਹਦੀਆਂ ਕਿਤਾਬਾਂ, ਉਹਦੇ ਵਿੱਚ ਉਹਦੀਆਂ ਵਰਦੀਆਂ, A to G ਉਹਦੇ ਵਿੱਚ ਕਵਰ ਹੁੰਦਾ। ਔਰ ਉਹ ਪ੍ਰੋਗਰਾਮ ਜੋ ਹੈ ਅੱਜ ਬੜੂ ਸਾਹਿਬ ਦੇ ਵਿੱਚ ਚੱਲ ਰਿਹਾ। ਮੇਰੇ ਨਾਲ ਹੁਣ ਜੁੜ ਬੈਠੇ ਨੇ ਜਸਪ੍ਰੀਤ ਸਿੰਘ ਜੀ, ਜੋ ਕਿ ਇੰਡੀਆ ਤੋਂ ਆਏ ਨੇ, ਜੋ ਕਿ ਉਸ ਪ੍ਰੋਗਰਾਮ ਨੂੰ ਦੀ ਦੇਖਰੇਖ ਕਰ ਰਹੇ ਨੇ ਉੱਥੇ ਇੰਡੀਆ ਤੋਂ। ਆਪਾਂ ਇਹਨਾਂ ਨੂੰ ਪੁੱਛਾਂਗੇ ਕੁਝ ਸਵਾਲ। ਸੋ ਹੁਣ ਪਹਿਲਾਂ ਜਸਪ੍ਰੀਤ ਸਿੰਘ ਜੀ ਨੂੰ ਜੀ ਆਇਆਂ ਆਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪ੍ਰੀਤ ਸਿੰਘ ਜੀ, ਧੰਨਵਾਦ ਤੁਹਾਡਾ, ਤੁਸੀਂ ਅੱਜ ਇੱਥੇ ਜਸ ਟੀਵੀ ਦੇ ਉੱਤੇ ਸਾਡੇ ਨਾਲ ਆ ਕੇ ਜੁੜੇ ਹੋ। ਮੈਂ ਚਾਹਣਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦਿਓ ਔਰ ਦੱਸੋ ਵੀ ਕਿਸ ਤਰੀਕੇ ਦੇ ਨਾਲ ਉਹ ਬੱਚਾ, ਜਿਹੜੇ ਇਹ ਬੱਚੇ ਤੁਸੀਂ ਲਏ ਹੋਏ ਨੇ 2500 ਬੱਚੇ ਉੱਥੇ ਬੜੂ ਸਾਹਿਬ ਦੇ ਵਿੱਚ ਆਲੀ ਵਿੱਦਿਆ ਹਾਸਲ ਕਰ ਰਹੇ ਨੇ, ਉਹ ਕਿਸ ਤਰੀਕੇ ਨਾਲ ਇਹ ਬੱਚੇ ਸਪਾਂਸਰ ਕਰ ਸਕਦੇ ਨੇ? ਵੀ ਜੀ ਮੈਂ ਆਪ ਜੀ ਦੀ ਗੱਲ ਅੱਗੇ ਵਧਾ ਕੇ ਦੱਸਦਾ ਕਿ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਦੱਸਿਆ ਕਿ ਅਸੀਂ ਪਹਿਲਾਂ ਸ਼ੁਰੂਆਤ ਦੇ ਅੰਦਰ 2500 ਬੱਚੇ ਇਸ ਸਕੀਮ ਦੇ ਅੰਡਰ ਲਿੱਤੇ ਸੀਗੇ। ਅਤੇ ਜਦੋਂ ਤੁਸੀਂ ਦੱਸਿਆ ਕਿ ਜਦੋਂ ਅਸੀਂ ਸੈਮੀਨਾਰ ਕੀਤਾ ਸੀਗਾ ਪਹਿਲਾਂ, ਬਾਅਦ 'ਚ ਅਸੀਂ ਉਹ ਸਾਰਾ ਦੇਖਿਆ ਕਿ ਹਾਂ ਵੀ ਬੱਚੇ ਹੋਰ ਵੀ ਕਈ ਸਾਰੇ ਇੱਦਾਂ ਦੇ ਜਿਹੜੇ ਲੋੜਵੰਦ ਹੈਗੇ ਜਿਨ੍ਹਾਂ ਨੂੰ ਸਿੱਖਿਆ ਮਿਲਣੀ ਚਾਹੀਦੀ ਹੈਗੀ ਹੈ ਅਤੇ ਨਹੀਂ ਮਿਲ ਰਹੀ। ਅਤੇ ਤਾਂ ਬੱਚੇ 2500 ਬੱਚੇ ਅਸੀਂ ਉੱਥੇ ਸ਼ੁਰੂ ਕੀਤਾ ਸੀਗਾ ਕਿ 2500 ਲੈਣੇ, ਜਿਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2 ਸਾਲ ਹੁਣ ਬੀਤ ਗਏ ਨੇ ਇਸ ਸਕੀਮ ਨੂੰ। ਅਤੇ ਇਸ ਸਕੀਮ ਦੇ ਅੰਦਰ 2 ਸਾਲ ਤੋਂ ਬਾਅਦ ਹੁਣ ਅਰਾਊਂਡ ਆਫ 2200 ਬੱਚੇ ਜਿਹੜੇ ਹੈਗੇ ਜਿਹੜੇ ਸਪਾਂਸਰ ਹੋ ਚੁੱਕੇ ਨੇ ਜੀ, ਜਿਹੜੇ ਕਿ ਸਾਰੀ ਸੰਗਤ ਦੀ ਜਿਹੜੀ ਕਿਰਪਾ ਹੈਗੀ ਹੈ, ਸੰਗਤ ਨੇ ਸਾਰਿਆਂ ਨੇ ਮਦਦ ਕੀਤੀ ਹੈ ਸਾਡੀ। ਅਤੇ ਜਿਹਦੇ 'ਚ ਉਹਨਾਂ ਨੇ ਕਈ ਬੱਚੇ ਜਿਹੜੇ ਉਹਨਾਂ ਨੇ ਸਪਾਂਸਰ ਕੀਤੇ ਉਹਨਾਂ ਨੇ ਜੀ। ਅਤੇ ਅਸੀਂ ਇਹਦੇ ਅੰਦਰ ਵੀ ਜੀ ਜਿਹੜਾ ਪ੍ਰੋਸੈਸ ਹੁੰਦਾ ਪੂਰਾ, ਇਸ ਪੂਰੇ ਪ੍ਰੋਸੈਸ ਦੇ ਅੰਦਰ ਕਿ ਜਿਵੇਂ ਜਿੰਨੇ ਵੀ ਸਾਡੀ ਅਕੈਡਮੀ ਹੈਗੇ ਨੇ, 129 ਅਕੈਡਮੀਆਂ ਸਾਡੀ ਹੈਗੀਆਂ ਨੇ, ਹਰ ਅਕੈਡਮੀ ਦੇ ਨੇੜੇ ਤੇੜੇ ਪਿੰਡ ਹੈਗੇ ਨੇ ਵੱਖਰੇ ਵੱਖਰੇ, ਜਿੱਥੋਂ ਦੀ ਬੱਸਾਂ ਚੱਲਦੀਆਂ ਨੇ ਅਤੇ ਅਕੈਡਮੀਆਂ ਆਉਂਦੀਆਂ ਨੇ ਜੀ। ਹੁਣ ਅਸੀਂ ਕੀ ਹੁੰਦਾ ਉੱਥੇ ਅਸੀਂ ਵਿਦ ਨਿਊਜ਼ਪੇਪਰ ਦੇ ਰਾਹੀਂ ਜਾਂ ਫਿਰ ਉੱਥੇ ਦੇ ਜਿਹੜੇ ਸਰਪੰਚ ਹੋ ਗਏ, ਉੱਥੇ ਦੀ ਪੰਚਾਇਤ ਹੋ ਗਈ, ਉੱਥੇ ਦੇ ਜਿਹੜੇ ਵਲੰਟੀਅਰਸ ਹੈਗੇ ਸਾਡੇ, ਉਹਨਾਂ ਨੂੰ ਸੇਵਾਦਾਰਾਂ ਨੂੰ ਅਸੀਂ ਕਹਿ ਕੇ ਅਤੇ ਹਰ ਘਰ ਘਰ 'ਚ ਅਸੀਂ ਸੁਨੇਹਾ ਪਹੁੰਚਾਉਂਦੇ ਹਾਂ ਕਿ ਹਾਂਜੀ ਇਹ ਸਕੀਮ ਸ਼ੁਰੂ ਹੋਈ ਜੀ। ਉਹ ਸਕੀਮ ਦੇ ਅੰਦਰ ਫਿਰ ਅਸੀਂ ਬੱਚੇ ਲੈਂਦੇ ਹਾਂ ਜੀ। ਬੱਚਿਆਂ ਦੇ ਫਾਰਮ ਸਾਡੇ ਕੋਲ ਆਉਂਦੇ ਨੇ। ਸਾਡੇ ਕੋਲ ਕ੍ਰਾਈਟੇਰੀਆ ਹੈਗਾ ਕਿ ਜਿਸ ਘਰ ਦੇ 2 ਕਮਰੇ ਹੋਣਗੇ, ਅਸੀਂ ਇੱਕ ਕ੍ਰਾਈਟੇਰੀਆ ਸੈੱਟ ਕੀਤਾ ਕਿ 2 ਕਮਰੇ ਤੋਂ ਘੱਟ ਹੋਏਗਾ ਉਹਦਾ ਘਰ ਦਾ। ਫਿਰ 1.5 ਲੱਖ ਤੋਂ ਉਹਦੀ ਸੈਲਰੀ, ਜਿਹੜੀ ਐਨੂਅਲ ਸੈਲਰੀ ਹੈਗੀ ਹੈ, ਐਨੂਅਲ ਜਿਹੜੀ ਇਨਕਮ ਹੈਗੀ ਹੈ, ਉਹਨਾਂ ਦੀ ਘੱਟ ਹੋਏਗੀ। ਤੇ ਉਸ ਜਿਹੜੇ BPL ਲਾਈਨ ਦੇ ਥੱਲੇ ਹੈਗੇ ਨੇ ਬੱਚੇ, ਉਹਨਾਂ ਨੂੰ ਅਸੀਂ ਆਪਣੇ ਸਕੂਲਾਂ 'ਚ ਫ੍ਰੀ ਆਫ ਕਾਸਟ ਪੜ੍ਹਾਵਾਂਗੇ ਜੀ। ਤੇ ਉਹ ਸਾਰਾ ਪ੍ਰੋਸੈਸ ਦੇ ਅੰਦਰ ਪਹਿਲਾਂ ਅਸੀਂ ਫਾਰਮ ਇਕੱਠੇ ਕਰਦੇ ਹਾਂ। ਫਾਰਮ ਇਕੱਠੇ ਕਰਨ ਤੋਂ ਬਾਅਦ ਉਹ ਸਾਰੇ ਅਕੈਡਮੀ ਆਉਂਦੇ ਨੇ ਸਾਡੇ ਕੋਲ, ਅਕੈਡਮੀ ਜਾ ਕੇ ਡਿਪੋਜ਼ਿਟ ਕਰਦੇ ਨੇ ਫਾਰਮ। ਡਿਪੋਜ਼ਿਟ ਕਰਨ ਤੋਂ ਬਾਅਦ ਅਸੀਂ ਸਾਰਿਆਂ ਦੀ ਵੈਰੀਫਿਕੇਸ਼ਨ ਕਰਦੇ ਹਾਂ ਆਪਣੀ ਤਰਫੋਂ ਜੀ, ਜਿਹਦੇ ਵਿੱਚ ਸਾਡੇ ਸੇਵਾਦਾਰ ਵੀਰ ਜੀ ਹੁੰਦੇ ਨੇ, ਇੱਕ ਆਡਿਟ ਆਫਿਸਰ ਬਾਹਰੋਂ ਹੁੰਦਾ, ਉਹ ਸਾਰਾ ਆਡਿਟ ਕਰਦਾ ਹੈ ਕਿ ਕਿਸ ਤਰ੍ਹਾਂ ਬੱਚੇ ਦੀ ਜੋ ਉਹਨਾਂ ਨੇ ਸਾਨੂੰ ਕੰਡੀਸ਼ਨ ਦੱਸੀਆਂ ਨੇ ਉਹ ਪ੍ਰੋਪਰ ਹੈਗੀਆਂ ਕਿ ਨਹੀਂ ਜੀ।
ਤੇ ਉਹ ਸਾਰਾ ਉਹਦੇ ਅੰਦਰ ਉਹ ਸਾਰਾ ਵੈਰੀਫਾਈ ਕਰਨ ਤੋਂ ਬਾਅਦ ਉਹ ਫਿਰ ਸਾਡੇ ਹੈੱਡ ਆਫਿਸ ਬੜੂ ਸਾਹਿਬ ਜਾਂਦਾ ਹੈ ਜੀ। ਬੜੂ ਸਾਹਿਬ ਤੋਂ ਹਰ ਇੱਕ ਬੱਚੇ ਦੀ ਵੈਰੀਫਿਕੇਸ਼ਨ ਫਿਰ ਤੋਂ ਹੁੰਦੀ ਹੈ ਤੇ ਸਾਰੇ ਫਾਰਮਸ ਵੈਰੀਫਾਈ ਹੁੰਦੇ ਨੇ। ਫਾਰਮਸ ਵੈਰੀਫਾਈ ਹੋਣ ਤੋਂ ਬਾਅਦ ਫਿਰ ਉਹ ਬੱਚੇ ਨੂੰ ਅਲਾਟ ਕੰਸੈਸ਼ਨ ਦੇ ਲਈ ਅਸੀਂ ਉੱਥੇ ਉਹਨਾਂ ਨੂੰ ਅਲਾਓ ਮਿਲ ਜਾਂਦੀ ਹੈ, ਅਪਰੂਵਲ ਮਿਲ ਜਾਂਦੀ ਹੈ ਤੇ ਜਿਹਦੇ 'ਚ ਉਹ ਬੱਚੇ ਪੜ੍ਹਨੇ ਸ਼ੁਰੂ ਕਰ ਦਿੰਦੇ ਨੇ। ਉਹ ਤਾਂ ਇੱਕ ਵਾਰੀ ਤੁਸੀਂ ਬੱਚੇ ਲੈ ਲਏ, ਹਾਂਜੀ, ਤੁਸੀਂ ਕ੍ਰਾਈਟੇਰੀਆ ਸੈੱਟ ਕਰਕੇ ਬੱਚੇ ਅਕੈਡਮੀ 'ਚ ਲੈ ਲਏ। ਹੁਣ ਜਿਹੜੇ ਵਿਊਅਰਸ ਦੇਖ ਰਹੇ ਨੇ ਇਹਨੂੰ ਪ੍ਰੋਗਰਾਮ ਨੂੰ, ਉਹਨਾਂ ਨੇ ਉਹ ਬੱਚੇ ਨੂੰ ਸਪਾਂਸਰ ਕਰਨਾ ਹੋਵੇ, ਜਿਹੜੇ ਬੱਚੇ ਤੁਸੀਂ ਇਸ ਕ੍ਰਾਈਟੇਰੀਆ ਦੇ ਥੱਲੇ ਲਏ ਨੇ, ਉਹ ਕਿਸ ਤਰ੍ਹਾਂ ਕਿੱਥੇ ਜਾ ਕੇ ਉਹਦੀ ਸਰਚ ਕਰ ਸਕਦੇ ਨੇ, ਕਿਸ ਤਰੀਕੇ ਉਹ ਬੱਚੇ ਨੂੰ ਸਿਲੈਕਟ ਕਰ ਸਕਦੇ ਨੇ, ਉਹਦੇ ਬਾਰੇ ਥੋੜਾ ਵਿਊਅਰਸ ਨੂੰ ਜਾਣਨਾ ਪਾਓ ਤੁਸੀਂ। ਇਹਦੇ ਵਿੱਚ ਅਸੀਂ ਸਾਡੇ ਕੋਲ ਦੋ ਆਪਸ਼ਨਸ ਹੈਗੇ ਨੇ। ਇੱਕ ਹੈਗਾ ਸਾਡੀ ਵੈਬਸਾਈਟ ਹੈਗੀ ਹੈ deedaday.in ਤੇ ਸੈਕੰਡ deed a day ਦੀ ਸਾਡੀ ਐਪਲੀਕੇਸ਼ਨਸ ਹੈਗੀਆਂ ਨੇ। ਐਂਡਰੋਇਡ ਐਪਲੀਕੇਸ਼ਨ ਵੱਖਰੀ ਹੈ ਤੇ iOS ਐਪਲੀਕੇਸ਼ਨ ਵੱਖਰੀ ਹੈ ਜੀ, ਜਿਹਦੇ ਅੰਦਰ ਤੁਸੀਂ ਜਦੋਂ ਵੀ ਉਸ ਵੈਬਸਾਈਟ ਦੇ ਉੱਪਰ ਜਾਓਗੇ ਤੁਹਾਨੂੰ ਉੱਥੇ ਵੱਖਰੀਆਂ ਕੈਟੇਗਰੀਜ਼ ਮਿਲਣਗੀਆਂ ਜੀ, ਜਿਵੇਂ ਕਿ ਫਾਰਮਰ ਸੁਸਾਈਡ ਜੀ, ਲੇਬਰਰਸ ਜੀ, ਫਾਰਮਰਸ ਜਿਹੜੇ ਕਿ ਗਰੀਬ ਦਬਕੇ ਦੇ ਫਾਰਮਰਸ ਹੈਗੇ ਨੇ ਜਿਨ੍ਹਾਂ ਕੋਲ ਸਿਰਫ 2 ਕਿੱਲਾ ਜ਼ਮੀਨ ਆ, 1 ਕਿੱਲਾ ਜ਼ਮੀਨ ਹੈਗੀ ਹੈ, ਉਦਾਂ ਦੇ ਫਾਰਮਰਸ। ਫਿਰ ਉਸ ਤੋਂ ਬਾਅਦ ਗ੍ਰੰਥੀ ਸਿੰਘ, ਕਿਉਂਕਿ ਗ੍ਰੰਥੀ ਸਿੰਘ ਵੀ ਇਦਾਂ ਦੇ ਹੈਗੇ ਜਿਹੜੇ ਕਿ ਅਸੀਂ ਸੋਚਦੇ ਹੈਗੇ ਆ ਕਿ ਗ੍ਰੰਥੀ ਸਿੰਘ ਕੋਲ ਪੈਸੇ ਬਹੁਤ ਹੁੰਦੇ ਨੇ, ਉਹਨਾਂ ਨੂੰ ਉੱਪਰੋਂ ਖਾਸ ਕਰਕੇ ਪਿੰਡਾਂ ਦੇ ਵਿੱਚ, ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦੇ ਕੋਲ ਨਹੀਂ ਪੈਸੇ ਹੁੰਦੇ, ਪੈਸੇ ਨਹੀਂ ਹੁੰਦੇ ਤੇ ਉਹ ਫਿਰ ਆਪਣੇ ਉਹਨਾਂ ਨੂੰ ਉਹ ਵੀ ਸਾਡੀ ਕੌਮ ਦੇ ਜਿਹੜੇ ਹੈਗੇ ਸਾਡੀ ਕੌਮ ਨੂੰ ਅੱਗੇ ਵਧਾ ਰਹੇ ਨੇ ਜੀ, ਗੁਰਮੁਖ ਵਿਦਿਆ ਦੇ ਕੇ ਤੇ ਪ੍ਰਚਾਰ ਕਰਕੇ ਸਾਰਾ ਗੁਰੂ ਮਹਾਰਾਜ ਦਾ ਪ੍ਰਚਾਰ ਕਰਕੇ। ਤਾਂ ਫਿਰ ਬਾਬਾ ਜੀ ਨੇ ਇਹ ਬੀੜਾ ਚੁੱਕਿਆ ਕਿ ਅਸੀਂ ਜਿਹੜੇ ਗ੍ਰੰਥੀ ਸਿੰਘ ਹੈਗੇ ਪ੍ਰਚਾਰਕ ਹੈਗੇ ਉਹਨਾਂ ਦੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਸੇਵਾ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਲਿਆ ਜਾਏ ਤਾਂ ਕਿ ਉਹ ਵੀ ਇਹ ਨਾ ਮਹਿਸੂਸ ਕਰਨ ਕਿ ਸਾਡੇ ਬੱਚੇ ਤਾਂ ਅਸੀਂ ਤਾਂ ਆਪਦੇ ਬੱਚਿਆਂ ਨੂੰ ਕਿਸੇ ਚੰਗੀ ਜਗ੍ਹਾ ਤੇ ਪੜ੍ਹਾਈ ਨਹੀਂ ਸਕਦੇ। ਬਿਲਕੁਲ ਜੀ, ਬਹੁਤ ਅੱਛੀ ਗੱਲ ਹੈ। ਤੇ ਫਿਰ ਇਹ ਕੈਟੇਗਰੀਜ਼ ਉੱਥੇ ਹੈਗੀਆਂ ਨੇ। ਈਵਨ ਕਿ ਅਸੀਂ ਸਰਚ ਦਾ ਆਪਸ਼ਨ ਦਿੱਤਾ ਹੈ, ਫਿਲਟਰ ਦਾ ਆਪਸ਼ਨ ਦਿੱਤਾ ਹੈ, ਜਿਹਦੇ ਅੰਦਰ ਕੋਈ ਅਗਰ ਸਪਾਂਸਰ ਕਹਿੰਦਾ ਜੀ ਮੈਨੂੰ ਮੇਰੇ ਪਿੰਡ ਦਾ ਹੀ ਬੱਚਾ ਚਾਹੀਦਾ ਜੀ, ਜਾਂ ਮੈਨੂੰ ਅੰਮ੍ਰਿਤਸਰ ਦਾ ਬੱਚਾ ਚਾਹੀਦਾ ਜੀ, ਮੈਂ ਉੱਥੇ ਆਣਾ ਜਾਣਾ ਮੇਰਾ ਲੱਗਿਆ ਰਹਿੰਦਾ ਹੈ, ਲੁਧਿਆਣੇ ਦਾ ਬੱਚਾ ਚਾਹੀਦਾ ਤੇ ਉਹ ਫਿਲਟਰਸ ਉੱਥੇ ਹੈਗੇ ਨੇ ਜੀ। ਕੋਈ ਅਗਰ ਸਪੋਜ਼ ਕਰੋ ਕਿਸੇ ਨੇ ਗਰਲ ਚਾਈਲਡ ਸਪਾਂਸਰ ਕਰਨਾ ਹੈ ਜਾਂ ਜੋ ਆਪਸ਼ਨਸ ਹੈਗੇ ਨੇ ਅੰਦਰ ਕਈ ਸਾਰੇ ਫਿਲਟਰਸ ਲੱਗੇ ਹੋਏ ਨੇ ਜਿਹੜੇ ਡਿਸਟ੍ਰਿਕਟ ਵਾਈਜ਼ ਉਹ ਫਿਲਟਰ ਕਰਕੇ ਤੇ ਆਪਣੇ ਬੱਚੇ ਨੂੰ ਚੂਜ਼ ਕਰ ਸਕਦੇ ਨੇ ਜੀ। ਉਸ ਤੋਂ ਬਾਅਦ ਉੱਥੋਂ ਬੱਚੇ ਨੂੰ ਚੂਜ਼ ਕਰਨ ਤੋਂ ਬਾਅਦ ਉਹ ਡਾਇਰੈਕਟਲੀ ਉਹਨਾਂ ਨੂੰ ਸਿਲੈਕਟ ਕਰਕੇ ਜਿੰਨੇ ਵੀ ਬੱਚੇ ਉਹਨਾਂ ਨੇ ਸਪਾਂਸਰ ਕਰਨੇ ਨੇ। ਸਾਡੇ ਕੋਲ 2 ਸਕੀਮਾਂ ਚੱਲ ਰਹੀਆਂ ਇਸ ਟਾਈਮ ਤੇ। ਉਹ ਇੱਕ ਹੈਗਾ ਜੀ 1 ਸਾਲ ਦੇ ਅੰਦਰ $500 ਦਾ ਜੀ, ਮਤਲਬ $500 ਦੇ ਅੰਦਰ ਉਹਨਾਂ ਦੀ 1 ਸਾਲ ਦੀ ਫੀਸ ਪੂਰੀ ਕਵਰ ਹੋ ਜਾਂਦੀ ਹੈ ਜੀ। ਤੇ ਸੈਕੰਡ ਹੈਗਾ $4000 ਦਾ ਜੀ। $4000 ਦੀ ਹੁੰਦੀ ਹੈ ਉਹਨਾਂ ਦੀ ਲਾਈਫ ਟਾਈਮ ਸਪਾਂਸਰਸ਼ਿਪ ਜੀ। ਮੈਂ ਇਹਦੇ ਥੋੜਾ ਤੁਹਾਨੂੰ ਜ਼ਿਆਦਾ ਦੱਸਣਾਗਾ ਕਿ 4000 ਲਾਈਫ ਟਾਈਮ ਸਪਾਂਸਰਸ਼ਿਪ ਕਿਸ ਤਰ੍ਹਾਂ ਹੁੰਦੀ ਹੈ ਜੀ। 4000 ਦੇ ਅੰਦਰ ਕਿਵੇਂ ਹੁੰਦਾ ਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ 1 ਮਿੰਟ ਲਈ ਟੋਕਣ ਲੱਗਿਆ। ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਕਰੀਨ ਦੇ ਉੱਤੇ ਜੋ ਨੰਬਰ ਆ ਰਿਹਾ ਮੁਕਤਾ ਜੀ ਦਾ, ਤੁਸੀਂ ਇਸ ਟਾਈਮ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਹੁਣ ਵੀ ਬੱਚਾ ਸਪਾਂਸਰ ਕਰ ਸਕਦੇ ਆ। ਬੜੂ ਸਾਹਿਬ ਦੇ ਟੀਮ ਦੇ ਮੈਂਬਰ ਬੈਕਗ੍ਰਾਉਂਡ ਦੇ ਵਿੱਚ ਬੈਠੇ ਹੋਏ ਆਪ ਜੀ ਦਾ ਫੋਨ ਆਨਸਰ ਕਰਨਗੇ। ਤੁਸੀਂ ਉਹਨਾਂ ਦੇ ਨਾਲ ਡਿਸਕਸ ਕਰ ਸਕਦੇ ਆ। ਉਹਨਾਂ ਨੂੰ ਕਾਲ ਕਰੋ, ਉਸ ਨੰਬਰ ਤੇ ਕਾਲ ਕਰੋ। ਤੁਹਾਨੂੰ ਜੋ ਪਿੱਛੇ ਸੇਵਾਦਾਰ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਉਹ ਆਪ ਜੀ ਦਾ ਕਾਲ ਆਨਸਰ ਕਰਨਗੀਆਂ। ਔਰ ਤੁਸੀਂ ਹੁਣ ਵੀ ਬੱਚਾ ਜੇ ਕੋਈ ਜਿਹੜੇ ਵਿਊਅਰਸ ਟੀਵੀ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਬੱਚਾ ਸਪਾਂਸਰ ਕਰ ਸਕਦੇ ਆ। ਤੇ ਮੈਂ ਇਹ ਵੀਰ ਜੀ ਤੋਂ ਜਿਹੜਾ ਨੈਕਸਟ ਕੁਐਸਚਨ ਮੈਂ ਵੀਰ ਜੀ ਤੋਂ ਪੁੱਛਣਾ ਚਾਹੂੰਗਾ ਕਿ ਜਿਹੜਾ ਇਹਨਾਂ ਨੇ 2 ਸਕੀਮਾਂ ਦੱਸੀਆਂ ਨੇ ਕਿ ਇੱਕ ਸਕੀਮ ਜਿਹਦੇ ਵਿੱਚ ਤੁਸੀਂ $500 ਪਰ ਈਅਰ ਦਾ ਤੁਸੀਂ ਜੇ ਦਿੰਦੇ ਆ ਤਾਂ ਉਹਦੇ ਵਿੱਚ ਬੱਚਾ ਜੋ ਹੈ ਉਹ ਉਹਦੀ ਫ੍ਰੀ ਐਜੂਕੇਸ਼ਨ, ਸਾਰੀ ਐਜੂਕੇਸ਼ਨ ਉਹਦੀ, ਜਿਸ ਤਰ੍ਹਾਂ ਮੈਂ ਦੱਸਿਆ ਸੀ, ਬੱਸ ਦੀ ਟਰਾਂਸਪੋਰਟੇਸ਼ਨ, ਉਹਦੀਆਂ ਕਿਤਾਬਾਂ, ਸਾਰਾ ਕੁਝ ਉਹਨੂੰ 1 ਸਾਲ ਵਾਸਤੇ ਜੋ ਇਹ ਸਕੂਲ ਫ੍ਰੀ ਪ੍ਰੋਵਾਈਡ ਕਰਦਾ, ਜੋ ਕਿ ਬਹੁਤ ਬੈਸਟ ਐਜੂਕੇਸ਼ਨ ਆ ਬੱਚਿਆਂ ਦੀ। ਔਰ ਦੂਸਰਾ ਜਿਹੜਾ ਇਹਨਾਂ ਨੇ ਸਕੀਮ ਦੱਸੀ ਹੈ ਕਿ $4000 ਜੇ ਤੁਸੀਂ ਇੱਕ ਵਾਰੀ ਦਿੰਦੇ ਆ ਤਾਂ ਉਸ 4000 ਦੇ ਨਾਲ ਉਹਦੀ ਬੱਚੇ ਦੀ ਸਾਰੀ ਪੜ੍ਹਾਈ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੀ, ਜਾਂ ਕਹਿ ਲਓ LKG ਤੋਂ ਲੈ ਕੇ 12ਵੀਂ ਤੱਕ ਦੀ, ਉਹਦੀ ਸਾਰੀ ਪੜ੍ਹਾਈ ਉਹਨੂੰ ਉਹ ਫ੍ਰੀ ਆਫ ਕਾਸਟ ਮਿਲਦੀ ਹੈ। ਔਰ ਹੁਣ ਅਸੀਂ ਜਸਪ੍ਰੀਤ ਸਿੰਘ ਜੀ ਤੋਂ ਇਹ ਕੁਐਸਚਨ ਪੁੱਛਾਂਗੇ ਕਿ $4000 ਦੇ ਨਾਲ ਜੇ ਵੈਸੇ ਦੇਖਿਆ ਜਾਵੇ ਤਾਂ $500 ਪਰ ਈਅਰ ਦੇ ਹਿਸਾਬ ਨਾਲ ਤਾਂ $6000 ਬਣ ਜਾਂਦਾ, $5-6000। ਪਰ ਜੇ $4000 ਦੇ ਨਾਲ ਉਹ ਕਿਸ ਤਰੀਕੇ ਨਾਲ ਤੁਸੀਂ ਉਹ ਪ੍ਰੋਗਰਾਮ ਸੈੱਟ ਕੀਤਾ ਕਿ 4000 ਨਾਲ ਉਹ ਬੱਚਾ ਮਤਲਬ ਕਿ ਲਾਈਫ ਟਾਈਮ ਵਾਸਤੇ ਉਹਦੀ ਜਿਹੜੀ ਸਿਕਿਉਰ ਹੋ ਜਾਂਦੀ ਹੈ?
ਵੀ ਜੀ ਉਹਦੇ 'ਚ ਇੱਦਾਂ ਹੁੰਦਾ ਕਿ $4000 ਇੱਕ ਵਾਰੀ ਇੱਕ ਸਪਾਂਸਰ ਨੇ ਦਿੱਤਾ ਜੀ ਅਸੀਂ ਕੀ ਇੱਕ ਸੈਪਰੇਟ ਐਂਡੋਮੈਂਟ ਫੰਡ ਬਣਾਇਆ ਹੋਇਆ ਜੀ ਇਟਰਨਲ ਐਂਡੋਮੈਂਟ ਫੰਡ ਜੀ ਤੇ ਉਹਦੇ ਅੰਦਰ ਕੀ ਹੈ ਉਹ ਇੱਕ ਤਰ੍ਹਾਂ ਦਾ ਲੋਨ ਸਿਸਟਮ ਹੈਗਾ ਜੀ ਹੁਣ ਕੋਈ ਵੀ ਪੈਸਾ ਅਸੀਂ ਅਗਰ ਆਪਣੇ ਬੈਂਕਾਂ 'ਚ ਜਮ੍ਹਾਂ ਕਰਾਤੇ ਹਾਂ ਜੀ ਤੇ ਸਾਨੂੰ ਹਰ ਮਹੀਨੇ ਦਾ ਕੁਛ ਨਾ ਕੁਛ ਇੰਟਰਸਟ ਮਿਲਦਾ ਉਸ ਤੋਂ ਜੀ ਜੀ ਹੁਣ ਜਿਵੇਂ 4000 ਇੱਕ $4000 ਇੱਕ ਸਪਾਂਸਰ ਨੇ ਸਾਨੂੰ ਦਿੱਤਾ ਜੀ 4000 ਦੇਣ ਤੋਂ ਬਾਅਦ ਉਹ ਜਿਹੜਾ 4000 ਦਾ ਜਿਹੜਾ ਇੰਟਰਸਟ ਹੋਏਗਾ ਜੀ। ਉਸ ਇੰਟਰਸਟ ਤੋਂ ਬੱਚਾ ਪੜੇਗਾ ਵਾਹ ਜੀ ਵਾਹ ਤੇ ਇਹਦੇ ਨਾਲ ਜਿਹੜਾ ਲਾਈਫ ਟਾਈਮ ਉਹਨੇ ਬੱਚੇ ਨੇ ਪੜਨਾ ਹੈ ਜੀ ਮਨਾ ਨਰਸਰੀ ਤੋਂ ਲੈ ਕੇ ਤੇ 12ਵੀਂ ਗ੍ਰੇਡ ਤੱਕ ਜਿਹੜਾ ਉਹਨੇ ਪੜਨਾ ਹੈ ਜੀ ਉਸ ਤਾਂ ਤੱਕ ਤੇ 14 ਸਾਲ ਜਿਹੜੇ ਬੱਚੇ ਦੀ ਪੜ੍ਹਾਈ ਹੋਈ ਹੈ 4000 ਦੇ ਇੰਟਰਸਟ ਨਾਲ ਪੂਰੀ ਹੋ ਗਈ ਜੀ ਤੇ ਹੁਣ ਜਿਵੇਂ ਸਾਰੇ ਸਾਨੂੰ ਆਨਸਰ ਕਰਦੇ ਨੇ ਕਿ ਹਾਂ ਵੀ ਉਹ ਪੈਸੇ ਤੁਹਾਡੇ ਕੋਲ ਹੀ ਨੇ ਜੀ ਬਈ ਇੰਟਰਸਟ ਵੀ ਤਾਂ ਵੀ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਆਏਗਾ ਜੀ ਤੇ ਮੈਂ ਇਹ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਲਾਈਫ ਟਾਈਮ ਸਪਾਂਸਰਸ਼ਿਪ ਦਾ ਮਤਲਬ ਉਹਦੇ ਅੰਦਰ ਅਸੀਂ ਇਸ ਤਰ੍ਹਾਂ ਐਸੀ ਕਰਕੇ ਰੱਖਿਆ ਹੋਇਆ ਹੈ ਕਿ 14 ਸਾਲ ਤੋਂ ਬਾਅਦ ਜਦੋਂ ਇੱਕ ਬੱਚਾ ਪੂਰਾ ਹੋ ਜਾਏਗਾ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੂਸਰਾ ਬੱਚਾ ਦੇ ਦਾਂਗੇ ਇੱਕ ਬੱਚਾ ਹੋਰ ਉਹ ਫਿਰ ਤੁਸੀਂ ਸਪਾਂਸਰ ਕਰ ਫਿਰ ਦਿਓ ਸਪਾਂਸਰ ਕਰ ਦਾਂਗੇ ਮਤਲਬ ਉਹ 4000 ਦੇ ਨਾਲ ਬੱਚੇ ਅੱਗੇ ਦੇ ਅੱਗੇ ਪੜ੍ਹਦੇ ਹੀ ਰਹਿਣਗੇ ਉਹ ਉਹਨਾਂ ਦੇ ਹੁਣ ਲਾਈਫ ਟਾਈਮ ਲਈ ਉਹਨਾਂ ਕੋਲ ਇੱਕ ਬੱਚਾ ਜਿਹੜਾ ਹੋਏਗਾ ਸਪਾਂਸਰ ਰਹੇਗਾ ਜਿਨ੍ਹਾਂ ਨੂੰ ਅਸੀਂ ਫਿਰ ਬਾਅਦ 'ਚ ਹੋਰ ਅਪਡੇਟਸ ਵਗੈਰਾ ਭੇਜਾਂਗੇ ਸਾਰਾ ਕੁਝ ਕਰਾਂਗੇ ਉਹਦੇ ਅੰਦਰ ਬਹੁਤ ਵਧੀਆ ਗੱਲ ਹੈ ਜੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਬੱਚੇ ਤੁਸੀਂ ਇਹ ਸਪਾਂਸਰ ਜਦੋਂ ਜਿਹੜੇ ਵਿਊਅਰਸ ਦੇਖ ਰਹੇ ਨੇ ਉਹ ਬੱਚੇ ਸਪਾਂਸਰ ਕਰਦੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਕੀ ਇਨਫੋਰਮੇਸ਼ਨ ਤੁਸੀਂ ਉਹਨਾਂ ਨੂੰ ਭੇਜਦੇ ਆ ਜਾਂ ਕਿਸ ਤਰੀਕੇ ਦੇ ਨਾਲ ਉਹ ਕਿਹੜੀ ਇਨਫੋਰਮੇਸ਼ਨ ਉਹ ਬੱਚਿਆਂ ਦੀ ਮਿਲਦੀ ਹੈ ਉਹਨਾਂ ਨੂੰ ਦੇਖੋ ਸਭ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਐਪਲੀਕੇਸ਼ਨ ਹੈਗੀ ਹੈ ਤੇ ਸਾਡੀ ਵੈਬਸਾਈਟ ਹੈਗੀ ਹੈ ਉਹਦੇ ਉੱਪਰ ਜਾ ਕੇ ਬੱਚੇ ਸਪਾਂਸਰ ਜਿਹੜੀ ਬੱਚੇ ਡਿਟੇਲਸ ਸਪਾਂਸਰ ਤਾਂ ਹੋ ਗਿਆ ਹਾਂਜੀ ਇੱਕ ਤੇ ਉੱਥੇ ਜਿਹੜੀ ਇਨੀਸ਼ੀਅਲ ਡਿਟੇਲਸ ਹੁੰਦੀਆਂ ਨੇ ਉਹਦੇ ਅੰਦਰ ਬੱਚੇ ਦਾ ਨਾਮ ਬੱਚੇ ਦਾ ਫਾਦਰ ਨੇਮ ਬੱਚੇ ਦੇ ਐਡਰੈਸ ਘਰ ਦਾ ਐਡਰੈਸ ਘਰ ਦੇ ਐਡਰੈਸ ਦੇ ਨਾਲ ਆਪਣਾ ਉਹਨਾਂ ਦੇ ਕੁਝ ਇਨਫੋਰਮੇਸ਼ਨ ਹੁੰਦੀ ਹੈ ਫੈਮਿਲੀ ਹਿਸਟਰੀ ਹੁੰਦੀ ਹੈ ਜਿਹਦੇ ਇੱਕ ਬਰੀਫ ਦਿੱਤਾ ਹੁੰਦਾ ਬੱਚੇ ਦੀ ਫੈਮਿਲੀ ਬਾਰੇ ਜੀ ਤੇ ਇਹ ਇਨਫੋਰਮੇਸ਼ਨ ਇਨੀਸ਼ੀਅਲ ਇਨਫੋਰਮੇਸ਼ਨ ਉਹਨਾਂ ਨੂੰ ਮਿਲਦੀ ਹੈ ਬਿਲਕੁਲ ਜੀ ਜਦੋਂ ਕੋਈ ਵੀ ਬੱਚਾ ਸਪਾਂਸਰ ਕਰਦਾ ਹੈ ਜੀ ਉਸ ਤੋਂ ਬਾਅਦ ਅਸੀਂ 1 ਸਾਲ ਦੇ ਅੰਦਰ ਉਹਨੂੰ 4 ਵਾਰੀ ਅਪਡੇਟਸ ਭੇਜਦੇ ਹਾਂ ਜੀ ਉਹ ਅਪਡੇਟਸ ਕਿਹੜੇ ਨੇ ਪਹਿਲਾ ਅਪਡੇਟ ਹੁੰਦਾ ਉਹਦੀ ਲੇਟੈਸਟ ਫੋਟੋਗ੍ਰਾਫ ਜੀ ਕਿ ਬੱਚੇ ਦੀ ਪਹਿਲਾਂ ਹੁਣ ਜਿਹੜੀ ਫਾਰਮ ਦੇ ਅੰਦਰ ਇੱਕ ਛੋਟੀ ਜਿਹੀ ਫੋਟੋਗ੍ਰਾਫ ਲੱਗੀ ਹੁੰਦੀ ਹੈ ਜਿਹੜੀ ਫਸਟ ਟਾਈਮ ਉਹਦੀ ਫੋਟੋਗ੍ਰਾਫ ਲਿੱਤੀ ਸੀ ਜੀ ਉਹ ਇਨੀਸ਼ੀਅਲ ਵੈਬਸਾਈਟ ਦੇ ਉੱਪਰ ਹੈਗੀ ਹੈ ਜੀ ਸੈਕਿੰਡ ਇਸ ਟਾਈਮ ਦੇ ਅੰਦਰ ਬੱਚਾ ਜਦੋਂ ਸਕੂਲ ਅੰਦਰ ਬੈ ਗਿਆ ਜੀ ਬੱਚੇ ਦੀ ਯੂਨੀਫਾਰਮ ਪਾਈ ਹੋਈ ਹੈ ਉਹਦਾ ਪੂਰਾ ਰੂਪ ਰੰਗ ਬਿਲਕੁਲ ਚੇਂਜ ਹੋ ਜਾਂਦਾ ਜੀ ਤੇ ਹੁਣ ਬੱਚਾ ਕਿਦਾਂ ਦਾ ਦਿਖਦਾ ਜੀ ਤੇ ਉਹ ਫਿਰ ਉਹਦੀ ਜਿਹੜੀ ਲੇਟੈਸਟ ਫੋਟੋਗ੍ਰਾਫ ਹੈਗੀ ਹੈ ਉਹ ਅਸੀਂ ਸ਼ੇਅਰ ਕਰਦੇ ਹਾਂ ਜੀ ਸੈਕਿੰਡ ਅਸੀਂ ਜੋ ਉਹਨਾਂ ਦੇ ਰਿਜ਼ਲਟਸ ਆ ਰਹੇ ਨੇ ਸਾਡੇ ਕੋਲ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਜੀ ਉਹ ਪ੍ਰੋਗਰੈਸ ਰਿਪੋਰਟ ਉਹਨਾਂ ਨੂੰ ਹਰ ਕੁਆਟਰਲੀ ਬੇਸਿਸ ਦੇ ਉੱਪਰ ਅਸੀਂ ਜਿਹੜੇ ਇੱਕ ਸਾਲ ਦੇ ਅੰਦਰ 4 ਕੁਆਟਰ ਆਉਂਦੇ ਨੇ ਉਹਨਾਂ ਨੂੰ ਅਸੀਂ 4 ਅਪਡੇਟ ਭੇਜਦੇ ਹਾਂ ਇੱਕ ਫੋਟੋਗ੍ਰਾਫ ਇੱਕ ਰਿਜ਼ਲਟ ਉਸ ਤੋਂ ਬਾਅਦ ਕੁਝ ਬੱਚਾ ਕੋਈ ਐਕਟੀਵਿਟੀ ਕਰ ਰਿਹਾ ਆਪਣੇ ਅਕੈਡਮੀ ਦੇ ਅੰਦਰ ਹੁਣ ਸਾਡੇ ਅਕੈਡਮੀ ਦੇ ਅੰਦਰ ਜਿੱਦਾਂ ਤੁਸੀਂ ਦੱਸਿਆ ਹੈ ਕਿ ਕਈ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਇੰਗਲਿਸ਼ ਸਪੀਕਿੰਗ ਹੁੰਦਾ ਹੈਗਾ ਫਿਰ ਉੱਥੇ ਦੇ ਜਿਹੜੇ ਆਪਣਾ ਨਿਤਨੇਮ ਵੀ ਕਰਦੇ ਨੇ ਔਰ ਗੁਰਦੁਆਰੇ ਸਾਹਿਬ ਵੀ ਜਾ ਕੇ ਉਹ ਆਪਣਾ ਕਵਿਤਾਵਾਂ ਵੀ ਪੜ੍ਹਦੇ ਨੇ ਢਾਡੀ ਵਾਰਾਂ ਵੀ ਕਰਦੇ ਨੇ ਤੇ ਕਈ ਸਾਰੀ ਇਦਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੇ ਕਿ ਉਹ ਡੇਲੀ ਟੂ ਡੇਲੀ ਪਰਫਾਰਮ ਕਰਦੇ ਨੇ ਜੀ ਬੱਚੇ ਪਾਰਟਿਸਿਪੇਟ ਕਰਦੇ ਨੇ ਜਿਹਦੇ ਨਾਲ ਉਹਨਾਂ ਦੀ ਖੁਦ ਦਾ ਇੱਕ ਪਾਰਟਿਸਿਪੇਸ਼ਨ ਲੈਵਲ ਵੀ ਵੱਧਦਾ ਹੈ ਕੌਨਫੀਡੈਂਸ ਵੱਧਦਾ ਹੈ ਕਿ ਉਹ ਅੱਗੇ ਜਾ ਕੇ ਲੋਕਾਂ ਦੇ ਅੰਦਰ ਖੜੇ ਹੋ ਕੇ ਤੇ ਫਿਰ ਉਹ ਆਪਣਾ ਬੋਲ ਸਕਣ ਜੀ ਜੀ ਠੀਕ ਹੈ ਜੀ ਤੇ ਉਦਾਂ ਦੀ ਐਕਟੀਵਿਟੀਜ਼ ਅਸੀਂ ਵੀਡੀਓ ਦੇ ਫਾਰਮ ਦੇ ਅੰਦਰ ਜੀ ਤੇ ਅਗਰ ਸਪੋਜ਼ ਕਰੋ ਉਹਨਾਂ ਨੇ ਕੋਈ ਡਰਾਇੰਗ ਬਣਾਈ ਹੈਗੀ ਆ ਤੇ ਡਰਾਇੰਗ ਦੇ ਅੰਦਰ ਅਸੀਂ ਉਹਨਾਂ ਨੂੰ ਮੇਲ ਦੇ ਥਰੂ ਅਸੀਂ ਭੇਜਦੇ ਹਾਂ ਈਮੇਲ ਦੇ ਰਾਹੀਂ ਠੀਕ ਹੈ ਜੀ ਸੈਕਿੰਡ ਅਸੀਂ ਕੁਝ ਟਾਈਮ ਬਾਅਦ ਸਾਡੇ ਕੋਲ ਕੰਪਲੀਟ ਹੋ ਚੁੱਕਿਆ ਹੈ ਤੇ iOS ਵਿੱਚ ਸਾਡਾ ਅਵੇਲੇਬਲ ਵੀ ਹੈ ਤੇ ਹੁਣ ਉਹ ਵਾਲੀ ਸਾਰੀ ਜਿੰਨੀ ਵੀ ਨੋਟੀਫਿਕੇਸ਼ਨ ਜਿੰਨੀ ਵੀ ਅਪਡੇਟਸ ਹੁੰਦੀਆਂ ਨੇ ਉਹ ਸਾਰੀ ਉਹਨਾਂ ਨੂੰ ਨੋਟੀਫਿਕੇਸ਼ਨਸ ਵੀ ਜਾਣਗੀਆਂ ਐਪਲੀਕੇਸ਼ਨ ਦੇ ਅੰਦਰ ਸੋ ਦੈਟ ਕਿ ਉਹ ਆਪਣੇ ਐਪਲੀਕੇਸ਼ਨ ਜਿਹੜੀ ਡਾਊਨਲੋਡ ਕੀਤੀ ਹੈ ਉਹਦੇ ਅੰਦਰ ਜਿਹੜਾ ਵੀ ਬੱਚਾ ਉਹਨਾਂ ਨੇ ਸਪਾਂਸਰ ਕੀਤਾ ਉਹਦੀ ਸਾਰੀ ਡਿਟੇਲ ਉਹਨਾਂ ਨੂੰ ਐਪਲੀਕੇਸ਼ਨ ਅੰਦਰ ਮਿਲਦੀ ਰਹੇਗੀ ਅਪਡੇਟ ਹੁੰਦੀ ਰਹੇਗੀ ਵੈਰੀ ਗੁੱਡ ਨਾਲ ਹੀ ਨਾਲ ਅਸੀਂ ਉਹਨਾਂ ਦੇ ਵੈਬਸਾਈਟ ਦੇ ਉੱਪਰ ਇੱਕ ਅਕਾਊਂਟ ਬਣਾ ਲੈਂਦੇ ਆ ਜਦੋਂ ਕਿਸੇ ਸਪਾਂਸਰ ਨੇ ਸਪਾਂਸਰ ਕੀਤਾ ਉਹਦੀ ਈਮੇਲ ਆਈਡੀ ਅਸੀਂ ਲੈਂਦੇ ਆ ਤੇ ਉਹਦਾ ਇੱਕ ਪਾਸਵਰਡ ਬਣਾ ਦਿੰਦੇ ਆ ਉਹ ਸਾਡੀ ਵੈਬਸਾਈਟ ਦੇ ਉੱਪਰ ਇੱਕ ਲੌਗਇਨ ਬਣ ਜਾਂਦਾ ਇੱਕ ਅਕਾਊਂਟ ਬਣ ਜਾਂਦਾ ਅਕਾਊਂਟ ਦੇ ਅੰਦਰ ਉਹ ਲੌਗਇਨ ਕਰਨ ਤੋਂ ਬਾਅਦ ਉਹ ਸਾਰੀ ਡਿਟੇਲਸ ਬੱਚੇ ਦੀ ਆਪਣੀ ਸਾਰੀ ਦੇਖ ਸਕਦੇ ਨੇ ਉਹ ਪਹਿਲਾਂ ਦੀਆਂ ਵੀ ਜਿਹੜੀਆਂ ਤੁਸੀਂ ਹਰੇਕ ਕੁਆਟਰ ਪਾਉਣੇ ਸਾਰੀਆਂ ਪਈਆਂ ਰਹਿੰਦੀਆਂ ਨੇ ਜਾਂ ਸਾਰੀਆਂ ਅੱਛਾ ਮਤਲਬ ਸਾਰੀਆਂ ਦੇਖ ਸਕਦੇ ਨੇ ਈਵਨ ਕਿ ਸਪੋਜ਼ ਕਰੋ ਇੱਕ ਸਪਾਂਸਰ ਨੂੰ 5 ਸਾਲ ਹੋ ਗਏ ਬੱਚੇ ਨੂੰ ਸਪਾਂਸਰ ਕੀਤੇ ਹੋਏ ਜੀ
ਤੇ ਜਿਹੜੀ ਪਿਛਲੀ ਉਹਦੀ 4 ਸਾਲ ਦੀ ਰਿਪੋਰਟਸ ਹੈਗੀ ਆ, ਅਪਡੇਟਸ ਹੈਗੇ ਨੇ, ਫੋਟੋਗ੍ਰਾਫਸ ਨੇ, ਉਹ ਸਾਰੀ ਦੀ ਸਾਰੀ ਵੈਬਸਾਈਟ ਦੇ ਉੱਪਰ ਅਵੇਲੇਬਲ ਮਿਲਣਗੀਆਂ। ਵੈਰੀ ਗੁੱਡ। ਕਿ ਕਦੋਂ ਉਹਨਾਂ ਨੂੰ ਬਾਅਦ 'ਚ ਜਾ ਕੇ ਉਹਨਾਂ ਨੂੰ ਦੇਖਣਾ ਹੈਗਾ ਤੇ ਉਹ ਸਾਰੇ ਚੀਜ਼ਾਂ ਉਹਦੇ ਅੰਦਰ ਜਾ ਕੇ ਆਰਾਮ ਨਾਲ ਚੈੱਕ ਕਰ ਸਕਣ, ਕਦੀ ਉਹਨਾਂ ਨੂੰ ਕਰਨਾ। ਅੱਛਾ, ਸਾਨੂੰ ਇਹ ਦੱਸੋ ਕਿ ਜਿਹੜੇ 2500 ਬੱਚੇ ਤੁਸੀਂ ਲਏ ਸੀ, ਉਹ ਚੋਂ ਕਿੰਨੇ ਬੱਚੇ ਹੁਣ ਤੱਕ ਸਪਾਂਸਰ ਹੋ ਚੁੱਕੇ ਨੇ ਤੇ ਹੁਣ ਕਿੰਨੇ ਬੱਚੇ ਰਹਿੰਦੇ ਨੇ ਤੇ ਤੁਹਾਡਾ ਗਾਂ ਦਾ ਕੀ ਗੋਲ ਹੈ? ਉਹਦੇ ਅੰਦਰ ਵੀ ਜੀ ਸਾਡੇ ਅਰਾਊਂਡ ਆਫ ਇਸ ਟਾਈਮ ਤੇ 2200 ਬੱਚੇ ਸਪਾਂਸਰ ਹੋ ਚੁੱਕੇ ਨੇ ਜੀ। ਜਿਹਦੇ ਵਿੱਚ ਮੈਂ ਇੱਕ ਚੀਜ਼ ਹੋਰ ਤੁਹਾਨੂੰ ਇਹਦੇ ਅੰਦਰ ਐਡ ਆਨ ਕਰਨਾ ਚਾਹਾਂਗਾ, ਤੁਹਾਨੂੰ ਦੱਸਣਾ ਚਾਹਾਂਗਾ, ਵਿਊਅਰਸ ਨੂੰ ਵੀ ਦੱਸਣਾ ਚਾਹਾਂਗਾ ਕਿ ਜਦੋਂ ਟਰਸਟ ਨੇ ਇਹਨਾਂ ਦੀ ਰਿਸਪੌਂਸਿਬਿਲਿਟੀ ਲਿੱਤੀ ਸੀ 2500 ਬੱਚਿਆਂ ਦੀ ਜੀ, ਤੇ ਮੈਂ ਸਾਡੇ ਲਈ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਸਾਨੂੰ ਸਪਾਂਸਰ ਆਣਗੇ ਕਿ ਨਹੀਂ ਆਣਗੇ, ਤੇ ਸਾਰੀ ਰਿਸਪੌਂਸਿਬਿਲਿਟੀ ਟਰਸਟ ਨੇ ਆਪਣੇ ਉੱਪਰ ਲਿੱਤੀ ਸੀਗੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਇਹਨਾਂ ਦੀ 12ਵੀਂ ਤੱਕ ਦੀ ਪੜ੍ਹਾਈ ਜਿਹੜੀ ਅਸੀਂ ਇਹਨਾਂ ਨੇ ਕਰਾਣੀ ਹੈ, ਉਹ ਸਾਡੀ ਟਰਸਟ ਦੀ ਜ਼ਿੰਮੇਵਾਰੀ ਹੈ ਜੀ। ਹੁਣ ਇਹਦੇ ਅੰਦਰ ਜਦੋਂ 2200 ਬੱਚੇ ਸਪਾਂਸਰ ਹੋਣੇ ਹੋਏ, ਵੈਸੇ ਤੇ ਦੇਖਿਆ ਜਾਵੇ ਤੇ ਇਹ ਫਿਗਰ ਜਿਹੜਾ ਹੈਗਾ 23-2400 ਹੈਗਾ ਜੀ, ਜਿਹਦੇ ਵਿੱਚੋਂ 200 ਦੇ 250 ਦੇ ਅਰਾਊਂਡ ਬੱਚੇ ਜਿਹੜੇ ਹੈਗੇ ਲੈਫਟ, ਜਿਹੜੇ ਸਪਾਂਸਰ ਹੈਗੇ ਨੇ ਉਹ ਲੈਫਟ ਆਊਟ ਹੋ ਗਏ ਜੀ। ਹੁਣ ਜਦੋਂ ਲੈਫਟ ਆਊਟ ਹੋ ਗਏ ਸਪਾਂਸਰ ਜੀ, ਤੇ ਉਹਦੀ ਕਿਸੇ ਨਾ ਕਿਸੇ ਰਿਸਪੌਂਸਿਬਿਲਿਟੀ ਹੋਏਗੀ। ਅਸੀਂ ਬੱਚੇ ਨੂੰ ਬਾਹਰ ਨਹੀਂ ਕਰ ਸਕਦੇ ਬਿਕੋਜ਼ ਰਿਸਪੌਂਸਿਬਿਲਿਟੀ ਸਾਡੀ ਹੈਗੀ ਆ ਜੀ। ਉਹਨੂੰ ਵੀ ਬੱਚੇ ਜਿਹੜੇ ਉਹਦੀ ਰਿਸਪੌਂਸਿਬਿਲਿਟੀ ਟਰਸਟ ਕੋਲ ਆਉਂਦੀ ਹੈ ਜੀ। ਉਹ ਹੁਣ ਟਰਸਟ ਉਹਦੀ ਐਜੂਕੇਸ਼ਨ ਜਿਹੜੀ ਹੈਗੀ ਉਹ ਅੱਗੇ ਕਰਾਏਗਾ ਜੀ। ਜੀ ਬਿਲਕੁਲ। ਤੇ ਅਸੀਂ ਵੀ ਸਾਰਿਆਂ ਨੂੰ ਵਿਊਅਰਸ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਬੱਚਾ ਸਪਾਂਸਰ ਕਰ ਰਹੇ ਹੋ ਤੇ ਤੁਸੀਂ ਪੂਰੀ ਕਮਿਟਮੈਂਟ ਕਰੋ, ਕਮਿਟਮੈਂਟ ਇੱਕ ਲੈ ਕੇ ਚੱਲੋ ਕਿ ਤੁਹਾਡਾ ਉਸ ਬੱਚੇ ਦਾ ਜਿਹੜੀ ਫੀਸ ਤੁਸੀਂ ਦਿਓਗੇ ਤੇ ਉਹ 12ਵੀਂ ਤੱਕ ਦਿਓ, ਸੋ ਦੈਟ ਕਿ ਬੱਚੇ ਦਾ ਕੰਟੀਨਿਊਸਲੀ ਉਹ ਸਾਰਾ ਚੱਲਦਾ ਰਹੇ। ਦੈਟਸ ਰਾਈਟ। ਉਹਦੇ ਨਾਲ ਕੀ ਹੋਏਗਾ, ਇਸ ਤਰ੍ਹਾਂ ਜਸਪ੍ਰੀਤ ਜੀ ਕਿ ਕਈ ਵਾਰੀ ਵਿਊਅਰਸ ਦਾ ਵੀ ਕੋਈ ਫਾਈਨੈਂਸ਼ੀਅਲ ਸਟੇਟਸ ਚੇਂਜ ਹੋ ਗਿਆ, ਕੁਝ ਹੋਰ ਹੋ ਗਿਆ, ਕਈ ਵਾਰੀ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ, ਸਮਝੇ ਨਾ। ਸੋ ਇਸ ਕਰਕੇ ਅਸੀਂ ਵੈਸੇ ਬਹੁਤ ਧੰਨਵਾਦੀ ਹਾਂ ਕਿ ਵਿਊਅਰਸ ਜਿੰਨੀ ਵੀ ਸੰਗਤ ਨੇ ਜਾਂ ਦਰਸ਼ਕਾਂ ਨੇ ਜਿਨ੍ਹਾਂ ਨੇ ਇੰਨੇ ਬੱਚੇ ਸਪਾਂਸਰ ਕੀਤੇ ਨੇ, ਔਰ ਮੈਂ ਵੀ ਦਰਸ਼ਕਾਂ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਵੱਧ ਤੋਂ ਵੱਧ ਬੱਚੇ ਸਪਾਂਸਰ ਕਰੋ, ਕਿਉਂਕਿ ਜੇ ਇਹ ਬੱਚੇ ਸਪਾਂਸਰ ਇੰਨਾ ਹੰਗਾਰਾ ਜਿਸ ਤਰ੍ਹਾਂ ਹੁਣ ਮਿਲਿਆ ਹੈ, ਹੁਣ ਇਹ ਟਰਸਟ ਹੋਰ ਬੱਚੇ ਲੈ ਸਕਦਾ, ਹੋਰ ਬੱਚਿਆਂ ਦਾ ਭਲਾ ਹੋ ਸਕਦਾ। ਸੋ ਉਸ ਕਰਕੇ ਹੁਣ ਤੁਸੀਂ ਦੱਸੋ ਕਿ ਤੁਹਾਡਾ ਹੁਣ ਕੀ ਪਲਾਨ ਹੈ ਇਸ ਤੋਂ ਬਾਅਦ ਅੱਗੇ ਦਾ? ਮੈਂ ਵੀ ਜੀ ਆਪ ਜੀ ਨੂੰ ਦੱਸਦਾ, ਇੱਕ ਮੈਂ ਤੁਹਾਡੀ ਪਿਛਲੇ ਵਾਲੀ ਗੱਲ 'ਚ ਤੁਹਾਨੂੰ ਹੋਰ ਐਡ ਕਰਾਂਗਾ ਜੀ। ਮੈਂ ਜਿਸ ਤਰ੍ਹਾਂ ਵਿਊਅਰਸ ਨੂੰ ਅਸੀਂ ਰਿਕੁਐਸਟ ਕਰ ਸਕਦੇ ਹਾਂ ਕਿ ਜਿੱਦਾਂ ਉਹ ਕਮਿਟਮੈਂਟ ਪੂਰੀ ਕਰਨ, ਉਹਦੇ ਨਾਲ ਕਮਿਟਮੈਂਟ ਨਾਲ ਕੀ ਹੋਏਗਾ, ਜਦੋਂ ਉਹਨਾਂ ਦੀ ਕਮਿਟਮੈਂਟ ਕੰਪਲੀਟ ਹੋ ਜਾਏਗੀ ਜੀ, ਅਗਰ ਉਹ ਕਮਿਟਡ ਹੈਗੇ ਨੇ ਤੇ ਸਾਨੂੰ ਹੋਰ ਹੈਲਪ ਮਿਲੇਗੀ, ਅਸੀਂ ਹੋਰ ਬੱਚੇ ਲਈਏ ਇਸ ਜੀ। ਬਿਲਕੁਲ ਬਿਲਕੁਲ ਬਿਲਕੁਲ। ਤੁਹਾਡੇ ਅੰਦਰ ਉਹ ਜਿਹੜਾ ਇੱਕ ਮਤਲਬ ਕਿ ਹੈ ਵੀ ਸ਼ਾਇਦ ਜਿਹੜੇ ਸਪਾਂਸਰ ਹੈ ਉਹ ਛੱਡ ਕੇ ਨਾ ਚਲੇ ਜਾਣ, ਉਹ ਤੁਹਾਡਾ ਕੌਨਫੀਡੈਂਸ ਵਧੇਗਾ ਤੇ ਤੁਸੀਂ ਵੱਧ ਤੋਂ ਵੱਧ ਹੋਰ ਬੱਚੇ ਲਾਓਗੇ। ਔਰ ਦੂਸਰੀ ਗੱਲ ਇਹ ਵੀ ਜ਼ਰੂਰੀ ਹੈ ਕਿ ਇਹ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂ ਸੈਸ਼ਨ ਕਿ ਵੀ ਜਦੋਂ ਸੈਸ਼ਨ ਸ਼ੁਰੂ ਹੋਣਾ ਹੈ, ਜੇ ਮੰਨ ਲਓ ਮਾਰਚ 'ਚ ਤੁਹਾਡਾ ਸੈਸ਼ਨ ਜੇ ਮਾਰਚ 'ਚ ਸੈਸ਼ਨ ਸ਼ੁਰੂ ਹੋਣਾ ਤਾਂ ਬੱਚੇ ਤਾਂ ਉਦੋਂ ਹੀ ਲਏ ਜਾ ਸਕਦੇ ਨੇ। ਇਸ ਤਰੀਕੇ ਨਾਲ ਤਾਂ ਹੋ ਨਹੀਂ ਸਕਦਾ ਕਿ ਬੱਚਾ ਅੱਜ ਕੋਈ ਬੰਦਾ ਸਪਾਂਸਰ ਕਰੇ ਕਿ ਮੈਂ ਬੱਚੇ ਨੂੰ ਸਪਾਂਸਰ ਕਰਾਂ ਤੇ ਅੱਜ ਬੱਚਾ ਲਿਆ ਜਾਵੇ, ਉਹ ਤਾਂ ਹੋ ਨਹੀਂ ਸਕਦਾ। ਤੁਹਾਨੂੰ ਬੱਚੇ ਪਹਿਲਾਂ ਹੀ ਲੈਣੇ ਪੈਣਗੇ ਜਦੋਂ ਅਕੈਡਮਿਕ ਸੈਸ਼ਨ ਸ਼ੁਰੂ ਹੁੰਦਾ, ਤੁਹਾਨੂੰ ਉਹਦੀ ਪਲੈਨਿੰਗ ਵੀ ਪਹਿਲਾਂ ਕਰਨੀ ਪਏਗੀ। ਸੋ ਤੁਸੀਂ ਇਸ ਕਰਕੇ ਵਿਊਅਰਸ ਨੂੰ ਜਿਹੜੀ ਹੈ ਸਾਰੀ ਰਿਕੁਐਸਟ ਕਰ ਰਹੇ ਆ ਕਿ ਜੇ ਵਿਊਅਰਸ ਵੱਧ ਤੋਂ ਵੱਧ ਕਮਿਟਡ ਹੋਣਗੇ ਤੇ ਤੁਸੀਂ ਵੀ ਉਸੇ ਕੌਨਫੀਡੈਂਸ ਦੇ ਨਾਲ ਹੋਰ ਬੱਚੇ ਪਹਿਲਾਂ ਹੀ ਨੈਕਸਟ ਅਕੈਡਮਿਕ ਸੈਸ਼ਨ ਦੇ ਵਿੱਚ ਤੁਸੀਂ ਆਪਣੀ ਪਲੈਨਿੰਗ ਕਰ ਸਕਦੇ ਆ ਕਿ ਸਾਡੇ ਪਿਛਲੇ ਸਾਲ ਵਿੱਚ ਇੰਨੇ ਬੱਚੇ ਸਾਡੇ ਹੋ ਗਏ ਸੀ, ਸਪਾਂਸਰ ਹੋ ਗਏ ਸੀ, ਤੇ ਹੁਣ ਇੰਨੇ ਬੱਚੇ ਸਾਡੇ ਮਤਲਬ ਕਿ ਅਸੀਂ ਇੰਨੇ ਬੱਚੇ ਹੋਰ ਲੈ ਲਈਏ, ਠੀਕ ਹੈ ਨਾ ਜੀ। ਹੁਣ ਤੁਹਾਡਾ ਨੈਕਸਟ ਈਅਰ ਦਾ ਕੀ ਪਲਾਨ ਹੈ ਵੀ ਜੀ? ਹਲੇ ਸਾਡੇ ਕੋਲ ਜਿਹੜੇ ਹਲੇ ਪੈਂਡਿੰਗ ਪਏ ਹੋਏ ਨੇ ਬੱਚੇ ਸਪਾਂਸਰ ਹੋਣ ਨੂੰ, ਅਰਾਊਂਡ 250 ਬੱਚੇ ਜਿਹੜੇ ਇਸ ਟਾਈਮ ਤੇ ਅਸੀਂ ਸਪਾਂਸਰ ਹਲੇ ਰਹਿੰਦੇ ਨੇ, 250-300 ਬੱਚੇ ਰਹਿੰਦੇ ਨੇ, ਜਿੱਥੇ 'ਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ 31 ਦਸੰਬਰ ਤੱਕ ਸਾਰੇ ਸੰਗਤ, ਤੁਸੀਂ ਸਾਰੇ ਹੱਲਾ ਮਾਰੋ, ਜਿਹੜੇ ਨੰਬਰ ਸੁਣੇ ਸਕਰੀਨ ਦੇ ਉੱਪਰ ਆ ਰਹੇ ਨੇ, ਤੁਸੀਂ ਉਹਨਾਂ ਉੱਪਰ ਕਾਲ ਕਰਕੇ ਬੱਚੇ ਹੁਣੇ ਸਪਾਂਸਰ ਕਰੋ। ਤੇ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹ ਗੋਲ ਰੱਖਿਆ ਹੈ ਕਿ ਅਸੀਂ 31 ਦਸੰਬਰ ਤੱਕ ਸਾਰੇ ਬੱਚੇ ਜਿੰਨੇ ਪਿਛਲੇ ਪੁਰਾਣੇ ਹੈਗੇ ਸਾਡੇ ਕੋਲ, ਅਸੀਂ ਸਾਰੇ ਦੇ ਸਾਰੇ ਸਪਾਂਸਰ ਕਰਕੇ ਤੇ ਅਗਲੇ ਸਾਲ ਅਸੀਂ 1000 ਬੱਚਾ ਜਿਹੜਾ ਹੈਗਾ ਹੋਰ ਇਹ ਸਕੀਮ ਦੇ ਅੰਦਰ ਲਵਾਂਗੇ। ਤੇ ਅਸੀਂ ਮੈਂ ਆਪ ਜੀ ਨੂੰ ਦੱਸਣਾ ਵੀ ਚਾਹਾਂਗਾ, ਵਿਊਅਰਸ ਨੂੰ ਵੀ ਦੱਸਣਾ ਚਾਹਾਂਗਾ ਕਿ ਤੁਸੀਂ ਵੀ ਆਪਣੇ ਤੁਹਾਡੇ ਪਿੰਡਾਂ 'ਚ ਜਿਹੜੇ ਹੋਰ ਬੱਚੇ ਹੈਗੇ ਇੱਦਾਂ ਦੇ, ਜਿਹੜੇ ਕਿ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਉਹ ਤੁਸੀਂ ਤੁਹਾਡੇ ਲਾਗੇ ਕੋਈ ਰਹਿੰਦਾ ਹੈਗਾ ਜਿਹੜਾ ਲੋੜਵੰਦ ਹੈਗਾ ਇਹ ਸਕੀਮ ਦੇ ਅੰਦਰ ਜਿਹੜੇ ਕ੍ਰਾਈਟੇਰੀਆ ਸੈੱਟ ਕਰਦਾ, ਤੇ ਉਹ ਵੀ ਬੱਚੇ ਆ ਕੇ ਸਾਡੇ ਕੋਲ ਤੁਸੀਂ ਦੱਸੋ ਤੇ ਅਸੀਂ ਉਹਨਾਂ ਨੂੰ ਵੀ ਲਵਾਂਗੇ। ਤੁਹਾਡਾ ਕਹਿਣ ਦਾ ਭਾਵ ਹੈ ਕਿ ਜੇ ਸਪਾਂਸਰ ਕਵੇ ਕਿ ਜੇ ਸਾਡੇ ਫਲਾਣੇ ਪਿੰਡ ਦੇ ਵਿੱਚ
ਮੈਂ ਜਾਣਦਾ ਉੱਥੇ ਤੇ ਉਹਨਾਂ ਦਾ ਬੱਚਾ ਬੜਾ ਲੋੜਵੰਦ ਹੈ ਤੇ ਤੁਸੀਂ ਉਹਨੂੰ ਲੈ ਲਓ ਤੇ ਉਹਦੀ ਫੀਸ ਮੈਂ ਦੇਵਾਂਗਾ, ਹਾਂਜੀ, ਤੁਸੀਂ ਉਹਨੂੰ ਲੈ ਲਓਗੇ। ਬਿਲਕੁਲ ਜੀ, ਕੋਈ ਜ਼ਰੂਰੀ ਨਹੀਂ ਵੀ ਜਿਹੜੇ ਬੱਚੇ ਤੁਸੀਂ ਪਹਿਲਾਂ ਸਿਲੈਕਟ ਕੀਤੇ ਨੇ ਵੀ ਉਹਨਾਂ ਦੇ ਵਿੱਚੋਂ ਸਪਾਂਸਰ ਕਰ ਸਕਦਾ। ਨਹੀਂ ਤੇ ਜੇ ਮਤਲਬ ਕਿ ਸਪਾਂਸਰ ਜਿੱਦਾਂ ਉਹ ਜੋ ਨੰਬਰ ਸਕਰੀਨ ਤੇ ਆ ਰਹੇ ਨੇ ਉਹ ਕੋਆਰਡੀਨੇਟ ਕਰਨ, ਦੱਸਣ ਤੁਹਾਨੂੰ ਇਨ ਟਾਈਮ, ਪਹਿਲਾਂ ਦੱਸ ਦੇਣ ਵੀ ਨੈਕਸਟ ਸੈਸ਼ਨ ਤੋਂ ਪਹਿਲਾਂ ਤਾਂ ਤੁਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਜਾ ਕੇ ਕੋਈ ਬੰਦਾ ਆਪਣੀ ਜਾਣ ਪਛਾਣ ਦਾ ਜਾਂ ਕੋਈ ਆਪਣੇ ਰਿਸ਼ਤੇਦਾਰ ਦਾ ਜਾਂ ਆਪਣੇ ਭੈਣ ਭਾਈ ਦਾ ਜਿਨ੍ਹਾਂ ਨੂੰ ਹੈਲਪ ਕਰਨਾ ਚਾਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਰਿਕਮੈਂਡ ਕਰ ਸਕਦੇ ਨੇ ਤੇ ਉਹ ਬੱਚੇ ਵੀ ਲਏ ਜਾ ਸਕਦੇ ਨੇ। ਹਾਂਜੀ ਹਾਂਜੀ ਬਿਲਕੁਲ, ਵੈਰੀ ਗੁੱਡ, ਵੈਰੀ ਗੁੱਡ। ਬਹੁਤ ਬਹੁਤ ਅੱਛਾ ਜਿਹੜਾ ਇਹ ਜਿਹਨੂੰ ਉਪਰਾਲਾ ਹੈ। ਸੰਗਤ ਜੋ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਹੁਣ ਤੱਕ ਇੰਨੇ ਬੱਚੇ ਸਪਾਂਸਰ ਕੀਤੇ ਨੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੂ ਸਾਹਿਬ ਦੇ ਵਿੱਚ ਬੜੇ ਜਿਹੜੇ ਪ੍ਰੋਗਰਾਮ ਹੋਰ ਵੀ ਚੱਲ ਰਹੇ ਨੇ ਜਿਹੜੇ ਕਿ ਅੱਜ ਸਾਡਾ ਉਹ ਸਬਜੈਕਟ ਨਹੀਂ, ਪਰ ਫਿਰ ਵੀ ਥੋੜਾ ਜਿਹਾ ਬਰੀਫਲੀ ਮੈਂ ਚਾਹਣਾ ਵੀ ਦਰਸ਼ਕਾਂ ਨੂੰ ਤੁਸੀਂ ਦੱਸੋ ਵੀ ਬੜੂ ਸਾਹਿਬ ਦੇ ਵਿੱਚ ਹੋਰ ਕਿਸ ਕਿਸ ਤਰੀਕੇ ਦੇ ਪ੍ਰੋਗਰਾਮ ਚੱਲ ਰਹੇ ਨੇ। ਜਿਹੜੀ ਬੜੂ ਸਾਹਿਬ ਦੀ ਆਰਗੇਨਾਈਜੇਸ਼ਨ ਹੈ ਕਿਸ ਕਿਸ ਤਰੀਕੇ ਦੇ ਨਾਲ ਉੱਥੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਕਿਸ ਤਰੀਕੇ ਦੇ ਨਾਲ ਉਹ ਇੰਪੈਕਟ ਆਪਣਾ ਪਾ ਰਹੇ ਨੇ ਜੀ। ਬੜੂ ਸਾਹਿਬ ਦੇ ਅੰਦਰ ਕਈ ਸਾਰੇ ਪ੍ਰੋਜੈਕਟ ਇਸ ਟਾਈਮ ਤੇ ਚੱਲ ਰਹੇ ਨੇ ਜੀ। ਇੱਕ ਤੇ ਸਕੂਲ ਦਾ ਰੂਰਲ ਐਜੂਕੇਸ਼ਨ ਦਾ ਜਿਹੜਾ ਚੱਲ ਰਿਹਾ ਪਿੰਡਾਂ 'ਚ, ਜਿਹੜੇ ਜਿੰਨੇ ਵੀ ਸਕੂਲਸ ਬੜੂ ਸਾਹਿਬ ਦੇ ਹੈਗੇ ਆ, ਅਕਾਲ ਅਕੈਡਮੀ, ਉਹ ਸਾਰੀ ਪਿੰਡਾਂ 'ਚ ਹੈਗੀਆਂ ਨੇ ਜੀ। ਤੇ ਉਸ ਤੋਂ ਬਾਅਦ ਪਿੰਡਾਂ 'ਚ ਰੂਰਲ ਐਜੂਕੇਸ਼ਨ ਤੋਂ ਬਾਅਦ ਸਾਡੇ ਕੋਲ ਵੂਮਨ ਐਮਪਾਵਰਮੈਂਟ ਦਾ ਪ੍ਰੋਗਰਾਮ ਹੈ ਜਿਹਦੇ ਅੰਦਰ ਕੀ ਹੁੰਦਾ, ਜਿਹਦੇ ਅਸੀਂ ਮੈਂ ਛੋਟਾ ਬਰੀਫ ਤੁਹਾਨੂੰ ਦੱਸ ਦਿੰਦਾ। 10ਵੀਂ 12ਵੀਂ ਦੀ ਕੁੜੀਆਂ ਹੁੰਦੀਆਂ ਨੇ ਜਿਹੜੀ ਕਿ ਪਿੰਡਾਂ 'ਚ ਪੜ੍ਹਦੀਆਂ ਨੇ ਤੇ ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਵਿੱਚ ਲੈਂਦੇ ਹਾਂ, ਵੂਮਨ ਐਮਪਾਵਰਮੈਂਟ ਪ੍ਰੋਗਰਾਮ ਦੇ ਅੰਦਰ, ਜਿਹਦੇ ਅੰਦਰ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਫਿਰ ਬਾਅਦ 'ਚ 12ਵੀਂ ਤੱਕ ਪੜ੍ਹਾਈ ਕਰਾਉਂਦੇ ਹਾਂ ਓਪਨ ਸਕੂਲ ਤੋਂ। 12ਵੀਂ ਤੋਂ ਬਾਅਦ ਜਿਹੜਾ ਜਿਹਨੇ 10ਵੀਂ ਕੀਤੀ ਹੋਈ ਹੈ, 10ਵੀਂ ਵਾਲੇ ਨੂੰ ਅਸੀਂ 12ਵੀਂ ਤੱਕ ਪੜ੍ਹਾਈ ਕਰਾਉਂਦੇ ਹਾਂ ਤੇ 12ਵੀਂ ਵਾਲਿਆਂ ਨੂੰ ਅਸੀਂ ਅੱਗੇ BA MA ਜੋ ਉਹਨਾਂ ਦੀ ਅੱਗੇ ਜਿਹਦੇ 'ਚ ਉਹਨਾਂ ਦਾ ਇੰਟਰਸਟ ਹੁੰਦਾ ਉਸ ਦੇ ਅੰਦਰ ਅਸੀਂ ਉਹਨਾਂ ਨੂੰ BA ਔਰ MA ਕਰਾਉਂਦੇ ਹਾਂ। ਫਿਰ ਇਹ ਇੱਕ ਇੰਟੀਗ੍ਰੇਟਡ ਪ੍ਰੋਗਰਾਮ ਹੁੰਦਾ ਜਿਹਦੇ ਅੰਦਰ ਅਸੀਂ ਉਹਨਾਂ ਨੂੰ ਟੀਚਰ ਟ੍ਰੇਨਿੰਗ ਵੀ ਦਿੰਦੇ ਹਾਂ। ਹੁਣ ਬਾਬਾ ਜੀ ਨੇ ਜਦ ਅਸੀਂ ਇਹ ਸਕੂਲ ਦਾ ਸਾਰਾ ਸ਼ੁਰੂ ਕੀਤਾ ਸੀਗਾ ਤੇ ਬਾਬਾ ਜੀ ਦਾ ਇਹ ਸੀਗਾ ਕਿ ਅਸੀਂ ਬਾਬਾ ਨੇ ਦੇਖਿਆ ਕਿ ਬਾਬਾ ਇਕਬਾਲ ਸਿੰਘ ਜੀ ਨੇ ਕਿ ਉਹਦੇ 'ਚ ਉਹਨਾਂ ਨੇ ਦੇਖਿਆ ਕਿ ਸਾਡੇ ਕੋਲ ਟੀਚਰਸ ਨਹੀਂ ਹੈਗੀਆਂ, ਕੁਆਲਿਟੀ ਟੀਚਰਸ ਨਹੀਂ ਹੈਗੀਆਂ। ਫਿਰ ਉਹਨਾਂ ਨੇ ਇਹ ਪ੍ਰੋਗਰਾਮ ਤਾਂ ਇੰਟਰੋਡਿਊਸ ਕੀਤਾ ਸੀਗਾ ਜਿਹਦੇ ਅੰਦਰ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਤੇ ਫਿਰ ਉਹਦੇ ਅੰਦਰ ਉਹਨਾਂ ਨੂੰ ਸਾਰਾ ਪੜ੍ਹਾਈ ਕੀਤੀ, ਸਾਰਾ ਕੁਝ ਕੀਤਾ ਤੇ ਹੁਣ ਉਹ 12ਵੀਂ ਦਾ ਪੜ੍ਹਾਉਣ ਤੋਂ ਬਾਅਦ MA BA ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਅਸੀਂ ਆਪਣੀ ਸਕੂਲ ਦੇ ਅੰਦਰ ਹੀ ਸਾਰੀ ਉੱਥੇ ਜੌਬ ਵੀ ਦਿੰਦੇ ਹਾਂ ਤੇ ਇਹ ਪੂਰਾ ਪ੍ਰੋਗਰਾਮ ਫ੍ਰੀ ਆਫ ਕਾਸਟ ਹੁੰਦਾ, ਬੱਚਿਆਂ ਦੇ ਲਈ ਫ੍ਰੀ ਆਫ ਕਾਸਟ ਹੈ ਪੂਰਾ। ਫਿਰ ਤੁਸੀਂ ਉਹਨਾਂ ਨੂੰ ਤਨਖਾਹ ਵੀ ਦਿੰਦੇ ਆ? ਤਨਖਾਹ ਵੀ ਦਿੰਦੇ ਆ ਉਸ ਤੋਂ ਬਾਅਦ ਜੀ। ਜਦੋਂ ਜਿੰਨੀ ਰੈਗੂਲਰ ਟੀਚਰ ਨੂੰ ਤਨਖਾਹ ਮਿਲਦੀ ਹੈ ਉਹਨਾਂ ਨੂੰ ਵੀ ਉਨੀ ਮਿਲਦੀ ਹੈ? ਬਿਲਕੁਲ ਜੀ, ਬਿਲਕੁਲ। ਜਿੰਨੀ ਰੈਗੂਲਰ ਟੀਚਰ ਦੀ ਹੁੰਦੀ ਹੈ ਸੇਮ ਜੋ ਵੀ ਉਹਨਾਂ ਦੀ ਪੋਜੀਸ਼ਨਸ ਹੈਗੀਆਂ ਨੇ ਉਸ ਪੋਜੀਸ਼ਨ ਦੇ ਅਕੋਰਡਿੰਗਲੀ ਉਹਨਾਂ ਨੂੰ ਅਸੀਂ ਸੈਲਰੀ ਵੀ ਦਿੰਦੇ ਹਾਂ। ਵੈਰੀ ਗੁੱਡ। ਤੇ ਪੂਰਾ ਜੋ ਜੌਬ ਵੀ ਉਹਦੇ ਵਿੱਚ ਚੱਲਦਾ ਹੈਗਾ ਉਹਨਾਂ ਦਾ। ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਇਹ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਅੱਗੇ ਚੱਲਦਾ ਰਹੇਗਾ। ਸਾਡੇ ਨਾਲ ਜੁੜੇ ਰਹੋ ਤੇ ਹੁਣੀ ਤੁਹਾਨੂੰ ਮਿਲਦੇ ਹਾਂ ਛੋਟੀ ਜਿਹੀ ਇੱਕ ਬ੍ਰੇਕ ਤੋਂ ਬਾਅਦ। 129 ਅਕਾਲ ਅਕੈਡਮੀਜ਼ ਤੇ 2 ਯੂਨੀਵਰਸਿਟੀਜ਼ ਰਾਹੀਂ ਵਿਦਿਆ ਤੇ ਧਰਮ ਦਾ ਚਾਨਣ ਪੂਰੇ ਦੇਸ਼ ਵਿੱਚ ਵੰਡਣ ਵਾਲੀ ਸੰਸਥਾ ਹੈ ਕਲਗੀਧਰ ਟਰਸਟ। ਔਰ ਕੁਝ ਤੁਹਾਡੇ ਨਾਲ ਮੈਂ ਜਾਣਕਾਰੀ ਸਾਂਝੀ ਕਰਨੀ ਚਾਹਣਾ ਕਿ ਜੋ ਅੱਜ ਅਸੀਂ ਇਹ ਉਪਰਾਲਾ ਕਰ ਰਹੇ ਹਾਂ, ਜਿਸ ਜੋ ਜਸਟ TV ਸਾਡੇ ਨਾਲ ਰਲ ਕੇ ਸਾਰਾ ਉਪਰਾਲਾ ਕਰ ਰਿਹਾ, ਉਹਦੇ ਵਿੱਚ ਸਾਨੂੰ ਹੁਣੇ ਮੇਜਰ ਰਘਵੀਰ ਸਿੰਘ ਜੀ ਕੈਲੀਫੋਰਨੀਆ ਦੇ ਵਿੱਚੋਂ ਉਹਨਾਂ ਦੀ ਕਾਲ ਆਈ ਜੋ ਕਿ ਲੈਂਡ ਡੋਨੇਟ ਕਰਕੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਇੱਕ ਅਕੈਡਮੀ ਬਣਵਾਉਣਾ ਚਾਹੁੰਦੇ ਨੇ। ਬਹੁਤ ਬਹੁਤ ਧੰਨਵਾਦੀ ਹਾਂ ਮੇਜਰ ਰਘਵੀਰ ਸਿੰਘ ਜੀ ਦੇ। ਅਸੀਂ ਜ਼ਰੂਰ ਉਹਨਾਂ ਨੂੰ ਇਸ ਸ਼ੋਅ ਤੋਂ ਬਾਅਦ ਕੰਟੈਕਟ ਕਰਾਂਗੇ ਔਰ ਜੋ ਪਿੱਛੇ ਇੰਡੀਆ ਦੇ ਵਿੱਚ ਟੀਮਸ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ। ਇੱਕ ਜਗਵਿੰਦਰ ਸਿੰਘ ਚੀਮਾ ਜਿਹੜੇ ਕਿ ਸਪਾਂਸਰ ਕਰਨਾ ਚਾਹੁੰਦੇ ਨੇ ਬੱਚਿਆਂ ਨੂੰ, ਉਹਨਾਂ ਦੇ ਵੱਲੋਂ ਉਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਸਾਡੇ ਕੋਲ ਆਈ ਆ, ਉਹਨਾਂ ਨੂੰ ਵੀ ਅਸੀਂ ਸ਼ੋਅ ਤੋਂ ਬਾਅਦ ਜ਼ਰੂਰ ਕੰਟੈਕਟ ਕਰਾਂਗੇ। ਔਰ ਇੱਕ ਜਗਦੀਪ ਸਿੰਘ ਜੀ ਸੇਖੋਂ ਜਿਨ੍ਹਾਂ ਨੇ ਉਹ ਵੀ ਕੈਲੀਫੋਰਨੀਆ ਤੋਂ ਨੇ, ਬੇ ਏਰੀਏ ਤੋਂ, ਸੈਨ ਹੋਜੇ ਤੋਂ, ਉਹਨਾਂ ਨੇ 3 ਬੱਚੇ ਸਪਾਂਸਰ ਕੀਤੇ ਨੇ ਹੁਣੀ ਇਸ ਪ੍ਰੋਗਰਾਮ ਦੇ ਰਾਹੀਂ। ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਇਸੇ ਤਰ੍ਹਾਂ ਹੀ ਗੱਲਾਂ ਦਾ ਸਿਲਸਿਲਾ ਹੋਰ ਅੱਗੇ ਜਾਰੀ ਕਰਦੇ ਹੋਏ ਮੈਂ
ਫਿਰ ਜੁੜ ਬੈਠਾ ਹਾਂ ਮੁਕਤਾ ਜੀ ਨਾਲ ਔਰ ਜਸਪ੍ਰੀਤ ਸਿੰਘ ਜੀ ਨਾਲ, ਔਰ ਇਹਨਾਂ ਤੋਂ ਹੋਰ ਜਾਣਕਾਰੀ ਹਾਸਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਬਾਰੇ ਵਿੱਚ। ਸੋ ਮੁਕਤਾ ਜੀ, ਤੁਸੀਂ ਇਹ ਜੋ ਪ੍ਰੋਗਰਾਮ ਜਸਪ੍ਰੀਤ ਜੀ ਨੇ ਸਾਨੂੰ ਦੱਸਿਆ ਕਿਸ ਤਰੀਕੇ ਦੇ ਨਾਲ ਬੱਚਿਆਂ ਦਾ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ, ਤੁਸੀਂ ਬੜੇ ਇਨਵੋਲਵਡ ਹੋ ਉਸ ਪ੍ਰੋਗਰਾਮ ਦੇ ਵਿੱਚ। ਹਰੇਕ ਵੀਕਐਂਡ ਤੁਸੀਂ ਵੱਖਰੀਆਂ ਵੱਖਰੀਆਂ ਜਗ੍ਹਾ 'ਤੇ ਜਾਂਦੇ ਆ। ਸਾਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਕਿ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ, ਕਿਸ ਤਰੀਕੇ ਦੇ ਨਾਲ ਉਹ ਮਤਲਬ ਲੋਕੀ ਇਸ ਪ੍ਰੋਗਰਾਮ ਨੂੰ। ਇਹ ਵੀਰ ਜੀ ਪ੍ਰੋਗਰਾਮ ਦੇ ਨਾਲ ਸੰਗਤ ਬਹੁਤ ਜੁੜ ਰਹੀ ਹੈ, ਕਿਉਂਕਿ ਸਾਰੇ ਪਿੰਡਾਂ ਤੋਂ ਆਏ ਆਪਾਂ ਜੀ, ਹਨਾ। ਭਾਵੇਂ ਛੱਡ ਆਏ ਆਪਣਾ ਮੁਲਕ, ਉੱਥੇ ਰਹਿ ਇੱਥੇ ਰਹੇ, ਰੂਹਾਂ ਸਬਜ਼ੀਆਂ ਪਿੰਡਾਂ 'ਚ ਹੀ ਨੇ ਹਨਾ ਜੀ। ਆਪਣੇ ਨਾਲ ਇੱਕ ਪੰਜਾਬ ਅਸਲੀ ਵਸਦਾ ਵੀ ਪਿੰਡਾਂ ਦੇ ਵਿੱਚ ਹੀ ਹੈ ਹਨਾ। ਤੇ ਜਿਵੇਂ ਅਸੀਂ ਲਾਸਟ ਵੀਕਐਂਡ ਗਏ ਹਨਾ, ਤੇ ਉਸ ਤੋਂ ਬਾਅਦ ਉਧਰੋਂ ਆਏ ਤੇ ਗੁਰਚਰਨ ਸਿੰਘ ਜੀ। ਕਿੱਥੇ ਕਿਹੜੇ ਗੁਰੂ ਘਰ ਗਏ ਸੀ ਲਾਸਟ? ਅਸੀਂ ਸਟਾਕਟਨ ਜੀ ਹਨਾ। ਤੇ ਸਾਨੂੰ ਇੱਕ ਗੁਰਚਰਨ ਸਿੰਘ ਵੀਰ ਜੀ ਉਹਨਾਂ ਦਾ ਫੋਨ ਆਇਆ ਆਪਣੇ ਸੇ ਹਨਾ, ਤੇ ਉਹਨਾਂ ਨੇ 5 ਬੱਚੇ ਸਪਾਂਸਰ ਕੀਤੇ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ 2500 ਦਾ ਚੈੱਕ ਕੰਚਨੀਸ਼ ਕੌਰ ਆਪਣੀ ਬੇਟੀ ਦੇ ਨਾਮ ਤੇ ਮੈਂ ਭੇਜ ਰਿਹਾ। ਮੈਨੂੰ 10 ਅਸੀਂ ਉਹਨਾਂ ਨੂੰ 5 ਬੱਚਿਆਂ ਦੀ ਈਮੇਲ ਭੇਜੀ, ਉਹਨਾਂ ਨੇ ਸਿਲੈਕਟ ਕਰਕੇ ਭੇਜੇ। ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਫਿਰ ਕਾਲ ਆਇਆ ਕਿ ਮੁਕਤਾ ਭੈਣ ਜੀ ਮੈਂ ਹੋਰ ਬੱਚੇ ਕਰਨੇ ਸਪਾਂਸਰ, ਤੇ ਵਿੱਚੋਂ ਨੀਡੀ ਕਿਹੜੇ ਨੇ, ਤੁਹਾਨੂੰ ਕਿਹੜੀ ਕੈਟਾਗਰੀ ਜ਼ਿਆਦਾ ਨੀਡੀ ਲੱਗਦੀ ਹੈ। ਹੁਣ ਜਿਵੇਂ ਮੈਂ ਬਿਨਾਂ ਮਾਂ ਤੋਂ ਬਿਨਾਂ ਪਿਓ ਤੋਂ, ਸੌਰੀ ਪੱਲੀ ਮੇਰੀ ਮਾਂ ਨੇ ਮੈਨੂੰ ਪਾਲਿਆ ਹਨਾ, ਮੇਰੀ ਮਾਂ ਜਿਵੇਂ ਵਿਡੋ ਸੀਗੀ ਹਨਾ। ਹੁਣ ਮੈਂ ਤੇ ਇਸ ਚੀਜ਼ ਦੇ ਕਲੋਜ਼ ਹੋਵਾਂਗੀ। ਮੈਂ ਕਿਹਾ ਕਿ ਜਿਹੜੀ ਵਿਡੋ ਕੈਟਾਗਰੀ ਹੈ, ਪਿਓ ਨਹੀਂ ਹੁੰਦਾ, ਉਹ ਜ਼ਿਆਦਾ ਡਿਫਿਕਲਟ ਹੁੰਦਾ ਲੇਡੀ ਵਾਸਤੇ, ਤੇ ਤੁਸੀਂ ਵਿਡੋ ਕੈਟਾਗਰੀ ਚ ਵੀਰ ਜੀ ਕਰ ਲਓ। ਮੇਰਾ ਸੁਜੈਸ਼ਨ ਹੈ, ਬਾਕੀ ਤੇ ਸਾਰੇ ਹੀ ਨੀਡੀ ਉੱਥੇ ਹੈਗੇ ਜਿਹੜੇ ਬੱਚਿਆਂ ਦੀ ਲਿਸਟਾਂ ਪਾਈਆਂ। ਮੈਂ ਕਿਹਾ ਤੁਸੀਂ ਜਿਹੜੇ ਸਿਲੈਕਟ ਕਰਨੇ ਨੇ ਤੁਸੀਂ ਬੱਚੇ ਸਾਨੂੰ ਭੇਜ ਦਿਓ, ਇਨਫੋਰਮੇਸ਼ਨ ਤੁਹਾਨੂੰ ਅਸੀਂ ਬੱਚੇ ਅਲਾਟ ਕਰ ਦਿੰਦੇ ਹਾਂ। ਤੇ ਉਹ ਕਹਿੰਦੇ ਕੋਈ ਆਕਸ਼ਨ ਥੋੜਾ ਨਾ ਲੱਗੀ ਕਿ ਬੱਚੇ ਸਿਲੈਕਟ ਕਰਨੇ ਨੇ। ਓਕੇ ਲੈਟ ਮੀ ਕਾਊਂਟ। ਉਹਨਾਂ ਨੇ ਕਾਊਂਟ ਕੀਤਾ ਤੇ 7 ਬੱਚੇ, ਇਸ ਤੋਂ ਬੱਚੇ ਸਿਲੈਕਟ ਕਰਕੇ ਤੇ ਉਹਨਾਂ ਨੇ ਲਾਈਕ ਕੀ ਨਾਮ ਦੱਸਿਆ ਤੁਸੀਂ ਸਰਦਾਰ ਸਾਹਿਬ? ਗੁਰਚਰਨ ਸਿੰਘ ਜੀ। ਬਹੁਤ ਬਹੁਤ ਧੰਨਵਾਦ ਉਹਨਾਂ ਨੇ ਹਨਾ, ਉਹਦੀ ਬੇਟੀ ਨੇ ਕੀਤਾ ਕੰਚਨੀਸ਼ ਕੌਰ ਹਨਾ। ਤੇ ਹਾਂਜੀ ਫਿਰ ਵੀਰ ਜੀ ਉਹਨਾਂ ਦਾ ਲਾਈਕ ਕੀ ਨਾਮ ਹੈ, ਮਤਲਬ ਬੜਾ ਜਿਹੜੇ ਗੁਰਦੁਆਰਾ ਸਾਹਿਬ ਵੀ ਜਾ ਰਹੇ ਆ ਤੇ ਜਿਹੜੇ ਕਿ ਐਜੂਕੇਟਿਡ ਲੋਕ ਨੇ ਉਹਨਾਂ ਨੂੰ ਵੈਸੇ ਐਜੂਕੇਸ਼ਨ ਦੀ ਕਦਰ ਹੈ। ਉਹਨਾਂ ਨੂੰ ਪਤਾ ਹੈ ਕਿ ਅਸੀਂ ਐਜੂਕੇਸ਼ਨ ਦੇ ਰਾਹੀਂ ਡਾਕਟਰਸ, ਇੰਜੀਨੀਅਰਸ, ਲਾਇਰ, ਉਹ ਜਿੱਥੇ ਪਹੁੰਚੇ ਨੇ ਕਿ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਉਹ ਤੇ ਜੁੜ ਹੀ ਰਹੇ ਨੇ। ਉਹਨਾਂ ਨਾਲੋਂ ਜ਼ਿਆਦਾ ਕਿਹੜੇ ਜੁੜ ਰਹੇ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਹਾਲਾਤਾਂ ਕਰਕੇ ਨਸੀਬ ਨਹੀਂ ਹੋ ਪਾਈ, ਜਾਂ ਫੈਮਿਲੀ ਐਜੂਕੇਟਿਡ ਨਹੀਂ ਸੀ, ਉਹਨਾਂ ਨੇ ਇੰਨਾ ਇਨਕਰੇਜ ਹੀ ਨਹੀਂ ਕੀਤਾ ਬੱਚਿਆਂ ਨੂੰ, ਬਿਜ਼ਨਸਿਸ ਪੈ ਗਏ। ਤੇ ਉਹਨਾਂ ਨੂੰ ਕਿੱਥੇ ਨਾ ਕਿੱਥੇ ਕਮੀ ਫੀਲ ਹੁੰਦੀ ਹੈ ਕਿ ਜੇ ਅਸੀਂ ਵੀ ਡਾਕਟਰ ਹੁੰਦੇ, ਪੜ੍ਹੇ ਲਿਖੇ ਹੁੰਦੇ, ਮੇ ਬੀ ਅਸੀਂ ਹੋਰ ਤਰੱਕੀ ਕਰਦੇ। ਉਹ ਜ਼ਿਆਦਾ ਇਸ ਪ੍ਰੋਜੈਕਟ ਨਾਲ ਜੁੜ ਰਹੇ ਨੇ। ਤੇ ਬਾਕੀ ਤੇ ਕਿਉਂਕਿ ਅੰਦਰੋਂ ਤੇ ਸਭ ਨੂੰ ਪਤਾ, ਹਰ ਇੱਕ ਨੇ ਆਪਣਾ ਵੀਰ ਜੀ ਦਸਵੰਤ ਤੇ ਕੱਢਣਾ ਹੀ ਹੈਗਾ। ਮੈਂ ਤੇ ਇਸ ਟਾਈਮ ਕਹਾਂ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵੀ ਲਾਉਂਦੇ ਹਾਂ, ਆਪਾਂ ਰੁਮਾਲਾ ਸਾਹਿਬ ਵਿੱਚ ਲਾਉਂਦੇ ਹਾਂ, ਆਪਾਂ ਸੋਨੇ ਦੇ ਛੱਬੇ ਵੀ ਦਰਬਾਰ ਸਾਹਿਬ ਜਾ ਕੇ ਲਾ ਕੇ ਆਉਂਦੇ ਹਾਂ, ਚੜਾ ਕੇ ਆਉਂਦੇ ਹਾਂ। ਬਟ ਮੈਨੂੰ ਲੱਗਦਾ ਹੈ ਕਿ ਇੱਕ ਬੱਚੇ ਨੂੰ, ਜ਼ਰੂਰਤਮੰਦ ਬੱਚੇ ਨੂੰ ਐਜੂਕੇਸ਼ਨ ਜਿਹੜਾ ਹਰ ਬੱਚੇ ਦਾ ਹੱਕ ਹੈ ਵੈਸੇ ਤੇ, ਬਟ ਕਿਸੇ ਦੀ ਕਿਸਮਤ ਚੰਗੀ, ਕਿਸੇ ਦੀ ਮਾੜੀ। ਚੰਗੀ ਵਾਲੀ ਤੇ ਪੜ੍ਹ ਗਏ, ਹੁਣ ਜਿਹੜੇ ਮਾੜੇ ਵਾਲੇ ਨੇ ਹਨਾ, ਉਹਨਾਂ ਦੀ ਜੇ ਕਿਸੇ ਨੇ ਨਾ ਬਾਹ ਫੜੀ ਤੇ ਉਹਨਾਂ ਦਾ ਜੀਵਨ ਤੇ ਫਿਰ ਵੀਰ ਜੀ ਨਰਕ ਹੀ ਹੈ ਨਾ। ਤੇ ਸੋ ਆਪਾਂ ਉਹਨਾਂ ਦਾ ਨਰਕ ਕਿਉਂ ਬਣਨ ਦਈਏ ਜੇ ਅਸੀਂ ਅਫੋਰਡ ਕਰ ਸਕਦੇ ਹਾਂ। ਤੇ ਮੈਂ ਕਹਿੰਦੀ ਹਾਂ ਕਿ ਗੁਰੂ ਦੀ ਅਸਲੀ ਗੋਲਕ ਹੈ ਉਹ ਇੱਕ ਗਰੀਬ ਦਾ ਮੂੰਹ ਹੁੰਦਾ ਹੈ। ਸੋ ਇੱਕ ਬੱਚੇ ਨੂੰ ਮੈਨੂੰ ਗਰੀਬ ਵਰਡ ਨਹੀਂ ਕਹਿਣਾ ਚਾਹੀਦਾ, ਕਿਉਂਕਿ ਆਪਾਂ ਸਾਰੇ ਇਹਨਾਂ ਹਾਲਾਤਾਂ ਚੋਂ ਨਿਕਲੇ ਹੋਏ ਹਾਂ, ਜ਼ਰੂਰਤਮੰਦ ਬੱਚੇ ਸੌਰੀ, ਕਿ ਜੋ ਵੀ ਪ੍ਰਮਾਤਮਾ ਵੱਲੋਂ ਹਾਲਾਤ ਦੇ ਹੈਗੇ ਨੇ ਤਾਂ ਅਸੀਂ ਬੱਚੇ ਹੀ ਪੜ੍ਹਾਈਏ। ਭਾਈ ਗੁਰਦਾਸ ਜੀ ਨੇ ਕਿਹਾ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿ ਹੀਰੇ ਮੋਤੀ ਜਵਾਹਰਤਾਂ ਦੇ 7 ਮੰਦਰ ਮੈਲ ਦਾਨ ਕਰ ਦਈਏ, ਉਹਦੀ ਜਗ੍ਹਾ ਅਸੀਂ ਇੱਕ ਬੱਚੇ ਨੂੰ ਪੜ੍ਹਾ ਦਈਏ, ਉਹਨੂੰ ਗੁਰੂ ਦੇ ਨਾਲ ਜੋੜ ਦਈਏ। ਤੇ ਇੱਕ ਵਾਰੀ ਦਾਂਗੇ, ਕਿਸੇ ਨੂੰ 2 ਵਾਰੀ ਦਾਂਗੇ, ਬਟ ਇੱਕ ਵਾਰੀ ਐਜੂਕੇਸ਼ਨ ਦੇ ਦਾਂਗੇ ਉਹਨੂੰ, ਉਹ ਆਪਣੀ ਅੱਗੋਂ 7 ਪਰਿਵਾਰ ਹੋਰ ਉਹ ਪਾਲ ਲੇਗਾ, ਸਾਂਭ ਲੇਗਾ। ਤੇ ਮੇਰੇ ਤੇ ਬਹੁਤ ਦਿਲ ਦੇ ਵਿੱਚ ਹੈ ਕਲੋਜ਼, ਜਦੋਂ ਜਸਪ੍ਰੀਤ ਵੀਰ ਜੀ ਨੂੰ ਇੰਡੀਆ, ਮੈਂ ਸਾਰਾ ਇਹਨਾਂ ਨਾਲ ਵਰਕ ਇਟ ਆਊਟ ਕਰਦੀ ਹਾਂ। ਮੈਂ ਸਾਰੇ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਡੋਨੇਸ਼ਨਸ ਦਿੰਦੇ ਹੋ ਤੇ ਮੈਂ ਤੁਹਾਡੀ ਇਨਫੋਰਮੇਸ਼ਨ, ਈਮੇਲ ਐਡਰੈਸ, ਤੁਹਾਡਾ ਫੋਨ ਨੰਬਰ ਮੈਂ ਲੈ ਕੇ ਆਉਂਦੀ ਹਾਂ। ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤੁਹਾਨੂੰ 1-2 ਦਿਨ 'ਚ ਈਮੇਲ ਆ ਜਾਏਗੀ। ਦੀਕਸ਼ਾ ਕੌਰ ਇੱਕ ਭੈਣ ਜੀ ਹੈਗੇ ਨੇ ਤੇ ਜਸਪ੍ਰੀਤ ਵੀਰ ਜੀ। ਮੈਂ ਆਉਂਦਿਆਂ ਸਰ ਪਹਿਲਾ ਕੰਮ ਮੇਰਾ ਰਾਤ ਨੂੰ ਹੁੰਦਾ ਕਿ ਲੈਂਡ ਕੀਤੀਆਂ ਤੇ ਆਪਣੀ ਖੋਲ੍ਹਦੀਆਂ ਰਸੀਦ ਬੁੱਕ ਤੇ ਇਹ ਵਾਲੇ ਵੀਰ ਜੀ ਨੂੰ ਈਮੇਲ ਕਰਦੀਆਂ ਤੇ ਨੈਕਸਟ ਡੇ ਫਿਰ ਇਹ ਜਿਹੜਾ ਕਿ
ਉਹਨਾਂ ਨੂੰ ਈਮੇਲ ਕਰਦੇ ਨੇ ਬੱਚੇ ਕੈਟਾਗਰੀਜ਼ ਦੇ ਹਿਸਾਬ ਦੇ ਨਾਲ ਜੀ। ਤੇ ਕੀ ਨਾਮ ਹੈ, ਇੰਡੀਆ ਟੀਮਾਂ ਪੂਰੀ ਮਿਹਨਤ ਨਾਲ ਲੱਗੀਆਂ ਹੋਈਆਂ ਨੇ ਹਨਾ। ਹੁਣ ਸਾਡਾ ਹੁਲਾਰਾ ਇਹੀ ਹੈ, ਜਿਵੇਂ ਵੀਰ ਜੀ ਨੇ ਕਿਹਾ 2100 ਬੱਚਾ 2 ਸਾਲ 'ਚ ਅਸੀਂ ਵਰਲਡ ਵਾਈਡ ਲਿਆ। ਤੁਹਾਨੂੰ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਮਰੀਕਾ ਤੋਂ ਆਪਣਾ 2 ਸਾਲ 'ਚ 800 ਬੱਚਾ ਸਪਾਂਸਰ ਹੋਇਆ ਸਾਧ ਸੰਗਤ ਜੀ। ਤੇ ਬਟ ਫਿਰ ਵੀ ਬਹੁਤ ਛੋਟੀ ਜਿਹੀ ਅਚੀਵਮੈਂਟ ਹੈ ਪੂਰੇ ਵਰਲਡ ਵਾਈਡ। ਸਿੱਖਾਂ ਦੇ ਸਿਰਫ ਆਪਾਂ ਕਿੰਨੇ 2100 ਬੱਚਾ ਲਾਈਕ 2200 ਬੱਚਾ ਸਪਾਂਸਰ ਹੋਇਆ, ਘੱਟ ਹੋਇਆ ਹਨਾ। ਤੇ ਕੀ ਨਾਮ ਹੈ, ਸੋ ਹਲੇ 400 ਬੱਚਾ ਸੌਰੀ 300 ਬੱਚਾ ਹੋਰ ਖੜਾ ਹੈ। ਤੇ ਅਸੀਂ ਇਹੀਓ ਟੀਚਾ ਅੱਜ ਆਉਣ ਦਾ ਮਕਸਦ ਹੀ ਇਹ ਸੀਗਾ। ਤੇ ਪੈਨੀ ਜੀ ਨੂੰ ਫੋਨ ਕੀਤਾ ਕਿ ਆਪਾਂ 300 ਬੱਚੇ 31 ਦਸੰਬਰ ਤੱਕ ਅਸੀਂ ਕਰਨੇ ਨੇ, ਕਿਉਂਕਿ ਅਸੀਂ ਇੰਡੀਆ ਸਾਡੇ ਡਾਕਟਰ ਦਵਿੰਦਰ ਵੀਰ ਜੀ ਵਰਾਂ ਨਾਲ ਸਾਰੀ ਮੈਨੇਜਮੈਂਟ ਨਾਲ ਗੱਲ ਕੀਤੀ ਕਿ ਨੈਕਸਟ ਈਅਰ ਬੱਚੇ ਲੈਣੇ ਨੇ, ਕਿਉਂਕਿ ਹਰ ਸੰਸਥਾ ਦਾ ਇੱਕ ਬਜਟ ਹੁੰਦਾ ਹੈ। ਤੇ ਸਾਨੂੰ ਸੀਗਾ ਕਿ ਅਸੀਂ ਇਹ ਫਟਾਫਟ 300 ਬੱਚਾ 31 ਦਸੰਬਰ ਤੱਕ ਅਸੀਂ ਸਾਰੇ $500 ਸਾਲ ਦਾ ਵੀ ਕਰੀਏ, 5 ਬੱਚੇ $2500 ਸਾਲ ਦਾ ਦਈਏ, 2000 ਦਈਏ, ਜਿੰਨੀ ਪੌਕਿਟ ਹੈ। ਤੇ ਇਹ ਬੱਚੇ ਅਸੀਂ ਸਪਾਂਸਰ ਕਰੀਏ ਤਾਂ ਕਿ ਅਗਲੇ ਸਾਲ ਫਿਰ 1000 ਦੀ ਜਗ੍ਹਾ ਸੀ ਤੇ ਮੈਨੇਜਮੈਂਟ ਨੂੰ ਕਹੀਏ ਕਿ ਤੁਸੀਂ 1000 ਨਹੀਂ, ਤੁਸੀਂ 2500 ਬੱਚਾ ਲਓ। ਅਸੀਂ ਸਾਰੇ ਗੱਜ ਵੱਜ ਕੇ ਹੁਲਾਰਾ ਮਾਰ ਕੇ ਆਪਣੇ ਦੋਸਤਾਂ ਨੂੰ ਯਾਰਾਂ ਨੂੰ ਕਹਿ ਕੇ ਬਾਂਹ ਪਕੜ ਕੇ ਤੂੰ 500 ਕੱਢ, ਤੂੰ 500 ਕੱਢ। ਸਾਧ ਸੰਗਤ ਜੀ ਉਂਝ ਇੱਕ ਦੂਜੇ ਦੇ ਘਰ ਜਾਂਦੇ ਆ, 500 ਦੇ ਤੇ ਗਿਫਟ ਲੈ ਜਾਂਦੇ ਹੈਗੇ ਆ, ਦੁਨੀਆਦਾਰੀਆਂ ਨਿਭਾਉਂਦੇ ਰਹਿ ਗਏ, ਸੋਨੇ ਦੇ ਹਾਰ ਪਾਉਂਦੇ ਰਹਿ ਗਏ। ਤੇ ਸਾਧ ਸੰਗਤ ਜੀ ਨਾਲ ਤੇ ਇਹ ਕਰਮ ਜਾਣੇ $2.5 ਦਾ ਆਪਾਂ ਸਟਾਰਬਕਸ ਦਾ ਇੱਕ ਕਾਫੀ ਤਿਆਗ ਦੀਏ ਆਪਾਂ ਇੱਕ ਬੱਚੇ ਦੀ ਜ਼ਿੰਦਗੀ ਬਣਾ ਸਕਦੇ। ਜਦੋਂ ਵੀਰ ਜੀ ਵਾਲੀ ਫੋਟੋਆਂ ਭੇਜਦੇ ਨੇ, ਜਦੋਂ ਡੋਨਰ ਨੂੰ ਨਾ ਜਾਂਦੇ ਨੇ ਵੀਡੀਓਜ਼, ਉਹਨਾਂ ਦੀ ਐਕਟੀਵਿਟੀਜ਼ ਜਾਂਦੀਆਂ, ਉਹ ਬੱਚੇ ਇੰਝ ਬੋਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਉਹ ਕੋਈ ਪੋਇਮ ਬੋਲਦੇ ਨੇ, ਫਿਰ ਥੈਂਕ ਯੂ ਵੀ ਕਰਦੇ ਨੇ। ਤੇ ਉਹ ਜਦੋਂ ਈਮੇਲ ਜਾਂਦੀ CC 'ਚ ਮੈਂ ਹੁੰਦੀ ਹਾਂ ਵੀਰ ਜੀ, ਜਦੋਂ ਮੈਂ ਦੇਖਦੀ ਹਾਂ ਤੇ ਮੈਂ ਕਹਿੰਦੀ ਹਾਂ ਇਹ ਸ਼ੁਕਰ ਹੈ ਵਾਹਿਗੁਰੂ, ਸ਼ੁਕਰ ਹੈ। ਮੈਂ ਉਸ ਦਿਨ ਤੁਹਾਨੂੰ ਵੀਰ ਜੀ ਕਹਿ ਰਹੀ ਸੀ, ਆਪਣੇ ਬੱਚੇ ਇੰਨੇ ਰੂਡ ਬੋਲਦੇ ਨੇ ਕਈ ਵਾਰੀ ਹਨਾ, ਕਿ ਇੰਨੇ ਸੈਲਫਿਸ਼ ਜੇ, ਬਸ ਉਹਨਾਂ ਨੂੰ ਆਪਣਾ ਢਿੱਡ ਚਾਹੀਦਾ, ਆਪਣਾ ਗੇਮ ਚਾਹੀਦੀ, ਆਪਣਾ ਆਪਣੇ ਜੰਮੇ ਹੋਏ, ਮਤਲਬ ਕਿ ਕੋਈ ਕਦਰ ਹੀ ਨਹੀਂ, ਬਦਤਮੀਜ਼ੀ ਨਾਲ। ਉੱਥੇ ਹੁੰਦਾ ਕਿ ਇਹ ਦਾਤੇ ਆ, ਇਹਨਾਂ ਦਾ ਫਰਜ਼ ਤਾਂ ਨਿਭਾਉਣਾ, ਬਟ ਖੁਸ਼ੀ ਉਹਦੇ 'ਚ। ਅੱਛਾ ਵੀਰ ਜੀ, ਜਸਪ੍ਰੀਤ ਜੀ, ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਕਿ 2 ਸਾਲ ਹੋ ਗਏ ਨੇ ਇਸ ਪ੍ਰੋਗਰਾਮ ਨੂੰ ਤੁਸੀਂ ਇਹਦੇ ਨਾਲ ਮਤਲਬ ਸੇਵਾ ਕਰ ਰਹੇ ਹੋ ਜਾਂ ਤੁਸੀਂ ਉੱਥੇ ਕਰ ਰਹੇ ਹੋ, ਇਹਦੇ ਵਿੱਚ ਕੰਮ ਕਰ ਰਹੇ ਹੋ ਪ੍ਰੋਗਰਾਮ, ਤੁਹਾਨੂੰ ਕੋਈ ਦਿੱਕਤ ਕਿਸ ਤਰ੍ਹਾਂ ਦੀ, ਕੋਈ ਦਿੱਕਤ ਆ ਰਹੀ ਹੈ ਇਹਦੇ ਵਿੱਚ, ਕੋਈ ਦਿੱਕਤਾਂ ਜਾਂ ਕੋਈ ਮਤਲਬ ਕਿ ਕੋਈ ਇਸ ਤਰ੍ਹਾਂ ਦੀ ਕੋਈ ਤੁਸੀਂ ਸ਼ੇਅਰ ਕਰੋ ਸੰਗਤ ਦੇ ਨਾਲ, ਜਾਂ ਕੋਈ ਇਸ ਤਰ੍ਹਾਂ ਤੁਹਾਨੂੰ ਕੁਛ ਹੈ, ਕੋਈ ਇਸ ਤਰ੍ਹਾਂ ਦਾ ਪੁਆਇੰਟ? ਜੀ ਕਦੀ ਕਦਾਂ ਸਾਨੂੰ ਦਿੱਕਤ ਆਉਂਦੀ ਹੈ ਕਿ ਪਹਿਲਾਂ ਨਾ ਜਦੋਂ ਸਟਾਰਟ ਕੀਤਾ ਸੀਗਾ ਤਾਂ ਥੋੜੇ ਬੱਚੇ ਲਿੱਤੇ ਸੀਗੇ ਜੀ, ਇਨੀਸ਼ੀਅਲੀ ਜਦੋਂ ਪਹਿਲੇ 2-3 ਮਹੀਨੇ ਤਾਂ ਅਸੀਂ 100-200 ਬੱਚੇ ਲਿੱਤੇ ਸੀਗੇ। ਬਟ ਉਹਦੇ ਅੰਦਰ ਅਸੀਂ ਕੀ ਕੀਤਾ ਸੀਗਾ, ਪੂਰੇ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਦੀ ਸਾਰਾ ਕੁਝ ਫ੍ਰੀ ਸੀਗਾ ਜੀ। ਤੇ ਸਾਨੂੰ ਇਹ ਪ੍ਰੋਬਲਮ ਆਈ ਕਿ ਜਦੋਂ ਬੱਸ ਜਾ ਕੇ ਖੜੀ ਹੋ ਜਾਂਦੀ ਸੀ ਨਾ ਦਰਵਾਜ਼ੇ ਤੇ ਜੀ, ਤੇ ਪੇਰੈਂਟਸ ਮਨਾ ਕਰ ਦਿੰਦੇ ਸੀ ਸਾਨੂੰ ਨਹੀਂ ਕੋਈ ਨਹੀਂ ਅੱਜ ਛੁੱਟੀ ਕਰ ਦੇ ਬਈ, ਅੱਜ ਬੱਚਾ ਬਿਮਾਰ ਹੈ ਜੀ, ਕੋਈ ਨਹੀਂ ਜੀ ਜਾਣ ਦਿਓ ਜੀ। ਤੇ ਅਸੀਂ ਇਸ ਚੀਜ਼ਾਂ ਨੂੰ 2-3 ਵਾਰੀ ਦੇਖਿਆ, ਰਿਅਲਾਈਜ਼ ਕੀਤਾ ਜੀ। ਫਿਰ ਸਾਰਿਆਂ ਨੇ ਜਿੱਦਾਂ ਡਿਸਾਈਡ ਕੀਤਾ, ਸਾਰੀ ਡਾਕਟਰ ਵੀ ਜੀ ਨੇ, ਡਾਕਟਰ ਦਵਿੰਦਰ ਸਿੰਘ ਜੀ ਨੇ, ਸਾਰਿਆਂ ਨੇ ਕਮੇਟੀ ਜਿੱਦਾਂ ਬੈਠੀ, ਸਾਰਿਆਂ ਨੇ ਕਿਹਾ ਕਿ ਥੋੜਾ ਕੁਛ ਨਾ ਕੁਛ ਅਮਾਊਂਟ ਅਸੀਂ ਪੇਰੈਂਟਸ ਤੋਂ ਲਈਏ, ਸੋ ਦੈਟ ਕਿ ਉਹ ਥੋੜੇ ਰਿਸਪੌਂਸਿਬਲ ਬਣ ਸਕਣ ਜੀ। ਕਿ ਅਗਰ ਉਹਨਾਂ ਨੂੰ ਜਿਹਦੇ 'ਚ ਅਸੀਂ ਹੁਣ ਵੀ ਜਿੰਨੇ ਬੱਚੇ ਸਪਾਂਸਰ ਅਸੀਂ ਇਹਦੇ 'ਚੋਂ ਇਹ ਸਕੀਮ ਅੰਦਰ ਕਰ ਰਹੇ ਹਾਂ, ਉਹਦੇ ਅੰਦਰ ਅਸੀਂ 1000-2000 ਇਸ ਤੋਂ ਸਾਲ ਦਾ ਜੋ ਵੀ ਮਤਲਬ ਬੰਦਾ ਕੋਈ ਅਫੋਰਡ ਕਰ ਸਕਦਾ, ਜਿੰਨਾ ਕੋ ਅਫੋਰਡ ਕਰ ਸਕਦਾ, ਚਾਹੇ 500 ਦੇਵੇ ਚਾਹੇ 1000 ਦੇਵੇ, ਤਾਂ ਕਿ ਉਹਦੇ ਤੇ ਇੱਕ ਰਿਸਪੌਂਸਿਬਿਲਟੀ ਬਣ ਜਾਏ ਕਿ ਹਾਂ ਬਈ ਉਹ ਇਹ ਨਾ ਸਮਝਣ ਕਿ ਸਾਡਾ ਬਿਲਕੁਲ ਹੀ ਫ੍ਰੀ ਆਫ ਕਾਸਟ ਹੈ ਜੀ, ਸਾਨੂੰ ਕੀ ਫਰਕ ਪੈਂਦਾ ਬੱਚਾ ਭੇਜੀਏ ਜਾਂ ਨਾ ਜਾਏ ਕਿ ਨਾ ਜਾਵੇ, ਉਹਦੀ ਕਦਰ ਵੀ ਨਹੀਂ ਹੁੰਦੀ ਫਿਰ। ਕਿਉਂਕਿ ਸੇਮ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਗਵਰਨਮੈਂਟ ਸਕੂਲਾਂ 'ਚ ਹੁੰਦੀ ਹੈ ਜੀ। ਗਵਰਨਮੈਂਟ ਸਕੂਲਾਂ ਦੀ ਫੀਸ ਹਾਰਡਲੀ ਜਾ ਕੇ ਕਿਧਰੇ ਛੋਟੀ ਮੋਟੀ ਫੀਸ ਹੁੰਦੀ ਹੈ, ਉਹ ਬੱਚੇ ਭੇਜਦੇ ਨੇ, ਨਹੀਂ ਭੇਜਦੇ। ਇੰਡੀਆ 'ਚ ਅਸੀਂ ਇਹ ਚੀਜ਼ਾਂ ਫੇਸ ਕਰਦੇ ਹਾਂ। ਤੇ ਜਦ ਅਸੀਂ ਸੇਮ ਚੀਜ਼ ਆਪਣੀ ਅਕੈਡਮੀਆਂ 'ਚ ਕੀਤੀਆਂ ਤਾਂ ਸਾਨੂੰ ਸੇਮ ਪ੍ਰੋਬਲਮ ਆਈ ਇੱਥੇ ਵੀ। ਫਿਰ ਸਾਰਿਆਂ ਨੇ ਡਿਸਾਈਡ ਕਰਕੇ ਛੋਟਾ ਮੋਟਾ ਅਮਾਊਂਟ ਜਿੰਨਾ ਵੀ ਅਸੀਂ ਪੇਰੈਂਟਸ ਤੋਂ ਥੋੜਾ ਬਹੁਤ ਲੈ ਕੇ ਜਿੰਨਾ ਅਫੋਰਡ ਕਰ ਸਕਦੇ ਜੀ, ਕੋਈ ਜ਼ਰੂਰੀ ਨਹੀਂ ਵੀ ਉਹਨਾਂ ਤੋਂ ਇੰਨਾ ਹੀ ਲੈਣੇ ਆ। ਹਾਂਜੀ, ਚਾਹੇ ਉਹ 500 ਰੁਪਏ ਕਮਿਟ ਕਰਨ, 200 ਰੁਪਏ ਕਮਿਟ ਕਰਨ, ਕੁਛ ਕਮਿਟ ਕਰਨ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ, ਸਪੋਜ਼ ਕਰੋ ਕਿ ਬੱਚੇ ਦੀ ਅਕੈਡਮੀ, ਬੱਚਾ ਆਪਣਾ ਸਕੂਟਰ ਤੇ ਜਾ ਰਿਹਾ, ਆਪਣੇ ਪਾਪਾ ਨਾਲ ਜਾਂਦਾ ਹੈ, ਸਵੇਰੇ ਕਹਿੰਦਾ ਡੈਡੀ ਮੈਨੂੰ ਸਕੂਟਰ ਤੇ ਛੱਡ ਦਿਓ, ਤੇ ਹੁਣ ਉਹਦੀ ਟਰਾਂਸਪੋਰਟ ਫੀਸ ਜਿਹੜੀ ਹੈਗੀ ਹੈ ਉਹ ਬੱਚੇ ਦੀ ਨਹੀਂ ਆਉਂਦੀ ਜੀ। ਬੱਚਾ ਸਕੂਟਰ ਤੇ ਆਪਣਾ ਫਾਦਰ ਛੱਡ ਦਿੰਦਾ ਹੈ ਤੇ ਟਰਾਂਸਪੋਰਟ ਫੀਸ ਨਹੀਂ ਲੱਗਦੀ। ਹੁਣ ਕਹਿੰਦੇ ਨੇ ਜੀ ਕਿਉਂਕਿ ਕੱਪੜੇ ਏਦਾਂ ਦੇ, ਯੂਨੀਫਾਰਮ ਏਦਾਂ ਦੀ ਹੁੰਦੀ ਹੈ, ਕਈ ਬੱਚੇ ਕਹਿੰਦੇ ਜੀ ਯੂਨੀਫਾਰਮ ਮੈਂ ਆਪਣੀ ਫੀਸ ਵੀ ਲੈ ਸਕਦਾ ਵਾਂ ਜੀ, ਬਈ ਕਿੰਨੇ 2000 ਦੀ ਫੀਸ ਹੁੰਦੀ ਹੈ, ਸਾਲ ਦੀ ਹੁੰਦੀ ਹੈ, 1500 ਕੁਛ ਅਮਾਊਂਟ ਹੁੰਦਾ।
ਤੇ ਉਹਦੇ ਜਨ 3 ਜੋੜੇ ਅਸੀਂ ਦਿੰਦੇ ਹਾਂ, 2 ਜੋੜੇ 3 ਜੋੜੇ, ਤੇ ਜਿੱਦਾਂ ਅਗਰ ਉਹਨੂੰ ਲੋੜ ਹੁੰਦੀ ਹੈ ਤੇ ਉਹ ਕਹਿੰਦੇ ਜੀ ਮੈਂ ਆਪਣੇ ਆਪ ਕਰ ਸਕਦਾ ਇੰਨੀ ਚੀਜ਼, ਤੇ ਛੋਟੀ ਮੋਟੀ ਚੀਜ਼ ਅਸੀਂ ਉਹਨਾਂ ਤੋਂ ਜਿੰਨਾ ਅਫੋਰਡ ਕਰ ਸਕਦੇ ਆ ਅਸੀਂ ਉਹਨਾਂ ਤੋਂ ਲੈਂਦੇ ਹਾਂ। ਅੱਛਾ, ਮੇਰਾ ਇੱਕ ਹੋਰ ਸਵਾਲ ਆ ਕਿ ਜਿਹੜੇ ਇੱਥੋਂ ਸਪਾਂਸਰ, ਇੱਥੋਂ ਜਿਹਨਾਂ ਨੇ ਬੱਚੇ ਸਪਾਂਸਰ ਕੀਤੇ ਨੇ, ਹਾਂਜੀ, ਤੇ ਉਹ ਸਪਾਂਸਰ ਜੇ ਇੰਡੀਆ ਜਾਵੇ ਤਾਂ ਕੀ ਉਹ ਬੱਚਿਆਂ ਨੂੰ ਮਿਲ ਸਕਦਾ? ਬਿਲਕੁਲ ਜੀ। ਹਾਂਜੀ, ਜਦੋਂ ਵੀ ਕਿਸੇ ਵੀ ਸਪਾਂਸਰ ਨੇ ਅਗਰ ਮਿਲਣਾ ਹੈ ਜਾ ਕੇ, ਜੀ, ਤੇ ਅਸੀਂ ਕੀ ਕੀਤਾ, ਇੱਕ ਸਿਸਟਮ ਬਣਾਇਆ ਹੋਇਆ ਜੀ, ਜਿਹੜਾ ਉਹਨਾਂ ਦਾ ਕੋਆਰਡੀਨੇਟਰ ਹੈ। ਕੋਆਰਡੀਨੇਟਰ ਹੁਣ ਜਿੱਦਾਂ USA ਦੇ ਕੋਆਰਡੀਨੇਟਰ ਮੁਕਤਾ ਭੈਣ ਜੀ ਹੈਗੇ ਨੇ, ਤੇ ਉਹ ਮੁਕਤਾ ਭੈਣ ਜੀ ਨੂੰ ਕੰਟੈਕਟ ਕਰਨਗੇ ਜੀ, ਮੁਕਤਾ ਭੈਣ ਜੀ ਸਾਨੂੰ ਦੱਸਣਗੇ ਜੀ, ਤੇ ਅਸੀਂ ਉਹਦੇ ਅਰੇਂਜ ਕਰਾਵਾਂਗੇ ਜੀ। ਆਈਦਰ ਅਗਰ ਕੋਈ ਸਪਾਂਸਰ ਨੇ ਕੋਈ ਕਾਲ ਕਰਕੇ ਉਹਦੇ ਨਾਲ ਗੱਲ ਕਰਨੀ ਹੈ, ਬੱਚੇ ਦੇ ਨਾਲ, ਬੱਚੇ ਦੇ ਪੇਰੈਂਟਸ ਨਾਲ ਗੱਲ ਕਰਨੀ ਹੈ ਜੀ, ਤੇ ਵੀ ਵਿਲ ਅਸੀਂ ਉਹਦੀ ਕਾਲ ਅਰੇਂਜ ਕਰਕੇ ਡੋਨਰ ਨੂੰ ਅਸੀਂ ਗੱਲ ਕਰਾਵਾਂਗੇ ਜੀ। ਸੈਕਿੰਡ, ਅਗਰ ਸਪੋਜ਼ ਕਰੋ ਉਹਨੇ ਬੱਚਿਆਂ ਨੇ ਆਪਣਾ ਸਪਾਂਸਰ ਨੇ ਜਾਣਾ ਹੈ, ਇੰਡੀਆ ਜਾਣਾ ਹੈ ਤੇ ਮਿਲਣਾ ਹੈ ਬੱਚਿਆਂ ਨੂੰ, ਤੇ ਉੱਥੇ ਸਾਨੂੰ ਦੱਸਣਗੇ, ਮੀਡੀਏਟਰ ਨੂੰ ਦੱਸਣਗੇ, ਮੀਡੀਏਟਰ ਕੋਆਰਡੀਨੇਟਰ ਸਾਨੂੰ ਦੱਸੇਗਾ, ਸੋ ਦੈਟ ਅਸੀਂ ਅਕੈਡਮੀ ਇਨਫੋਰਮ ਕਰਾਂਗੇ ਜੀ। ਇਹਦੇ ਲਈ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਹਾਂ। ਇਹਦਾ ਰੀਜ਼ਨ ਹੈਗਾ ਕਿ ਸਿਕਿਉਰਿਟੀ ਬੜੀ ਸਾਨੂੰ ਉਹਦੇ ਸਾਨੂੰ ਚਾਹੀਦੀ ਹੁੰਦੀ ਹੈ ਜੀ, ਕਿ ਕੋਈ ਵੀ ਜਾ ਕੇ ਬੱਚੇ ਨੂੰ ਮਿਲੇ, ਕੋਈ ਕਹੇ ਜੀ ਮੈਂ ਸਪਾਂਸਰ ਹੈਗਾ ਜੀ ਮੈਨੂੰ ਬੱਚੇ ਨੂੰ ਮਿਲਾਓ ਜੀ, ਤੇ ਉਸ ਚੀਜ਼ ਨੂੰ ਅਸੀਂ ਬਚਾਉਣ ਦੇ ਲਈ ਅਸੀਂ ਇਦਾਂ ਕਰਦੇ ਹਾਂ ਕਿ ਪਹਿਲਾਂ ਅਸੀਂ ਬੱਚਾ ਪ੍ਰਿੰਸੀਪਲ ਨੂੰ ਇਨਫੋਰਮ ਕਰਦੇ ਹਾਂ ਕਿ ਮੈਡਮ ਹੀ ਇਜ਼ ਦ ਸਪਾਂਸਰ ਆਫ ਦਿਸ ਚਾਈਲਡ, ਮਤਲਬ ਬਿਲਕੁਲ ਡੋਨਰ ਉਹੀ ਹੈਗਾ, ਤੇ ਉਹੀ ਹੈਗਾ, ਤੁਹਾਡੇ ਕੋਲ ਆਣਗੇ, ਤੁਸੀਂ ਬੱਚਿਆਂ ਨੂੰ ਮਿਲਾਣਾ ਹੈ, ਸਾਰਾ ਕੁਝ। ਮਤਲਬ ਇਸ ਤਰ੍ਹਾਂ ਨਹੀਂ ਕਿ ਕੋਈ ਐਵੇਂ ਕਹਦੇ ਜੀ ਮੈਂ ਬੱਚਾ ਸਪਾਂਸਰ ਕੀਤਾ ਹੋਇਆ ਤੇ ਮੈਂ ਬੱਚੇ ਨੂੰ ਮਿਲਣਾ ਚਾਹੁੰਦਾ ਜੀ, ਕਿਉਂਕਿ ਇਦਾਂ ਦੀ ਕਈ ਸਾਰੀ ਸਾਨੂੰ ਪ੍ਰੋਬਲਮਸ ਜਿਹੜੀ ਫੇਸ ਕਰਨੇ, ਤੇ ਉਹਨੂੰ ਬਚਣ ਦੇ ਲਈ ਸਿਕਿਉਰਿਟੀ ਲੈਵਲ ਦੇ ਉੱਪਰ ਸਾਨੂੰ ਇਹ ਕਰਨਾ ਪੈਂਦਾ ਹੈ। ਬਹੁਤ ਵਧੀਆ ਜੀ, ਬਹੁਤ ਅੱਛਾ ਪ੍ਰੋਗਰਾਮ ਹੈ। ਸੋ ਮੁਕਤਾ ਜੀ, ਹੁਣ ਪ੍ਰੋਗਰਾਮ ਆਪਣਾ ਤਕਰੀਬਨ ਐਂਡ ਵੱਲ ਜਾ ਰਿਹਾ, ਤੇ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਵਿਊਅਰਸ ਨੂੰ, ਸੰਗਤ ਨੂੰ, ਜੋ ਵੀ ਦਰਸ਼ਕ ਹੁਣ ਦੇਖ ਰਹੇ ਨੇ, ਕੀ ਤੁਸੀਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ? ਕਿਸ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਇਸ ਪ੍ਰੋਗਰਾਮ ਦੇ ਨਾਲ, ਮੈਂ ਇੱਥੇ ਨਾਲ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਰਿਮਾਈਂਡ ਕਰਾ ਦੇਵਾਂ ਕਿ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਉਸ ਨੰਬਰ 'ਤੇ ਪਲੀਜ਼ ਤੁਸੀਂ ਜ਼ਰੂਰ ਕੰਟੈਕਟ ਕਰੋ। ਸਾਡੀਆਂ ਟੀਮਸ ਉੱਥੇ ਪਿੱਛੇ ਬੈਠੀਆਂ ਹੋਈਆਂ ਨੇ ਜਿਹੜੀਆਂ ਕਿ ਇਸ ਟਾਈਮ ਸਪਾਂਸਰਸ ਲੈ ਰਹੀਆਂ ਨੇ, ਸੋ ਤਾਂ ਕਿ ਅਸੀਂ ਜੋ ਵੀ ਸਾਡਾ ਟਾਰਗੇਟ ਹੈ ਉਹਨੂੰ ਅਸੀਂ ਬਹੁਤ ਜਲਦੀ ਪੂਰਾ ਕਰ ਸਕੀਏ ਔਰ ਸਾਡੇ ਹੌਸਲੇ ਵਧਣ, ਤੇ ਅਸੀਂ ਹੋਰ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੀ ਸਾਡੇ ਉੱਥੇ ਭੈਣ ਭਰਾਵਾਂ ਦੀ ਬਾਂਹ ਫੜ ਸਕੀਏ। ਮੈਂ ਮੁਕਤਾ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਹੋਰ ਤੁਸੀਂ ਸੰਗਤਾਂ ਦੇ ਨਾਲ। ਮੈਂ ਦੱਸਾਂਗੀ, ਹੁਣੇ ਇੱਕ ਹੋਰ ਮੈਸੇਜ ਆਇਆ, ਜਿਹੜੀ ਸਾਡੀ ਟੀਮਾਂ ਪਿੱਛੇ ਕਾਲਸ ਲੈ ਰਹੀਆਂ ਨੇ, ਮੇਜਰ ਗੁਰਚਰਨ ਸਿੰਘ ਵੀਰ ਜੀ, ਸੋ ਉਹ ਮੇਰੇ ਪਿਓਾਂ ਬਰਾਬਰ ਵੀ ਨੇ, ਵੀਰ ਜੀ ਵੀ ਨੇ, ਤੇ ਮਤਲਬ ਸਾਡੇ ਸ਼ਿਕਾਗੋ ਦਾ ਸਾਡਾ ਥੰਬ ਨੇ, ਤੇ ਉਹਨਾਂ ਦੇ ਜੈਦੇ ਸੀ, ਉਹਨਾਂ ਦਾ ਬੇਟਾ, ਉਹਨਾਂ ਦਾ ਪੱਠਰ ਸ਼ਿਕਾਗੋ ਵਾਂਟਸ ਟੂ ਸਪਾਂਸਰ 10 ਬੱਚੇ ਉਹ ਸਪਾਂਸਰ ਕਰਨਾ ਚਾਹੁੰਦੇ ਨੇ, ਤੇ ਉਹ ਮੈਨੂੰ ਕਾਲ ਕਰਨਗੇ। ਤੇ ਮੈਂ ਗੁਰਚਰਨ ਸਿੰਘ ਚੱਜ ਸਾਹਿਬ ਨੂੰ ਤੇ ਵੀਰ ਜੀ ਨੂੰ ਇਹੀ ਕਹਾਂਗੀ ਕਿ ਉਹਨਾਂ ਨੇ ਆਪਣੀ ਇੱਕ ਜ਼ਮੀਨ ਦਿੱਤੀ, ਉਹਦੇ 'ਚ ਅਕੈਡਮੀ ਚਲਦੀ ਪਈ ਹੈ, ਇੱਕ ਜ਼ਮੀਨ ਦਿੱਤੀ ਜਿਹਦੇ 'ਤੇ ਕਾਲਜ ਬਣਨਾ ਹੈਗਾ, ਹਾਲੇ ਸਾਡੇ ਕੋਲ ਫੰਡਸ ਨਹੀਂ ਹੈਗੇ, ਤੇ ਹਾਲੇ ਲੋਨ ਵੀ ਹੈਗਾ, ਉਹ ਖਤਮ ਹੋ ਜਾਏ, ਦੇ ਚੁੱਕੇ ਨੇ, ਹੈ ਨਾ, ਅਕੈਡਮੀ ਬਣ ਚੁੱਕੀ ਹੈ ਉਹਨਾਂ ਦੀ ਉੱਥੇ ਇੰਨੀ ਰੱਖੀ ਰਖਾਈ ਕਿ ਮਤਲਬ ਕਿ ਉਹਨਾਂ ਦੇ ਅੰਦਰ ਇੰਨਾ ਪ੍ਰੇਮ, ਤੇ ਹਰ ਸਾਲ $1,00,000 ਜਿਹੜਾ ਸ਼ਿਕਾਗੋ ਤੋਂ ਇਕੱਠਾ ਕਰਾਉਂਦੇ ਨੇ, ਉਹ ਮੇਜਰ ਗੁਰਚਰਨ ਸਿੰਘ ਝੱਜ ਵੀਰ ਜੀ ਨੇ ਇਕੱਠਾ ਕਰਾਉਂਦੇ ਨੇ ਜੀ। ਤੇ ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਦੇਖ ਰਹੇ ਹੋਵੋਗੇ, ਤੇ ਸਾਨੂੰ ਇਹੋ ਜਿਹੇ ਜਿਗਰੇ ਚਾਹੀਦੇ ਨੇ। ਮਾਇਆ ਤੇ ਹੁੰਦੀ ਹੈ ਸਭ ਕੋਲ, ਬਟ ਦਿਲ ਵੱਡੇ ਚਾਹੀਦੇ ਨੇ, ਉਹ ਵਿਰਲਿਆਂ ਕੋਲ ਹੁੰਦੇ ਨੇ, ਤੇ ਆਪਾਂ ਸਾਰੇ ਕਰ ਸਕਦੇ ਹਾਂ। ਸਾਧ ਸੰਗਤ ਜੀ, ਮੈਂ ਤੇ ਇਹ ਸਾਰੇ ਵਿਊਅਰਸ ਨੂੰ ਕਹਾਂਗੀ, ਜਿਹੜਾ 300 ਬੱਚਾ ਰਹਿ ਗਿਆ ਨਾ, ਅਸੀਂ ਉਹ ਟਾਰਗੇਟ ਰੱਖੀਏ ਕਿ 31 ਦਸੰਬਰ ਤੱਕ ਅਸੀਂ ਉਹ 300 ਬੱਚੇ ਕਿਸੇ ਨਾ ਕਿਸੇ ਤਰੀਕੇ ਆਪਾਂ ਕਰੀਏ, ਤਾਂ ਕਿ ਅਗਲੇ ਸਾਲ ਜਿਹੜਾ ਹੈ ਕਿ ਅਸੀਂ ਹਾਲੇ 1000 ਬੱਚਾ, ਉਹਨਾਂ ਨੇ ਕਿਹਾ ਮੈਨੇਜਮੈਂਟ ਨੇ ਕਿ ਅਸੀਂ ਅਗਲੇ ਸਾਲ 1000 ਬੱਚਾ ਹੋਰ ਲੈਣਾ ਹੈ, ਤੇ ਬਟ ਆਪਾਂ 1000 ਦਾ ਵੀ ਆਪਾਂ ਫਿਰ ਉਹਨੂੰ ਬੇਨਤੀ ਕਰੀਏ ਕਿ 1000 ਦੀ ਜਗ੍ਹਾ ਫਿਰ 2500 ਬੱਚਾ ਲਿਆ ਜਾਵੇ, ਹੈ ਨਾ ਜੀ, ਬਿਲਕੁਲ। ਤੇ ਕੀ ਨਾਮ ਹੈ, ਬਸ ਇਹੀਓ, ਤੇ ਬਾਕੀ ਸਾਰੇ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ। ਜਸ ਟੀਵੀ ਦਾ ਧੰਨਵਾਦ। ਥੱਲੇ ਸਕਰੋਲ ਤੇ ਨੰਬਰ ਚੱਲ ਰਹੇ ਨੇ, ਲਾਈਵ ਪ੍ਰੋਗਰਾਮ ਖਤਮ ਹੋ ਜਾਏਗਾ, ਤੁਸੀਂ ਆਪਣੇ ਸੈੱਲ ਫੋਨ 'ਚ ਸੇਵ ਕਰ ਲਓ, ਤੁਸੀਂ ਕੱਲ ਕਾਲ ਕਰੋ ਆਪਣੇ ਦੋਸਤਾਂ ਨੂੰ, ਯਾਰਾਂ ਨੂੰ,
ਆਪ ਸੇਵਾ ਤੇ ਆਪਾਂ ਕਰਦੇ ਹਾਂ, ਬਟ ਦੂਜਿਆਂ ਕੋਲੋਂ ਕਢਾਉਣੀ ਇਹ ਉਸ ਤੋਂ ਵੱਡੀ ਸੇਵਾ, ਔਖਾ ਕੰਮ ਹੈ। ਤੇ ਮੰਗਣਾ ਤੇ ਹਉਮੈ ਮਰਦੀ ਹੈ, ਤੇ ਜੇ ਉਹਨਾਂ ਬੱਚਿਆਂ ਵਾਸਤੇ ਮੰਗਣਾ ਪਿਆ ਤੇ ਕਾਦੀ ਸ਼ਰਮ ਹੈ ਨਾ। ਤੇ ਇਹੋ ਅਪੀਲ ਕਰਦੇ ਹਾਂ ਕਿ ਆਪਾਂ ਸਾਰਿਆਂ ਨੂੰ ਟੈਕਸ ਐਗਜ਼ੰਪਸ਼ਨ ਰਿਸਿਪਟ ਈਅਰ ਐਂਡਿੰਗ ਹੈਗਾ, ਅਸੀਂ ਡੋਨੇਸ਼ਨਸ ਦੇਵਾਂਗੇ, ਸਾਨੂੰ ਵੀ ਫਾਇਦਾ ਹੋਏਗਾ। ਤੇ ਪੂਰਾ 541 ਰਜਿਸਟਰਡ ਹੈਗਾ, ਚੈਕਸ ਦੇ ਥਰੂ, ਕੈਸ਼ ਦੇ ਥਰੂ, ਕ੍ਰੈਡਿਟ ਕਾਰਡ ਦੇ ਥਰੂ। ਸੋ ਕਿਸ ਤਰ੍ਹਾਂ ਵੀ ਅਸੀਂ ਕਰ ਸਕੀਏ ਤੇ ਅਸੀਂ ਸੇਵਾ ਜ਼ਰੂਰ ਕਰੀਏ। ਤੇ ਬਾਕੀ ਥੈਂਕ ਯੂ ਸੋ ਮਚ ਜਸਪਾਲ ਵੀਰ ਜੀ ਤੇ ਆਪਣਾ, ਤੇ ਥੈਂਕ ਯੂ ਜਸਪ੍ਰੀਤ ਵੀਰ ਜੀ। ਸਾਰੇ ਵਿਊਅਰਸ ਦਾ ਜਸ ਟੀਵੀ ਵੱਲੋਂ ਸਾਰਿਆਂ ਨੂੰ ਦਾ ਧੰਨਵਾਦ ਕਰਦੇ ਹਾਂ। ਫੇਰ ਜੁੜਾਂਗੇ ਤੁਹਾਡੇ ਨਾਲ ਇੱਕ ਹੋਰ ਪ੍ਰੋਗਰਾਮ ਲੈ ਕੇ। ਇੰਨੀਆਂ ਬੇਨਤੀਆਂ ਕਰਦੇ ਹੋਏ ਸਾਡੇ ਸਾਰਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 129 ਅਕਾਲ